ਅੱਜ ਦਾ ਜਿਹੜਾ ਮੌਜੂ ਅਸੀਂ ਰੱਖਿਆ ਹੈ ਉਹ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਮਾਵਾਂ ਭੈਣਾਂ ਔਰ ਧੀਆਂ ਨੇ ਇਹਨਾਂ ਦੀ ਸ਼ਮੂਲੀਅਤ ਮਾਂ ਬੋਲੀ ਦੇ ਵਿੱਚ ਬਹੁਤ ਜ਼ਰੂਰੀ ਹੈ, ਬਲਕਿ ਸਾਥੋਂ ਵੀ ਵੱਧ ਜ਼ਰੂਰੀ ਹੈ, ਕਿਉਂਕਿ ਅਸੀਂ ਮਾਂ ਬੋਲੀ ਨੂੰ ਜ਼ਿੰਦਾ ਨਹੀਂ ਰੱਖ ਸਕਦੇ। ਮਾਂ ਬੋਲੀ ਨੂੰ ਮਾਂ ਹੀ ਜ਼ਿੰਦਾ ਰੱਖ ਸਕਦੀ, ਔਰ ਇਹ ਕੰਮ ਜ਼ਾਹਿਰ ਹੈ ਬੇਟੀਆਂ ਭੈਣਾਂ ਔਰ ਮਾਵਾਂ ਹੀ ਕਰ ਸਕਦੀਆਂ ਨੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਸ਼ਾ ਜਾਵੇਦ ਮਲਿਕ ਦਾ ਔਰ ਸਾਇਮਾ ਇਰਮ ਸਾਹਿਬਾ ਦਾ ਕਿ ਇਹਨਾਂ ਜੁਆਇਨ ਕੀਤਾ। ਅੱਜ ਇਹ ਸਿਲਸਿਲੇ ਦਾ ਪਹਿਲਾ ਪ੍ਰੋਗਰਾਮ ਹੈ। ਅਸੀਂ ਇਸ ਸਿਲਸਿਲੇ 'ਚ ਹੋਰ ਬਹੁਤ ਸਾਰੇ ਪ੍ਰੋਗਰਾਮ ਕਰਾਂਗੇ, ਕਿਉਂਕਿ ਇਹ ਵੀ ਇੱਕ ਤਹਿਰੀਕ ਹੈ, ਜਿਹੜਾ ਇੱਕ ਮਿਸਿੰਗ ਲਿੰਕ ਸੀ ਇਸ ਤਹਿਰੀਕ ਦੇ ਵਿੱਚ। ਉਹਦੇ 'ਤੇ ਅਸੀਂ ਹੁਣ ਆਏ ਹਾਂ, ਥੋੜ੍ਹਾ ਲੇਟ ਆਏ ਹਾਂ, ਲੇਕਿਨ ਜ਼ਾਹਿਰ ਹੈ ਇੱਕ ਗਰਾਊਂਡ ਪ੍ਰਿਪੇਅਰ ਕਰਨੀ ਪੈਂਦੀ ਹੈ ਹਰ ਕੰਮ ਵਾਸਤੇ। ਸੋ ਸ਼ੁਰੂ ਕਰਦੇ ਹਾਂ। ਸਾਰਿਆਂ ਤੋਂ ਪਹਿਲੇ ਸਾਸ਼ਾ ਤੁਸੀਂ ਦੱਸੋ ਕਿ ਸਾਡੇ ਜਿਹੜੇ ਕਸਬੇ ਨੇ ਜਾਂ ਪਿੰਡ ਨੇ, ਜਿਹੜੇ ਛੋਟੇ ਸ਼ਹਿਰ ਨੇ ਜਾਂ ਪਿੰਡਾਂ 'ਚ, ਉੱਥੇ ਵੀ ਹੁਣ ਮਾਵਾਂ ਜਿਹੜੀਆਂ ਉਹ ਗੁਲਾਬੀ ਉਰਦੂ ਬੋਲਦੀਆਂ ਸਾਨੂੰ ਦਿਖਦੀਆਂ ਨੇ। ਸੋ ਇਹਨੂੰ ਇਸ ਚੈਲੰਜ ਨਾਲ ਅਸੀਂ ਕਿਵੇਂ ਨਿਪਟੀਏ, ਕਿਉਂਕਿ ਇਹ ਬੜਾ ਸੀਰੀਅਸ ਥ੍ਰੈਟ ਹੈ ਮਾਂ ਬੋਲੀ ਨੂੰ, ਪੰਜਾਬੀ ਨੂੰ, ਪੰਜਾਬੀ ਜ਼ੁਬਾਨ ਨੂੰ, ਕਿ ਮਾਂ ਕੋਲੋਂ ਹੀ ਅਗਰ ਜ਼ੁਬਾਨ ਚਲੀ ਗਈ ਤੇ ਫਿਰ ਤੇ ਕੋਈ ਫਿਊਚਰ ਨਹੀਂ ਆ। ਉਹ ਜਿਹੜੀ ਵਾਲਦਾ ਵਿੱਚ ਸਪੈਸ਼ਲੀ ਜਾਂ ਵਾਲਦਨ ਵਿੱਚ ਇਹ ਕੰਪਲੈਕਸ ਹੋਇਆ ਕਿ ਜੀ ਇੱਕ ਤਾਂ ਸਾਡੀ ਨੈਸ਼ਨਲ ਜ਼ੁਬਾਨਾਂ ਵਿੱਚ ਉਰਦੂ ਦਾ ਸ਼ੁਮਾਰ ਕੀਤਾ ਗਿਆ। ਇੱਕ ਤਾਂ ਸਭ ਤੋਂ ਵੱਡੀ ਇਹ ਬਹੁਤ ਜ਼ਿਆਦਾ ਸਾਡੇ ਇੱਥੇ ਕਹਿ ਲਓ ਕਿ ਮੁਸ਼ਕਿਲ ਪੇਸ਼ ਆਉਂਦੀ ਹੈ, ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ, ਉਹ ਜ਼ੁਬਾਨਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ। ਮਤਲਬ ਕਿ ਉਹ ਬੱਚੇ ਨੇ, ਉਹ ਅਗਰ ਘਰ ਵਿੱਚ ਆਪਣੀ ਦਾਦੀ ਦਾਦਾ ਨਾਲ ਜਾਂ ਆਪਣੇ ਘਰ ਵਾਲਿਆਂ ਨਾਲ ਪੰਜਾਬੀ ਵਿੱਚ ਗੱਲ ਕਰਦੇ ਨੇ, ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ, ਤੇ ਸਕੂਲ ਵਿੱਚ ਉਹਨਾਂ ਨੂੰ ਉਰਦੂ ਬੋਲਣੀ ਪੈਂਦੀ ਹੈ, ਪੜ੍ਹਨਾ ਉਹਨਾਂ ਨੂੰ ਇੰਗਲਿਸ਼ ਵਿੱਚ ਪੈਂਦਾ, ਅੰਗਰੇਜ਼ੀ ਪੜ੍ਹਨੀ ਪੈਂਦੀ ਹੈ, ਇਬਾਦਤ ਉਹਨਾਂ ਨੂੰ ਅਰਬੀ ਵਿੱਚ ਕਰਨੀ ਪੈਂਦੀ ਹੈ। ਮਤਲਬ ਕਿ ਮੈਨੂੰ ਲੱਗਦਾ ਕੋਈ ਜ਼ੁਬਾਨਾਂ ਦੀ ਚੀਜ਼ਾਂ ਨੂੰ ਸਿੱਖਣ ਤੋਂ ਜ਼ਿਆਦਾ ਜ਼ੁਬਾਨਾਂ ਦੀ ਉਲਝਾਵ ਦਾ ਸ਼ਿਕਾਰ ਨੇ। ਠੀਕ ਹੈ, ਉਹ ਮਤਲਬ 5-6-7 ਜ਼ੁਬਾਨਾਂ ਤੇ ਸਾਡੀ ਇਸ ਤਰ੍ਹਾਂ ਹੀ ਆ ਜਾਂਦੀਆਂ ਨੇ ਨਾ। ਹੁਣ ਮੈਨੂੰ ਲੱਗਦਾ ਨਾ ਉਹ ਮੁਕੰਮਲ ਤੌਰ ਤੇ ਪੜ੍ਹ ਪਾਉਂਦੇ ਨੇ, ਨਾ ਮੁਕੰਮਲ ਤੌਰ ਤੇ ਸਿੱਖ ਪਾਉਂਦੇ ਨੇ। ਔਰ ਸਾਡੇ ਮੈਨੂੰ ਲੱਗਦਾ ਜੇ ਦਿਹਾਤੀ ਇਲਾਕਿਆਂ ਵਿੱਚ ਮੂਮਨ ਹਾਲੇ ਵੀ ਪੰਜਾਬੀ ਬੋਲੀ ਜਾਂਦੀ ਹੈ, ਪਰ ਜ਼ਿਆਦਾ ਅਗਰ ਗੁਲਾਬੀ ਪੰਜਾਬੀ ਦਾ ਤੁਸੀਂ ਕਹਿ ਰਹੇ ਹੋ ਤੇ ਉਹ ਕਿਉਂਕਿ ਉਹਨਾਂ ਦੀ ਮਾਂ ਬੋਲੀ ਤੇ ਪੰਜਾਬੀ ਹੈ, ਪਰ ਇਹ ਕੰਪਲੈਕਸ ਸ਼ੁਮਾਰ ਕਰ ਦਿੱਤਾ ਜਾਂਦਾ ਹੈ ਜੇ ਸਾਡੇ ਆਪ ਕਹਿ ਲਓ ਕਿ ਧੱਕਿਆ ਨਿਊਜ਼ ਐਜੂਕੇਸ਼ਨ ਸਿਸਟਮ ਦੀ ਤਰਫੋਂ, ਔਰ ਵੈਸੇ ਸਾਡੇ ਸਿਸਟਮ ਦੀ ਤਰਫੋਂ ਇਹ ਜਿਹੜਾ ਕੰਪਲੈਕਸ ਕਿਹਾ ਗਿਆ ਹੈ ਕਿ ਜੀ ਸਿਰਫ ਪੜ੍ਹੇ ਲਿਖੇ ਲੋਕ ਉਹੀ ਹੋ ਸਕਦੇ ਨੇ ਜਿਹੜੇ ਉਰਦੂ ਵਿੱਚ ਗੱਲ ਕਰਦੇ ਨੇ, ਜਾਂ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਉਹੀ ਹੈ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰ ਸਕਦਾ ਹੈ। ਜਦ ਕਿ ਜ਼ੁਬਾਨਾਂ ਨੂੰ ਤੁਹਾਡੀ ਜ਼ਹਾਨਤ ਨਾਲ ਜਿਹੜਾ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾਂਦਾ ਹੈ, ਇਹ ਸਭ ਤੋਂ ਵੱਡੀ ਮਤਲਬ ਕਹਿ ਲਓ ਕਿ ਸਾਡੇ ਮੁਆਸ਼ਰੀ, ਸਾਡੇ ਜ਼ਹਿਨੀਅਤ ਦੀ ਕਹਿ ਲਓ ਕਮ ਇਲਮੀ ਜਾਂ ਜਹਲੀਅਤ ਹੈ ਕਿ ਅਸੀਂ ਜ਼ਹਾਨਤ ਨੂੰ ਜ਼ੁਬਾਨਾਂ ਦੇ ਨਾਲ ਜੋੜਦੇ ਹਾਂ। ਤੇ ਇਹਦੀ ਵਜ੍ਹਾ ਤੋਂ ਉਹ ਵਾਲਦਾ ਕਿਉਂਕਿ ਉਹਨੀਆਂ ਉਸ ਤਰ੍ਹਾਂ ਨਾਲ ਅਵੇਅਰ ਨਹੀਂ ਹੁੰਦੀਆਂ। ਸਾਡੀਆਂ ਜਿਹੜੀਆਂ ਦਾਦੀਆਂ ਪੜਦਾਦੀਆਂ ਸੀ, ਉਹਨਾਂ ਨੂੰ ਤੇ ਨਹੀਂ ਇਹ ਸਿਖਾਇਆ ਜਾਂਦਾ ਸੀ ਨਾ ਕਿ ਤੁਸੀਂ ਕਿਹਨੂੰ ਕਹੀਦਾ ਬੱਚਿਆਂ ਨਾਲ ਉਰਦੂ ਵਿੱਚ ਗੱਲ ਕਰੋ ਤੇ ਪਤਾ ਚੱਲੇਗਾ ਕਿ ਤੁਹਾਡੇ ਬੱਚੇ ਪੜ੍ਹੇ ਲਿਖੇ ਨੇ। ਵਾਰਿਸ ਸ਼ਾਹ ਵਰਗੀਆਂ ਹੁੰਦੀਆਂ ਸੀ, ਬੁੱਲੇ ਸ਼ਾਹ ਦੀ ਸ਼ਾਇਰੀ ਪੜ੍ਹੀ ਜਾਂਦੀ ਸੀ, ਬਕਾਇਦਾ ਉਹਨਾਂ ਨੂੰ ਵਾਲਦਾ ਸੁਣਾਉਂਦੀਆਂ ਸੀ, ਲੋਰੀਆਂ ਦੀ ਸੂਰਤ ਸੁਣਾਉਂਦੀਆਂ ਸੀ, ਮਾਵਾਂ ਗੋਨ ਗੀਤ ਗਾਉਂਦੀਆਂ ਸੀ, ਵਿਆਹਾਂ ਸ਼ਾਦੀਆਂ 'ਚ ਟੱਪੇ ਗਾਏ ਜਾਂਦੇ ਸੀ। ਤੇ ਉਹਨਾਂ ਨੂੰ ਤਾਂ ਕਦੇ ਵੀ ਕਿਸੇ ਜ਼ੁਬਾਨ ਦਾ ਮੁਹਤਾਜ ਕੀਤਾ ਹੀ ਨਹੀਂ ਗਿਆ ਸੀ ਨਾ। ਉਹ ਬਸ ਇੱਕ ਆਪਣਾ ਕਲਚਰ ਸੀ ਜਿਹਨੂੰ ਮਤਲਬ ਕਹਿ ਲਓ ਕਿ ਉਹ ਇੱਕ ਅਪਣਾਈਅਤ ਦਾ ਇੱਕ ਪ੍ਰਮੋਸ਼ਨ ਉਹਦੀ ਚੱਲਦੀ ਰਹਿੰਦੀ ਸੀ। ਉਦੋਂ ਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਸਿਰਫ ਪੰਜਾਬੀ ਬੋਲਣ ਵਾਲਾ ਅਨਪੜ੍ਹ ਹੁੰਦਾ ਹੈ ਜਾਂ ਉਰਦੂ ਬੋਲਣ ਵਾਲਾ ਪੜ੍ਹਿਆ ਲਿਖਿਆ ਹੁੰਦਾ ਹੈ। ਇਹੋ ਜਿਹੇ ਕਹਿ ਲਓ ਕਿ ਧੱਕਿਆਂ ਨੂੰ ਕਨਸੈਪਟਸ ਨਹੀਂ ਬਣਾਏ ਗਏ ਸੀ ਉਦੋਂ ਤੱਕ ਤੇ। ਬਟ ਹੁਣ ਜਦੋਂ ਆਕਰ ਜੋ ਥੋੜੀ ਬਹੁਤ ਕਹਿ ਲਓ ਕਿ ਅਵੇਅਰਨੈਸ ਜ਼ੁਬਾਨਾਂ ਬਾਰੇ ਹੋਣ ਲੱਗੀ ਹੈ, ਤੇ ਇਹਨੂੰ ਵੀ ਕਲਾਸ ਕੈਟੇਗਰਾਈਜ਼ ਕਰ ਦਿੱਤਾ ਹੈ ਨਾ, ਕਲਾਸ ਸਿਸਟਮ ਦਾ ਸ਼ਿਕਾਰ ਕਰ ਦਿੱਤਾ ਗਿਆ ਹੈ ਕਿ ਜੀ ਇੱਕ ਸਪੈਸੀਫਿਕ ਤਬਕਾ ਅੰਗਰੇਜ਼ੀ ਬੋਲਦਾ ਹੈ, ਜੋ ਕਿ ਬਹੁਤ ਹੀ ਘੱਟ ਪਰਸੈਂਟੇਜ ਵਿੱਚ 5-6% ਲੋਕ ਜਿਹੜੇ ਅੰਗਰੇਜ਼ੀ ਬੋਲਦੇ ਨੇ, ਉਹਨਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਨੇ, ਉਹਨਾਂ ਦੀ ਮਾਵਾਂ ਵੀ ਉਹਨਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੀਆਂ ਨੇ, ਤੇ ਉਹ ਜੀ ਉਹ ਪੜ੍ਹਿਆ ਲਿਖਿਆ ਤਬਕਾ, ਉਹ ਵੱਡੇ ਲੋਕ ਨੇ। ਉਹਨਾਂ ਨੂੰ ਉੱਥੋਂ ਤੁਸੀਂ ਕਹਿ ਲਓ ਕਿ ਕਲਾਸ ਸਿਸਟਮ ਨਾਲ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਜੋੜ ਦਿੱਤਾ ਗਿਆ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਤਬਕਾ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਉਰਦੂ ਵਿੱਚ ਗੱਲ ਕਰਦਾ ਹੈ, ਉਹ ਆਪਣੇ ਬੱਚਿਆਂ ਨਾਲ ਵੀ ਉਰਦੂ ਵਿੱਚ ਗੱਲ ਕਰਦੇ ਨੇ, ਉਹ ਬੱਚੇ ਉਰਦੂ ਬੋਲਦੇ ਨੇ। ਇਸ ਤਰ੍ਹਾਂ ਹੀ ਜਿਹੜੀਆਂ ਨੇ ਕਹਿ ਲਓ ਕਿ ਉਸੇ ਤਰ੍ਹਾਂ ਦੀਆਂ ਅਗਰ ਤੁਸੀਂ ਥੋੜੇ ਸਾਡੇ ਰੂਰਲ ਏਰੀਆਜ਼ ਤਰਫ ਆ ਜਾਂਦੇ ਹੋ, ਦਿਹਾਤੀ ਇਲਾਕਿਆਂ ਵਿੱਚ, ਉਹ ਤਾਂ ਹਲੇ ਵੀ ਸਾਡੀ ਪੰਜਾਬੀ ਦਾ ਰੁਝਾਨ ਉਸ ਤਰ੍ਹਾਂ ਹੀ ਹੈ। ਤੇ ਉੱਥੇ ਜੀ ਉਹਨਾਂ ਨੂੰ ਮਾਵਾਂ ਨੂੰ ਇਹ ਕੰਪਲੈਕਸ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਉਹ ਕੰਮ ਕਰਦੀਆਂ ਨੇ ਉਹ ਬੱਚਿਆਂ ਨਾਲ ਉਰਦੂ ਬੋਲਦੇ ਨੇ, ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਿਆ ਲਿਖਿਆ ਬਣਾਉਣ ਵਾਸਤੇ ਉਹਨਾਂ ਨਾਲ ਉਰਦੂ ਵਿੱਚ ਗੱਲ ਕਰੀਏ। ਠੀਕ ਹੈ, ਜਿੰਨੇ ਵੀ ਤੁਸੀਂ ਕਹਿ ਲਓ ਕਿ ਸਾਡੇ ਮੋਮਨ ਘਰਾਂ ਵਿੱਚ ਕੰਮ ਕਰਨ ਵਾਲੀਆਂ ਆਉਂਦੀਆਂ ਨੇ, ਖਵਾਤੀਨ ਆਉਂਦੀਆਂ ਨੇ, ਸਾਡੀਆਂ ਭੈਣਾਂ ਆਉਂਦੀਆਂ ਨੇ, ਉਹ ਮੋਮਨ ਐਸੇ ਏਰੀਆ ਤੋਂ ਹੁੰਦੀਆਂ ਨੇ ਜਿੱਥੇ ਕਿ ਉਹਨਾਂ ਦੀ ਵੀ ਮਾਂ ਬੋਲੀ ਪੰਜਾਬੀ ਹੁੰਦੀ ਹੈ। ਤੇ ਉਹਨਾਂ ਨੂੰ ਇਹ ਕੰਪਲੈਕਸ ਦਿੱਤਾ ਜਿੱਦਾਂ ਕਿ ਸ਼ਾਇਦ ਅਸੀਂ ਸਾਡੇ ਬੱਚੇ ਵੀ ਸਾਡੇ ਨਾਲ ਪੰਜਾਬੀ ਬੋਲਣਗੇ ਤੇ ਉਹ ਪੜ੍ਹਨੀ ਹੋਣਗੇ, ਉਹ ਜਾਹਲੀਅਤ ਦਾ ਨਿਸ਼ਾਨੀ ਹੋਏਗੀ। ਤੇ ਅਸੀਂ ਵੀ ਆਪਣੇ ਬੱਚੇ ਨਾਲ ਉਰਦੂ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਵੀ ਇਹ ਕੰਪਲੈਕਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੱਚੇ ਵੀ ਪੜ੍ਹੇ ਲਿਖਿਆਂ ਵਿੱਚ ਸ਼ੁਮਾਰ ਹੋਣ। ਇੱਕ ਸਟਰਗਲ ਹੈ ਨਾ ਜਿਹੜੀ ਕਿ ਹਰ ਸਮਾਜ ਵਿੱਚ ਚੱਲਦੀ ਆਈ ਹੈ ਇੱਕ ਟਾਈਮ ਤੋਂ,
ਇੱਕ ਮੀਡੀਵਲ ਏਜਸ ਤੋਂ ਸਟਰਗਲ ਚੱਲਦੀ ਆਈ ਹੈ। ਬਸ ਇਸ ਤਰ੍ਹਾਂ ਦੀ ਅਸੀਂ ਇਹਨੂੰ ਆਪਣੀ ਜ਼ੁਬਾਨ ਨੂੰ ਵੀ ਉਹਦਾ ਹਿੱਸਾ ਬਣਾਤਾ ਔਰ ਉਹਦੇ ਵਿੱਚ ਅਸੀਂ ਦਫਨ ਕੀਤਾ ਹੋਇਆ। ਮੈਨੂੰ ਲੱਗ ਰਿਹਾ ਕਿ ਬਹੁਤ ਅੱਛਾ ਰਿਵਾਈਵਲ ਹੋਏਗਾ। ਅਸੀਂ ਵੀ ਪੰਜਾਬ ਦੀਆਂ ਬੇਟੀਆਂ ਵਾਂ, ਅਸੀਂ ਵੀ ਪੰਜਾਬੀ ਕਹਿ ਲਓ ਕਿ ਪੜ੍ਹ ਕੇ, ਪੰਜਾਬੀ ਲਿਖ ਕੇ, ਪੰਜਾਬੀ ਸਿੱਖ ਕੇ, ਪੰਜਾਬੀ ਬੋਲ ਕੇ ਅਸੀਂ ਅੱਜ ਮਿਸ ਸਾਇਮਾ ਇਰਮ ਸਾਹਿਬਾ ਨੇ ਉਹ ਉਰਦੂ ਡਿਪਾਰਟਮੈਂਟ ਵਿੱਚ ਹੁੰਦੀਆਂ ਨੇ, ਮੈਂ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਹੁੰਦੀ ਹਾਂ। ਅਸੀਂ ਮੁਖਤਲਿਫ ਦੋ ਜ਼ੁਬਾਨਾਂ ਪੜ੍ਹਾਈ ਦੀਆਂ ਨੇ ਜਿਹੜੀਆਂ ਕਿ ਪੰਜਾਬੀ ਤੋਂ ਸੁਪੀਰੀਅਰ ਸਮਝੀ ਜਾਂਦੀਆਂ ਨੇ, ਪਰ ਫਿਰ ਵੀ ਅਸੀਂ ਸਭ ਪੰਜਾਬੀ ਨੂੰ ਸਮਝੀਦਾ ਹੈ, ਅਸੀਂ ਪੰਜਾਬੀ ਨੂੰ ਬੋਲੀਦਾ, ਅਸੀਂ ਪੰਜਾਬੀ ਨੂੰ ਔਨ ਕਰੀਦਾ ਔਰ ਅਸੀਂ ਪੰਜਾਬੀ ਹੋਣ ਤੇ ਆਪਣੇ ਆਪ ਨੂੰ ਔਨ ਕਰੀਦਾ। ਜੀ ਸਾਸ਼ਾ, ਬਹੁਤ ਅੱਛਾ ਲੱਗਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ। ਮੈਂ ਅਮਾਰ ਵੱਲੋਂ ਇੰਤਜ਼ਾਰ ਕਰ ਰਹੀ ਹਾਂ ਕਿ ਉਧਰੋਂ ਕੀ ਉਸ ਹੁਕਮ ਆਉਂਦਾ ਸਾਡੇ ਜੀ ਵਾਸਤੇ। ਜੀ, ਬਹੁਤ ਵਧੀਆ, ਮਾਸ਼ਾਅੱਲਾ, ਬਹੁਤ ਸੋਹਣੀ ਗੱਲ ਕੀਤੀ ਹੈ, ਬੜੀ ਵਧੀਆ, ਬਹੁਤ ਖੁਸ਼ੀ ਹੋਈ ਕਿ ਪੰਜਾਬ ਦੀਆਂ ਧੀਆਂ ਸੋਚਣ ਲੱਗ ਪਈਆਂ ਔਰ ਇਹ ਖੁਸ਼ਾਇਨ ਗੱਲ ਹੈ। ਅੱਛਾ, ਇੱਕ ਹੋਰ ਸਵਾਲ ਦਾ ਜਵਾਬ ਤੁਸੀਂ ਦੇ ਦਿਓ ਕਿ ਅਸੀਂ ਉਰਦੂ ਨੂੰ ਪੰਜਾਬੀ ਵਾਸਤੇ ਜ਼ਿਆਦਾ ਵੱਡਾ ਥ੍ਰੈਟ ਸਮਝੀਏ ਜਾਂ ਅੰਗਰੇਜ਼ੀ ਨੂੰ ਜ਼ਿਆਦਾ ਵੱਡਾ ਥ੍ਰੈਟ ਸਮਝੀਏ? ਇਹ ਵੀ ਇੱਕ ਰੈਲੇਵੈਂਟ ਕੁਐਸਚਨ ਹੈ। ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਰਿਚ ਕਲਚਰ ਹੁੰਦੇ ਨੇ ਨਾ, ਜਿਹੜੀ ਆਪਣੀ ਇੱਕ ਮਜ਼ਬੂਤ ਬੁਨਿਆਦਾਂ ਲੈ ਕੇ ਜਿਹੜੀ ਚੀਜ਼ਾਂ ਪੈਦੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਕਿਸੇ ਦਾ ਖੌਫ ਨਹੀਂ ਹੁੰਦਾ। ਤੇ ਮੈਨੂੰ ਇਹ ਵੀ ਲੱਗਦਾ ਕਿ ਪੰਜਾਬੀ ਨੂੰ ਕਿਸੇ ਦਾ ਖੌਫ ਨਹੀਂ ਹੈ, ਠੀਕ ਹੈ, ਕਿਉਂਕਿ ਤੁਹਾਡੀ ਇਹ ਸਮਾਜ ਦੀ ਇੰਬੈਲੈਂਸਮੈਂਟ ਹੈ, ਜਿਹਦੇ ਵਿੱਚ ਇੰਬੈਲੈਂਸਡ ਸੁਸਾਇਟੀ ਹੈ ਤੁਹਾਡੀ, ਜਿੰਦੀ ਵਜ੍ਹਾ ਤੋਂ ਕਦੀ ਕਿਸੇ ਨੂੰ ਲੱਗਦਾ ਹੈ ਕਿ ਉਰਦੂ ਬੋਲਣਾ ਜਾਂ ਪੰਜਾਬੀ ਬੋਲਣਾ ਜਾਂ ਅੰਗਰੇਜ਼ੀ ਬੋਲਣਾ, ਅਸੀਂ ਇਹ ਚੀਜ਼ਾਂ ਵਿੱਚ ਫਸੇ ਹੋਏ ਹਾਂ। ਜਿਹੜੇ ਲੋਕ ਪੰਜਾਬ ਦੇ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ, ਨਾ ਪੰਜਾਬੀ ਨੂੰ ਕਿਸੇ ਦਾ ਖੌਫ ਹੈਗਾ, ਨਾ ਉਹਨੂੰ ਉਰਦੂ ਦਾ ਥ੍ਰੈਟ ਹੈ, ਨਾ ਉਹਨੂੰ ਅੰਗਰੇਜ਼ੀ ਦਾ ਥ੍ਰੈਟ ਹੈ। ਉਹਨੂੰ ਅਗਰ ਥ੍ਰੈਟ ਹੋਏਗਾ ਤਾਂ ਆਪਣੇ ਪੰਜਾਬੀਆਂ ਦਾ ਹੀ ਹੋਏਗਾ, ਜਿਹੜਾ ਉਹਨੂੰ ਸਮਝਣ ਤੋਂ ਇਨਕਾਰ ਕਰਨਗੇ, ਉਹਨੂੰ ਮੰਨਣ ਤੋਂ ਇਨਕਾਰ ਕਰਨਗੇ, ਜਾਂ ਆਪਣਾ ਆਪ ਆਪਣੀ ਆਇਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਹੋਣਗੇ, ਉਹਨਾਂ ਨੂੰ ਜ਼ਿਆਦਾ ਉਹਦੇ ਤੋਂ ਖੌਫ ਹੋਏਗਾ। ਜੇ ਉਹਨਾਂ ਤੋਂ ਡਰਨ ਦੀ ਜ਼ਰੂਰਤ ਹੈ ਜੇ ਸਭ ਤੋਂ ਜ਼ਿਆਦਾ ਆਇਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਨੇ। ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਔਰ ਆਪਣੇ ਆਪ ਨੂੰ ਲੈ ਕੇ ਕਲੀਅਰ ਨੇ, ਤਾਂ ਫਿਰ ਪੰਜਾਬੀ ਜ਼ੁਬਾਨ ਨੂੰ ਕਿਸੇ ਤੋਂ ਖੌਫ ਖਾਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਖਿਆਲ ਵਿੱਚ। ਬਹੁਤ ਅੱਛੀ ਉਹ ਗੱਲ, ਆਪਣੇ ਬਹੁਤ ਆਪ ਵਧੀਆ, ਵਿੱਚ ਹੀ ਬਹੁਤ ਵੱਡੀ ਚੀਜ਼ ਹੈ। ਬਿਲਕੁਲ ਠੀਕ। ਤੁਸੀਂ ਕੀ ਸਮਝਦੇ ਹੋ ਸਾਇਮਾ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਸੀਂ ਕਿਵੇਂ ਇਹਨੂੰ ਸਾਰੀ ਸਟਰਗਲ ਨੂੰ, ਕਿਉਂਕਿ ਇੱਕ ਜਬਰ ਬਹੁਤ ਲੰਬਾ ਹੈ, 173 ਸਾਲ ਦਾ ਤਕਰੀਬਨ ਜਬਰ ਬਣਦਾ ਹੈ ਜਿਹੜਾ ਟੋਟਲ ਹੈ, ਕਿ ਜਦੋਂ ਤੋਂ ਪੰਜਾਬੀ ਕਾਇਦੇ ਜਲਾਏ ਗਏ ਔਰ ਉਸ ਤੋਂ ਬਾਅਦ ਫਿਰ ਪੰਜਾਬੀ ਕਦੀ ਸਕੂਲਾਂ 'ਚ ਵਾਪਸ ਨਹੀਂ ਆਈ। ਇਹ ਕੀ ਸਾਨੂੰ ਕਰਨਾ ਚਾਹੀਦਾ, ਕਿਵੇਂ ਮਾਵਾਂ ਦੀ ਤਰਬੀਅਤ ਕਿੰਜ ਕਰੀਏ ਅਸੀਂ? ਵੈਸੇ ਇਹ ਬੜੀ ਮਜ਼ੇਦਾਰ, ਤੁਸੀਂ ਬੜਾ ਮਜ਼ੇ ਦਾ ਜੁਮਲਾ ਬੋਲਿਆ ਕਿ ਮਾਵਾਂ ਦੀ ਤਰਬੀਅਤ ਕਿਵੇਂ ਕਰੀਏ। ਪਹਿਲੇ ਅਸੀਂ ਬੱਚਿਆਂ ਦੀਆਂ ਧੀਆਂ ਦੀਆਂ ਤਰਬੀਅਤ ਕਰੀ ਦੀਆਂ ਸਨ, ਹੁਣ ਅਸੀਂ ਮਾਵਾਂ ਦੀ ਤਰਬੀਅਤ ਕਰਨ ਲੱਗ ਪਏ। ਮਾਵਾਂ ਦੀ ਤਰਬੀਅਤ ਉਦੋਂ ਹੀ ਹੋ ਜਾਂਦੀ ਨਾ ਜਦੋਂ ਅਸੀਂ ਬੇਟੀਆਂ ਦੀ, ਧੀਆਂ ਦੀ ਤਰਬੀਅਤ ਕਰ ਦਿਆਂਗੇ ਤੇ ਉਹ ਮਾਵਾਂ ਦੀ ਤਰਬੀਅਤ ਹੀ ਸਮਝੀ ਜਾਏਗੀ। ਨਹੀਂ, ਤਰਬੀਅਤ ਕਰਨਾ ਕੋਈ ਗਲਤ ਗੱਲ ਨਹੀਂ ਹੈ ਔਰ ਹੁੰਦੀ ਰਹਿਣੀ ਚਾਹੀਦੀ ਹੈ। ਤਰਬੀਅਤ ਸਿੱਖਣਾ ਹੀ ਹੈ ਨਾ, ਸਿਖਾਵਟ ਹੀ ਹੈ ਨਾ, ਇੱਕ ਸਿੱਖਣਾ ਹੈ ਇੱਕ ਚੀਜ਼ ਨੂੰ। ਹਾਂ ਜੀ, ਉਹ ਤਾਂ ਮੈਨੂੰ ਵੈਸੇ ਬੜਾ ਜੁਮਲਾ ਬੜਾ ਮਜ਼ੇਦਾਰ ਲੱਗਾ ਤੇ ਮੈਨੂੰ ਪੁਆਇੰਟ ਆਊਟ ਕੀਤਾ। ਇਹ ਜਿਹੜੇ ਏਜ ਗਰੁੱਪ ਵਿੱਚ ਮੈਂ ਹੈਗੀ ਹੈ, ਇਹ ਬੜਾ ਖਤਰਨਾਕ ਜਿਹਾ ਏਜ ਗਰੁੱਪ ਹੈ। ਇਹ ਅਸੀਂ ਸੀਨੀਅਰ ਜਦੋਂ ਬੈਠੇ ਹੁੰਦੇ ਆ ਤੇ ਅਸੀਂ ਜੂਨੀਅਰ ਹੋ ਜਾਂਦੇ, ਤੇ ਜਦੋਂ ਸਾਸ਼ਾ ਵਰਗੇ ਨੌਜਵਾਨ ਬੱਚੇ ਆਉਂਦੇ ਨੇ ਤੇ ਅਸੀਂ ਸੀਨੀਅਰ ਹੋ ਜਾਂਦੇ ਹਾਂ। ਜਿਹੜੀ ਗੱਲ ਅਸੀਂ ਕਰਨੀ ਹੁੰਦੀ ਹੈ ਜਾਂ ਤੇ ਸੀਨੀਅਰ ਕਰ ਜਾਂਦੇ ਨੇ ਤੇ ਜਾਂ ਫਿਰ ਜਿਹੜੇ ਸਾਡੇ ਤੋਂ ਬਾਅਦ ਦੇ ਨੇ ਉਹ ਕਰ ਜਾਂਦੇ ਨੇ। ਅੱਛਾ, ਇਹ ਇੰਟਰਸਟਿੰਗਲੀ ਇਹ ਸਾਰੀ ਆਜ਼ਾਦੀ ਬੰਦਾ ਇਹ ਫੇਸ ਕਰਦਾ ਹੈ। ਉਹ ਕਿਤੇ ਨਾ ਕਿਤੇ ਵਿਚਕਾਰਲਾ ਉਹ ਹੁੰਦਾ ਹੀ ਹੈ, ਵਿਚਕਾਰਲਾ ਹੁੰਦਾ ਹੀ ਹੈ। ਤੇ ਸਾਸ਼ਾ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਸਾਰੇ ਕਿਸੇ ਨਾ ਕਿਸੇ ਫੋਰਮ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਸੀਂ ਗੱਲ ਕਰਦੇ ਰਹੇ ਹਾਂ। ਲੇਕਿਨ ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਇੱਕ ਬਹੁਤ ਰੀਸੈਂਟ ਜਿਹਾ ਵਾਕਿਆ ਹੈ ਉਹ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹਾਂਗੀ, ਇਸ ਗੱਲ ਤੋਂ ਲੈ ਕੇ ਕਿ ਮਾਵਾਂ ਨੂੰ ਇਸ ਗੱਲ ਤੇ ਇਨਕਰੇਜ ਕਰਨਾ ਕਿ ਉਹ ਪੰਜਾਬੀ ਬੋਲਣ, ਤੇ ਜਿੰਨਾ ਬਹੁਤ ਸਾਰੀਆਂ ਨੇ ਬੋਲਣ, ਉਹ ਕਿੰਨਾ ਜ਼ਰੂਰੀ ਹੈ। ਇਸ ਈਦ ਤੇ ਮੈਂ ਆਪਣੀ ਮਾਂ ਨੂੰ, ਜ਼ਾਹਿਰ ਹੈ ਕਿ ਅਸੀਂ ਸਾਰੇ ਆਪਣੀਆਂ ਮਾਵਾਂ ਨੂੰ ਮਿਲਣਾ ਚਾਹੀਦਾ ਹੈ, ਤੇ ਮੈਂ ਗਈ ਤੇ ਤੁਹਾਨੂੰ ਪਤਾ ਹੈ ਕਿ ਕੱਚੇ ਅੰਬਾਂ ਦਾ ਮੌਸਮ ਸ਼ੁਰੂ ਹੋਇਆ ਹੈ ਜੀ। ਤੇ ਉਹਨਾਂ ਕੋਈ ਘਰ ਚ ਨਾ ਅਚਾਰ ਜਿਹਾ, ਉਹ ਘਰ ਵਿੱਚ ਜਿਹੜਾ ਲੱਗਾ ਸੀ ਬੂਟਾ ਅੰਬ ਦਾ, ਉੱਥੇ ਕੋਈ ਕੱਚੀਆਂ ਅੰਬੀਆਂ ਆਈਆਂ ਸਨ ਤੇ ਉਹਨਾਂ ਨੇ ਉਹਦੇ ਉੱਤੇ ਉਹਦਾ ਕੱਟ ਕੇ ਤੇ ਅਚਾਰ ਪਾਇਆ ਸੀ ਛੋਟਾ ਛੋਟਾ ਜਿਹਾ। ਸਹੀ। ਤੇ ਮੈਨੂੰ ਕਹਿਣ ਲੱਗੇ ਕਿ ਆ ਤੂੰ ਲੈ ਜਾ, ਤੇ ਜ਼ਾਹਿਰ ਮਾਵਾਂ ਜਿਵੇਂ ਟੁਰਨ ਲੱਗਿਆ ਧੀਆਂ ਨੂੰ ਕਿਸੇ ਦੇ ਕੇ ਟੁਰਦੀਆਂ ਨੇ, ਤੇ ਕਹਿਣ ਲੱਗੇ ਕਿ ਤੂੰ ਲੈ ਜਾ ਨਾਲ, ਤੇ ਉੱਥੇ ਜਾ ਕੇ ਤੇ ਜਿਸ ਤਰ੍ਹਾਂ ਦਾ ਤੇਲ ਤੂਲ ਪਾ ਲਵੀਂ, ਤੇ ਇਹ ਨਹੀਂ ਛੇਤੀ ਖਰਾਬ ਹੋ ਜਾਣਾ, ਇਹਦਾ ਧਿਆਨ ਨਾਲ ਛੇਤੀ ਖਾ ਲਈ। ਸਹੀ। ਤੇ ਮੈਨੂੰ ਕਹਿੰਦੇ ਨੇ, ਮੈਂ ਕਿਹਾ ਕਿਉਂ ਛੇਤੀ ਕਿਉਂ ਖਰਾਬ ਹੋ ਜਾਣਾ? ਕਹਿੰਦੇ ਇਹ ਕੇਰੀ ਦਾ ਹੈਗਾ ਅਚਾਰ, ਇਹ ਅੰਬੀ ਦਾ ਨਹੀਂ ਹੈ। ਸਹੀ। ਅੱਛਾ, ਮੈਂ ਕਿਹਾ ਮੈਂ ਤੇ ਸਾਰੀ ਜ਼ਿੰਦਗੀ ਕੇਰੀ ਤੇ ਅੰਬੀ ਇੱਕੋ ਹੀ ਸ਼ੈ ਸਮਝਦੀ ਰਹੀ ਹਾਂ। ਕੇਰੀ ਨੂੰ ਮੈਂ ਸਮਝਦੀ ਸੀ ਕਿ ਕੱਚੀਆਂ ਅੰਬੀਆਂ,
ਸਮਝਦੀ ਸੀ। ਤੇ ਅੰਬੀ ਵੀ ਉਹੀ ਹੈ ਕੱਚੀ ਅੰਬੀ, ਤੇ ਮੈਂ ਕਿਹਾ ਮਾਂ ਆਪਣੀ ਨੂੰ, ਮਤਲਬ ਮੈਂ ਐਟ ਦੀ ਏਜ ਆਫ ਇਨ ਮਾਈ ਮਿਡ 40s, ਮਤਲਬ ਇੰਨੀ ਉਮਰ ਹੋ ਕੇ ਮੈਂ ਆਪਣੀ ਮਾਂ ਨੂੰ ਪੁੱਛਿਆ, ਮੈਂ ਕਿਹਾ ਮਾਂ ਇਹ ਤੂੰ ਗੱਲ ਕੀਤੀ ਹੈ ਕਿ ਕੇਰੀ ਦਾ ਹੈਗਾ ਹੈ ਇਹ ਅੰਬੀ ਦਾ ਨਹੀਂ ਹੈ, ਤੇ ਇਹ ਛੇਤੀ ਖਰਾਬ ਹੋ ਜਾਣ, ਤੇ ਕੀ ਫਰਕ ਕੀ ਹੈ ਦੋਵਾਂ 'ਚ? ਜੀ ਤੇ ਮੈਨੂੰ ਕਹਿਣ ਲੱਗੀ ਕਿ ਉਹਨਾਂ ਫਿਰ ਦਿਖਾਇਆ ਮੈਨੂੰ ਕਿ ਇਹ ਜਿਹੜਾ ਕੇਰੀ ਹੈਗੀ ਹੈ ਨਾ, ਇਹਦੇ ਵਿੱਚ ਜਿਹੜੀ ਗਿਟਕ ਹੈ ਇਹ ਪੂਰੀ ਨਹੀਂ ਬਣੀ ਹੋਈ ਹੁੰਦੀ, ਤੇ ਉਹ ਜੋ ਸਹੀ ਅੰਦਰੋਂ ਕੋਲਾ ਹੁੰਦਾ ਉਹਦਾ, ਤੇ ਉਹ ਕੱਚਾ ਹੁੰਦਾ ਹੈ, ਤੇ ਉਹਨੂੰ ਅਸੀਂ ਕੇਰੀ ਕਹਿੰਦੇ, ਤੇ ਜਦੋਂ ਉਹ ਹੁੰਦੀ ਕੱਚੀ ਹੈ ਪਰ ਵਿੱਚ ਉਹਦੀ ਗਿਟਕ ਬਣ ਗਈ ਹੁੰਦੀ ਹੈ ਪੂਰੀ ਤਰ੍ਹਾਂ, ਤੇ ਉਸ ਅੰਬ ਨੂੰ ਅਸੀਂ ਅੰਬੀ ਕਹਿੰਦੇ ਹਾਂ। ਅੱਛਾ, ਸਹੀ ਮੇਰੇ ਵਾਸਤੇ ਇਹ ਬਿਲਕੁਲ ਨਵੀਂ ਗੱਲ ਸੀ, ਸੱਚੀ ਦੱਸਣੀ ਹੈ ਸਹੀ ਵੀ ਇੰਨੀ ਜਹਾਲਤ ਹੈ ਸਾਡੇ ਅੰਦਰ ਕਿ ਮੇਰੇ ਵਾਸਤੇ ਬਿਲਕੁਲ ਨਵੀਂ ਗੱਲ ਸੀ, ਔਰ ਮੈਂ ਬੜਾ ਮੈਨੂੰ ਖੁਸ਼ੀ ਹੋਈ ਕਿ ਮੈਂ ਇੱਕ ਹੋਰ ਚੀਜ਼ ਸਿੱਖ ਲਈ ਆਪਣੀ ਮਾਂ ਕੋਲੋਂ। ਲੇਕਿਨ ਜਿਹੜੀ ਗੱਲ ਸੁਣਾਉਣ ਵਾਲੀ ਹੈ ਉਹ ਇਹ ਹੈ ਕਿ ਮੈਂ ਮਾਂ ਨੂੰ ਆਪਣੀ ਨੂੰ ਪੁੱਛਿਆ, ਮੈਂ ਕਿਹਾ ਮੰਮੀ ਇਹ ਤੇ ਇਤਫਾਕਨ ਮਤਲਬ 40-45 ਸਾਲ ਦੀ ਉਮਰ ਦੀ ਹੋ ਕੇ ਤੇ ਮੈਨੂੰ ਅੱਜ ਇਸ ਗੱਲ ਦਾ ਪਤਾ ਲੱਗਾ ਹੈ, ਤੁਹਾਨੂੰ ਕਿਵੇਂ ਪਤਾ ਲੱਗਾ ਸੀ ਇਸ ਦਾ ਕਿ ਇਹ ਕਿਹੜੀ ਕੀ ਚੀਜ਼ ਹੁੰਦੀ ਹੈ ਤੇ ਅੰਬੀ ਕੀ ਹੁੰਦੀ ਹੈ? ਉਹਨਾਂ ਬੜੀ ਮਜ਼ੇਦਾਰ ਗੱਲ ਕੀਤੀ, ਕਹਿੰਦੇ ਤੂੰ ਸਾਡੀਆਂ ਗਾਲਾਂ ਨਹੀਂ ਨਾ ਖਾਧੀਆਂ, ਅਸੀਂ ਆਪਣੀ ਮਾਂ ਤੋਂ ਖਾਧੀਆਂ ਬਹੁਤ ਨੇ ਗਾਲਾਂ। ਤੇ ਮੈਂ ਕਿਹਾ ਕੀ ਮਤਲਬ? ਹਟ ਜਾ ਨੀ ਫਲਾਣੀਏ ਢਮਕਾਣੀਏ, ਕੇਰੀਆਂ ਖਾਣੀ ਹੈ ਤੇਰਾ ਗੱਲ ਫੜਿਆ ਜਾਏਗਾ, ਜਾਂ ਹਟ ਜਾ ਨੀ ਫਲਾਣੀਏ ਅੰਬੀਆਂ ਚੁੱਪੀ ਜਾਂਦੀ ਹੈ ਤੇਰਾ ਮਤਲਬ ਤੂੰ ਆਪਣੀ ਤਬੀਅਤ ਖਰਾਬ ਕਰ ਲਵੇਂਗੀ। ਤੇ ਉਹ ਜਿਹੜੇ ਅਸੀਂ ਬਾਹਰ ਨਿਕਲਦੀਆਂ ਸੀਗੀਆਂ ਬੱਚੇ ਛੋਟੇ ਹੁੰਦੇ ਆ, ਤੇ ਅਸੀਂ ਕਦੀ ਅੰਬੀਆਂ ਚੁੱਕ ਲੈਣੀਆਂ, ਕਦੀ ਕੇਰੀਆਂ ਚੁੱਕ ਲੈਣੀਆਂ, ਤੇ ਮਾਵਾਂ ਨੇ ਗਾਲਾਂ ਕੱਢਣੀਆਂ ਫਿਰ ਕਿਆ ਤੂੰ ਹੈ ਕੀ ਕਰਨੀ ਹੈ, ਤੇ ਉਹ ਉੱਥੋਂ ਸਾਨੂੰ ਪਤਾ ਲੱਗਾ ਕਿ ਕਿਹੜੀ ਕੀ ਸ਼ੈ ਹੁੰਦੀ ਹੈ ਤੇ ਅੰਬੀ ਕੀ ਸ਼ੈ ਹੁੰਦੀ ਹੈ। ਇਹ ਜਿਹੜੀਆਂ ਮਾਵਾਂ ਦੀਆਂ ਗਾਲਾਂ ਵੀ ਹੁੰਦੀਆਂ ਨੇ, ਜਾਂ ਉਹਨਾਂ ਦੇ ਜਿਹੜੇ ਕੋਸਨੇ ਵੀ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਮਾੜੀਆਂ ਮਾੜੀਆਂ ਨਮਾਣੀਆਂ ਜੀਆਂ ਬਦਦੁਆਵਾਂ ਵੀ ਹੁੰਦੀਆਂ ਨੇ, ਇਹ ਵੀ ਆਪਣੇ ਅੰਦਰ ਜ਼ਬਾਨ ਦਾ ਬੜਾ ਐਸੈਂਸ ਲੈ ਕੇ ਬੈਠੀਆਂ ਹੁੰਦੀਆਂ ਨੇ। ਅਸੀਂ ਹੁਣ ਉਸ ਐਸੈਂਸ ਤੋਂ ਇਸ ਵਾਸਤੇ ਦੂਰ ਹੈਗੇ, ਉਸ ਇੱਤਰ ਤੋਂ ਇਸ ਵਾਸਤੇ ਦੂਰ ਹੋ ਗਏ ਕਿ ਹੁਣ ਨਾ ਅਸੀਂ ਅੰਗਰੇਜ਼ੀ 'ਚ, ਨਾ ਅਸੀਂ ਪੰਜਾਬੀ 'ਚ ਗਾਲਾਂ ਖਾਂਦੇ, ਨਾ ਅਸੀਂ ਬਦਦੁਆਵਾਂ ਪੰਜਾਬੀ 'ਚ ਲੈਂਦੇ, ਨਾ ਅਸੀਂ ਦੁਆਵਾਂ ਪੰਜਾਬੀ 'ਚ ਲੈਂਦੇ। ਅਸੀਂ ਜੋ ਕੁਝ ਵੀ ਸਹੀ ਕਰਨੇ ਕਿਸੇ ਹੋਰ ਹੀ ਜ਼ੁਬਾਨ 'ਚ ਕਰਦੇ ਹਾਂ। ਇਹ ਤੇ ਇੱਕ ਜੀ ਛੋਟਾ ਜਿਹਾ ਵਾਕਿਆ ਮੈਂ ਸ਼ੇਅਰ ਕਰਨਾ ਚਾਹ ਰਹੀ ਸੀ। ਦੂਜਾ ਜਿਹੜੀ ਗੱਲ ਮੈਂ ਥੋੜੀ ਜਿਹੀ ਲੈ ਕੇ ਚੱਲਣਾ ਚਾਹ ਰਹੀ ਹਾਂ, ਦੇਖੋ ਜੀ ਇਹ ਗੱਲ ਕੋਈ ਬਹੁਤ ਸਿੱਧੀ ਜਿਹੀ ਨਹੀਂ ਹੈ ਕਿ ਅਸੀਂ ਬਹੁਤ 4-5 ਜਿਹੜੇ ਫਾਰਮੂਲਾ ਟਾਈਪ ਗੱਲਾਂ ਕਰ ਲਈਏ ਕਿ ਜਨਾਬ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ, ਉਰਦੂ ਇਹ ਇਸ ਤਰ੍ਹਾਂ ਨਹੀਂ ਹੋਏਗਾ। ਜੀ ਅੱਜ ਅਗਰ ਫਰਜ਼ ਕਰ ਲਓ ਕਿ ਅਸੀਂ ਮਤਲਬ ਇੱਕ ਤੇ ਉਹ ਵੀ ਸਵਾਲ ਉੱਠ ਜਾਂਦਾ ਹੈਗਾ ਕਿ ਪੰਜਾਬੀ ਕਾਇਦਾ ਕੋਈ ਹੈਗਾ ਵੀ ਸੀ ਜਿਹੜਾ ਜਲਾਇਆ ਗਿਆ ਜਾਂ ਨਹੀਂ। ਪਿਛਲੇ ਸਾਲ ਮੈਨੂੰ ਯਾਦ ਹੈ ਕਿ ਕੈਨੇਡਾ ਦੇ ਵਿੱਚ ਚੱਠਾ ਸਾਹਿਬ, ਅਜਾਇਬ ਸਿੰਘ ਚੱਠਾ ਸਾਹਿਬ ਨੇ ਇਸ ਤਰ੍ਹਾਂ ਦਾ ਗੁਰਮੁਖੀ ਦਾ ਕਾਇਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜਾ ਉਹ ਮੰਨਿਆ ਜਾਂਦਾ ਹੈ ਰਣਜੀਤ ਸਿੰਘ ਦੇ ਦੌਰ ਦਾ। ਜੀ ਜੀ ਉਹਦੇ ਤੇ ਅਸੀਂ ਇੱਕ ਕਾਨਫਰੰਸ ਕੀਤੀ ਸੀ, ਕੀ ਨਾਂ ਉਸ ਕਾਇਦੇ ਦਾ, ਨੂਰਾਨੀ ਕਾਇਦਾ, ਮੇਰੇ ਸਕਿਪ ਹੋ ਰਿਹਾ ਜਿਹਨੇ ਚੋਂ, ਤੇ ਬਾਹਰ ਉਹਦੇ ਤੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ ਗੱਲਬਾਤ। ਤੇ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ, ਮੈਂ ਹੁਣ ਵੀ ਇਹੀ ਗੱਲ ਕਹਿਣੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਕੋਈ ਏਡੀਆਂ ਸਿੱਧੀਆਂ ਟੁਰਨ ਵਾਲੀਆਂ ਨਹੀਂ ਹੈਗੀਆਂ। ਜਿੰਨੀ ਦੇਰ ਤੱਕ ਕਿਸੇ ਵੀ ਜ਼ਬਾਨ ਦੇ ਨਾਲ ਉਹਦੀ ਬੋਲੀ ਦੇ ਵਿੱਚ ਦੋ ਚੀਜ਼ਾਂ ਨਹੀਂ ਹੁੰਦੀਆਂ, ਇੱਕ ਚੀਜ਼ ਇਹ ਕਿ ਉਹਦੇ ਵਿੱਚ ਗੱਲ ਕਰਨ ਵਾਲੇ ਦੀ, ਉਹਦੇ ਵਿੱਚ ਲਿਖਣ ਪੜ੍ਹਨ ਵਾਲੇ ਦੀ, ਉਹਦੇ ਨਾਲ ਜੁੜਨ ਵਾਲੇ ਦੀ ਮੁਆਸ਼ੀ ਤਰੱਕੀ ਨਹੀਂ ਹੁੰਦੀ, ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਉਹਦੇ ਤੋਂ ਮੁਆਸ਼ੀ ਲਿਹਾਜ਼ ਨਾਲ, ਉਦੋਂ ਜੀ ਤੱਕ। ਤੇ ਦੂਸਰੀ ਜਿੰਨੀ ਦੇਰ ਤੱਕ ਉਹਨੂੰ ਖੋਲ ਨਹੀਂ ਦਿੱਤਾ ਜਾਂਦਾ, ਉਨੀ ਦੇਰ ਤੱਕ ਉਹ ਜ਼ੁਬਾਨ ਦੀ ਤਰੱਕੀ ਨਹੀਂ ਹੋ ਸਕਦੀ। ਅੱਜ ਜੇ ਉਰਦੂ ਦੇ ਨਾਲ ਮੇਰਾ ਰੋਜ਼ੀ ਰੋਟੀ ਨਾ ਜੁੜੀ ਹੋਵੇ ਤੇ ਮੈਂ ਕਿਸੇ ਸੂਰਤ ਉਰਦੂ ਨਹੀਂ ਪੜ੍ਹਨੀ। ਮੈਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ, ਮਤਲਬ ਪੰਜਾਬੀ ਤੇ ਛੱਡੋ ਨਾ, ਮੈਂ ਤੇ ਆਪ ਉਰਦੂ ਦੀ ਉਸਤਾਨੀ ਹੋ ਕੇ ਮੈਂ ਉਹਨਾਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਪਾਇਆ, ਤੇ ਮੈਂ ਉਹਨਾਂ ਨੂੰ ਅੰਗਰੇਜ਼ੀ ਪੜ੍ਹਾਈ, ਕਿਉਂ ਮੈਨੂੰ ਪਤਾ ਹੈ ਕਿ ਅੱਗੇ ਚੱਲ ਕੇ ਜੀ ਇਹਨਾਂ ਨੂੰ ਉਰਦੂ ਦੇ ਵਿੱਚ ਰੋਜ਼ੀ ਰੋਟੀ ਲੱਭਣੀ ਔਖੀ ਹੋ ਜਾਣੀ ਹੈ। ਇਹਨਾਂ ਕੋਲੋਂ ਸਹੀ ਸੀਐਸਐਸ ਦਾ ਇਮਤਿਹਾਨ ਪਾਸ ਨਹੀਂ ਹੋਣਾ, ਇਹਨਾਂ ਕੋਲ ਲਾਅ ਦੇ ਵਿੱਚ ਕਿਤੇ ਵੱਡੇ ਫਰਮ ਵਿੱਚ ਜਾ ਕੇ ਨੌਕਰੀ ਨਹੀਂ ਹੋਣੀ, ਇਹਨਾਂ ਕੋਲ ਜੋ ਬਟਰ ਕਰਕੇ ਚਾਰ ਗੱਲਾਂ ਕਰਕੇ ਇੰਜੀਨੀਅਰਿੰਗ ਦੇ ਇੰਟਰਵਿਊ ਦੇ ਵਿੱਚ ਬੋਲਿਆ ਨਹੀਂ ਜਾਣਾ, ਇਹਨਾਂ ਦੇ ਕੋਲ ਕਿਸੇ ਨੇ ਇਹਨਾਂ ਨੂੰ ਨੌਕਰੀ ਨਹੀਂ ਦੇਣੀ, ਜਾਂ ਇਹਨਾਂ ਕੋਲ ਬਿਜ਼ਨਸ ਨਹੀਂ ਜੀ ਹੋਣਾ, ਇਹਨਾਂ ਕੋਲ ਬਾਹਰ ਜਾ ਕੇ ਇਹਨਾਂ ਕੋਲ ਇਮਤਿਹਾਨ ਹੀ ਪਾਸ ਨਹੀਂ ਹੋਣੇ, ਇਹਨਾਂ ਕੋਲ ਆਇਲਟਸ ਹੀ ਪਾਸ ਨਹੀਂ ਹੋਣਾ। ਤੇ ਇਸ ਵਾਸਤੇ ਮੁਆਸ਼ ਰੋਜ਼ੀ ਰੋਟੀ ਜੁੜ ਜਾਂਦੀ ਹੈ ਜਿਸ ਜ਼ਬਾਨ ਦੇ ਨਾਲ ਅਸੀਂ ਚਾਹੀਏ ਜਾਂ ਨਾ ਚਾਹੀਏ, ਉਸ ਜ਼ਬਾਨ ਨੇ ਤਰੱਕੀ ਕਰਨੀ ਹੈ। ਇੱਕ ਗੱਲ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਜੀ ਫਲਾਣੇ ਨੂੰ ਵੇਖੋ, ਜਰਮਨੀ ਨੂੰ ਵੇਖ ਲਓ, ਉਹਨੇ ਆਪਣੀ ਜ਼ਬਾਨ ਵਿੱਚ ਸਾਰੀ ਤਾਲੀਮ ਕੀਤੀ ਹੈ, ਜਾਂ ਮੈਂ ਕਹਿੰਦੀ ਹਾਂ ਤੁਸੀਂ ਈਰਾਨ ਨੂੰ ਵੇਖ ਲਓ, ਕਿਤਾਬ ਬਾਅਦ ਚੋਂ ਆਉਂਦੀ ਹੈ, ਤਰਜਮਾ ਪਹਿਲਾਂ ਹੋਇਆ ਹੁੰਦਾ ਇਹਦਾ। ਅਸੀਂ ਤੇ ਪਤਾ ਨਹੀਂ ਕਿਹੜੇ ਚੂਚੂ ਦੇ ਮੁਰੱਬੇ 'ਚ ਪੈ ਗਏ। ਤੁਸੀਂ ਇਹ ਵੇਖੋ ਕਿ ਅਸੀਂ ਟੈਲੀਵਿਜ਼ਨ ਕਰਦੇ ਰਹਿੰਦੇ ਹਾਂ, ਅਸੀਂ ਸੈਲਫੋਨ ਕਰਦੇ ਰਹਿੰਦੇ ਹਾਂ। ਟੈਲੀਵਿਜ਼ਨ ਦਾ ਇੰਨਾ ਸ਼ਾਨਦਾਰ ਤਰਜਮਾ ਦੂਰਦਰਸ਼ਨ ਦੇ ਨਾਂ ਤੋਂ ਹਿੰਦੀ ਦੇ ਵਿੱਚ ਹੋ ਗਿਆ, ਅਸੀਂ ਉਹਨੂੰ ਨਹੀਂ ਅਪਣਾਇਆ। ਅਸੀਂ ਤੇ ਹਿੰਦੀ ਨੂੰ ਉਂਝ ਹੀ ਤਲਾਕ ਦੇ ਛੱਡੀਏ ਨਾ, ਉਹ ਤੇ ਸਾਡੀ ਸੌਤਨ ਸੀ,
ਉਹਨੂੰ ਅਸੀਂ ਕੱਢ ਦਿੱਤਾ। ਅਸੀਂ ਸੈਲਫੋਨ ਕਹਿੰਦੇ ਆ, ਈਰਾਨੀ ਉਹਨੂੰ ਟੈਲੀਫੋਨ ਹਮਰਾਹ ਕਹਿੰਦੇ ਨੇ। ਕਿਹੜਾ ਸੋਹਣਾ ਉਹਦਾ ਤਰਜਮਾ ਹੈਗਾ, ਬਿਲਕੁਲ ਸਹੀ, ਬਿਲਕੁਲ ਐਗਜ਼ੈਕਟਲੀ ਦੱਸਦਾ ਹੈਗਾ ਕਿਹੜੀ ਗੱਲ ਹੈ। ਥੋੜੀ ਦੇਰ ਕੁਝ ਦਿਨ ਪਹਿਲਾਂ ਜਿਹੜਾ ਤੁਹਾਡੇ ਨਾਲ ਵੀ ਇੱਕ ਗੱਲ ਹੋ ਰਹੀ ਸੀ ਕਿ ਐਨਗਮੈਟਾ ਪਰਸਨੈਲਿਟੀ ਨੂੰ ਅਸੀਂ ਕੀ ਕਵਾਂਗੇ, ਤੇ ਉਹ ਇਹ ਗੱਲਾਂ ਉਹ ਨੇ ਜਿਹੜੀਆਂ ਅਸੀਂ ਨਹੀਂ ਕਰਦੇ ਆਪਣੀ ਜ਼ੁਬਾਨ ਵਾਸਤੇ। ਇਹ ਜਦੋਂ ਤੱਕ ਨਹੀਂ ਹੋਣਗੀਆਂ, ਇਹ ਅਸੀਂ ਉਹਨੂੰ ਰੋਜ਼ੀ ਨਾਲ ਨਹੀਂ ਜੋੜਾਂਗੇ। ਔਰ ਦੂਸਰੀ ਗੱਲ ਕਿ ਜਿੰਨੀ ਦੇਰ ਅਸੀਂ ਉਹਨੂੰ ਖੋਲ ਨਹੀਂ ਦਾਂਗੇ, ਅਸੀਂ ਉਰਦੂ ਨੂੰ ਲੈ ਕੇ ਬੈਠੇ ਰਹੀਏ, ਗਾਲਿਬ ਜਾਂ ਗਾਲਿਬ ਵੀ ਬਹੁਤੀ ਕਾਫੀ ਮਾਡਰਨ ਉਰਦੂ ਹੁੰਦੀ ਜਾ ਰਹੀ ਸੀ, ਲੇਕਿਨ ਅਸੀਂ ਵਲੀ ਦੱਖਣੀ ਦੀ ਉਰਦੂ ਲੈ ਕੇ ਬੈਠੇ ਰਹੀਏ। ਫਰਜ਼ ਕਰ ਲਓ ਸਾਡਾ ਬੱਚਾ ਬਿਲਕੁਲ ਨਹੀਂ ਪੜ੍ਹੇਗਾ, ਉਹ ਅੱਗੇ ਹੀ ਨਹੀਂ ਪੜ੍ਹਦਾ, ਬਿਲਕੁਲ ਨਹੀਂ ਪੜ੍ਹੇਗਾ ਜਿੰਨੀ ਦੇਰ ਤੱਕ ਅਸੀਂ ਉਹਨੂੰ ਇਜਾਜ਼ਤ ਨਹੀਂ ਦੇਵਾਂਗੇ ਕਿ ਜਿਹੜੀ ਜ਼ੁਬਾਨ ਤੈਨੂੰ ਆਂਦੀ ਹੈ ਨਾ ਪੁੱਤ, ਤੂੰ ਉਹਦੇ ਲਫ਼ਜ਼ ਵੀ ਤੂੰ ਇਸ ਜ਼ੁਬਾਨ ਵਿੱਚ ਬੋਲ ਲਿਆ ਕਰ। ਤੂੰ ਅੰਗਰੇਜ਼ੀ ਤੈਨੂੰ ਆਂਦੀ, ਤੂੰ ਅੰਗਰੇਜ਼ੀ ਦੀ ਵੀ ਬੋਲ ਲਿਆ ਕਰ। ਤੈਨੂੰ ਹਿੰਦੀ ਆਂਦੀ, ਤੂੰ ਹਿੰਦੀ ਦੇ ਵੀ ਬੋਲ ਲਿਆ ਕਰ। ਉਨੀ ਦੇਰ ਤੱਕ ਅਸੀਂ ਆਪਣੀ ਜ਼ੁਬਾਨ ਨੂੰ ਉਹਦਾ ਦਾਮਨ ਵਸੀਲ ਨਹੀਂ ਕਰ ਸਕਾਂਗੇ। ਜ਼ੁਬਾਨਾਂ ਉਦੋਂ ਹੀ ਜ਼ਿੰਦਾ ਰਹਿੰਦੀਆਂ ਨੇ ਜਦੋਂ ਉਹਨਾਂ 'ਚ ਇਲਮ ਆਂਦਾ ਹੈ, ਤਰੱਕੀ ਆਂਦੀ ਹੈ। ਜਦੋਂ ਇਹ ਚੀਜ਼ਾਂ ਅਸੀਂ ਆਪ ਕਰਨ ਲੱਗ ਪਾਂਗੇ ਨਾ, ਤੇ ਫਿਰ ਸਾਡੇ ਵੱਡੇ ਵੀ ਜਿਹੜੇ ਨੇ ਉਹ ਖੁਦ ਬਖੁਦ ਮੁਤਾਸਰ ਹੋਣਗੇ, ਕਿਉਂਕਿ ਸਿਵਲਾਈजेशन ਦੀ ਇੱਕ ਬੇਸ, ਇੱਕ ਬੜਾ ਜ਼ਰੂਰੀ ਕੰਪੋਨੈਂਟ ਜ਼ਬਾਨ ਹੈ। ਉਹ ਹਮੇਸ਼ਾ ਐਲੀਟ ਤੋਂ ਚੱਲਦਾ ਹੈ, ਚਾਹੇ ਉਹ ਇੰਟੈਲੈਕਚੁਅਲ ਐਲੀਟ ਹੋਵੇ, ਚਾਹੇ ਉਹ ਕੋਈ ਪੋਲੀਟੀਕਲ ਐਲੀਟ ਹੋਵੇ, ਚਾਹੇ ਉਹ ਮੁਆਸ਼ੀ ਐਲੀਟ ਹੋਵੇ, ਉਹ ਐਲੀਟ ਤੋਂ ਚੱਲਦਾ ਹੈ। ਜੇ ਅੱਜ ਅਸੀਂ ਆਪ ਤੁਰ ਪਵਾਂਗੇ ਤੇ ਅੱਜ ਤੋਂ ਦੇਖੋ ਜੀ, ਇੱਕ ਦਿਨ ਤੇ ਹੋਇਆ ਨਹੀਂ ਨਾ, ਇਹਦੇ ਵਿੱਚ ਵੀ 150 ਸਾਲ ਤੋਂ ਜ਼ਿਆਦਾ ਟਾਈਮ ਲੱਗ ਗਿਆ ਨਾ ਕਿ ਅੱਜ ਸਾਡੀ ਪਿੰਡ ਦੀ ਧੀ ਜਿਹੜੀ ਹੈ ਉਹ ਪੰਜਾਬੀ ਨਹੀਂ ਬੋਲਦੀ ਆਪਣੇ ਬੱਚੇ ਦੇ ਨਾਲ, ਤੇ ਇੱਕ ਦਿਨ ਵੀ ਠੀਕ ਵੀ ਨਹੀਂ ਹੋਣਾ। ਇਹ ਘੱਟ, ਇਹ ਬੜੀ ਵੱਡੀ ਗੱਲ ਹੈਗੀ ਹੈ। ਮੈਂ ਗੱਲ ਕਰ ਰਹੀ ਸੀ ਆਖਰੀ ਇਸ ਬਾਰੇ ਵਿੱਚ ਗੱਲ ਕਰਾਂਗੀ। ਦੇਖੋ ਜੀ, ਗੱਲ ਇਹ ਹੈ ਕਿ ਅਸੀਂ ਗੱਲ ਕਰਨੀ ਜੀ, ਫਰਾਂਸ ਦੇ ਵਿੱਚ ਆਪਣੀ ਜ਼ੁਬਾਨ ਹੈਗੀ ਹੈ, ਚਾਈਨਾ ਦੇ ਵਿੱਚ ਆਪਣੀ ਜ਼ੁਬਾਨ ਹੈਗੀ ਹੈ, ਜਰਮਨੀ ਚ ਆਪਣੀ ਜ਼ੁਬਾਨ ਹੈ, ਤੇ ਭਾਈਜਾਨ ਉਹਨਾਂ ਜ਼ੁਬਾਨਾਂ ਚ ਇਲਮ ਵੀ ਤੇ ਹੈ ਨਾ, ਉਹਨਾਂ ਹੀ ਇਲਮ ਉਹਨਾਂ ਜ਼ੁਬਾਨਾਂ ਦੇ ਵਿੱਚ ਮੌਜੂਦ ਵੀ ਤੇ ਹੈ ਨਾ। ਤੇ ਤੁਸੀਂ ਆਪਣੀ ਜ਼ੁਬਾਨ ਦਾ ਕੀ ਕੀਤਾ? ਤੁਸੀਂ ਇਹ ਲਾਹੌਰ ਦੇ ਵਿੱਚ ਤੁਸੀਂ ਨਿਕਲ ਕੇ ਵੇਖ ਲਓ ਰਿੰਗ ਰੋਡ ਦੇ ਉੱਤੇ, ਉਹ 에ਅਰਪੋਰਟ ਦਾ ਜਦੋਂ ਆਂਦਾ ਹੈਗਾ ਇੰਟਰਚੇਂਜ, ਤੁਸੀਂ ਉੱਤੇ 에ਅਰਪੋਰਟ ਲਿਖਿਆ ਹੋਇਆ ਹੈ ਉਰਦੂ ਦੇ ਵਿੱਚ, ਹਵਾਈ ਅੱਡਾ ਤੇ ਤੁਸੀਂ ਲਿਖਿਆ ਨਹੀਂ ਉਹਦੇ ਤੇ। ਔਰ ਕਿਸੇ ਨੇ ਕਦੀ ਨੋਟਿਸ ਵੀ ਨਹੀਂ ਕੀਤਾ ਕਿ ਇਹ ਸਿੱਧੀ ਸਿੱਧੀ ਹਵਾਈ ਜਹਾਜ਼, ਹਵਾਈ ਅੱਡਾ ਸਾਡੀਆਂ ਆਪਣੀਆਂ ਜ਼ਬਾਨ ਉਰਦੂ ਦੇ ਵਿੱਚ ਮੌਜੂਦ ਸੀ, ਉਹਦੇ ਅਸੀਂ ਕੀਤਾ ਨਹੀਂ। ਮਤਲਬ ਥ੍ਰੈਟ ਕੋਈ ਨਹੀਂ ਹੈ ਸਾਨੂੰ ਕਿਸੇ ਜ਼ਬਾਨ ਤੋਂ, ਸਾਨੂੰ ਆਪਣੇ ਆਪ ਤੋਂ ਆਪ ਥ੍ਰੈਟ ਹੈ। ਇਹ ਗੱਲਾਂ ਨੇ ਕਿ ਇਲਮ ਆਪਣਾ ਪੂਰਾ ਵਧਾਓ ਤੇ ਫਿਰ ਸਾਰਾ ਕੁਝ ਠੀਕ ਹੈ। ਨਹੀਂ, ਲੇਕਿਨ ਮੇਰਾ ਜਿਹੜਾ ਬੁਨਿਆਦੀ ਸਵਾਲ ਕੰਸਰਨ ਨੇ ਉਹ ਇਹ ਵੇ ਕਿ ਅਸੀਂ ਇਹ ਜਿਹੜਾ ਕੰਪਲੈਕਸ ਹੈ ਇਹਨੂੰ ਕਿਵੇਂ ਦੂਰ ਕਰੀਏ। ਉਹ ਤਾਂ ਮੈਨੂੰ ਪਤਾ ਹੈ ਕਿ ਉਰਦੂ ਬਾਜ਼ਾਰ ਜਿਹੜੇ ਨੇ ਉਹ 10-10 ਕਿਲੋਮੀਟਰ 15 ਕਿਲੋਮੀਟਰ ਲੰਬੇ ਉਰਦੂ ਬਾਜ਼ਾਰ ਨੇ, ਔਰ ਪੰਜਾਬੀ ਸੇਠ ਦਾ ਕਾਰੋਬਾਰ ਉਹਦੇ ਨਾਲ ਜੁੜਿਆ ਹੈ, ਔਰ ਉਹ ਬਾਈ ਡਿਜ਼ਾਈਨ ਇਹ ਸਾਰਾ ਕੀਤਾ ਗਿਆ। ਲਾਹੌਰ 'ਚ ਵੀ ਇੰਜੇ, ਪਸ਼ਾਵਰ 'ਚ ਵੀ ਇੰਜੇ, ਜਿਸ ਵੱਡੇ ਸ਼ਹਿਰ 'ਚ ਜਾਓਗੇ ਉੱਥੇ ਕਈ ਕਈ ਕਿਲੋਮੀਟਰ ਲੰਬੇ ਉਰਦੂ ਬਾਜ਼ਾਰ ਨੇ। ਲੇਕਿਨ ਇਹ ਦੋ ਚੀਜ਼ਾਂ ਵੱਖੋ ਵੱਖ ਨੇ। ਇੱਕ ਤਾਂ ਇਹ ਵੇ ਕਿ ਪੰਜਾਬੀ ਪੜ੍ਹਾਉਣੀ ਕਿੰਝ, ਦੂਜੀ ਗੱਲ ਇਹ ਵੇ ਕਿ ਪੰਜਾਬੀ ਨੂੰ ਕੰਪਲੈਕਸ 'ਚੋਂ ਕਿਵੇਂ ਕੱਢਣਾ ਹੈ ਲੋਕਾਂ ਨੂੰ, ਕਿ ਲੁਕਾਈ ਨੂੰ ਜਿਹੜੀ ਸਮਝਦੀ ਹੈ ਕਿ ਪਤਾ ਨਹੀਂ ਪੰਜਾਬੀ ਬੋਲੀ ਤੇ ਮੈਨੂੰ ਸਮਝਣਗੇ ਕਿ ਇਹ ਕੋਈ ਨਾਖੁਆਂਦਾ ਬੰਦਾ ਹੈ, ਅਨਪੜ੍ਹ ਜਾਹਿਲ ਗਵਾਰ ਬੰਦਾ ਹੈ। ਹਾਂ ਉਹ ਮਾਵਾਂ ਜਿਹੜੀਆਂ ਨਾ ਉਸ ਪ੍ਰੈਸ਼ਰ ਦੇ ਵਿੱਚ ਨੇ, ਉਹਨਾਂ ਵਿਚਾਰੀਆਂ ਦਾ ਕਸੂਰ ਕੋਈ ਨਹੀਂ। ਉਹ ਕਿਸੇ ਨਾ ਕਿਸੇ ਤਰੀਕੇ ਜਾਂ ਰਿਆਸਤ ਨੇ ਉਹਨਾਂ ਨੂੰ ਇੰਜ ਦਾ ਤਸੱਵਰ ਪੇਸ਼ ਕਰ ਦਿੱਤਾ ਹੈ। ਜਾਂ ਇਹ ਜਿਹੜਾ ਮਾਮਲਾ ਹੈ ਨਾ, ਇਹ ਮਾਮਲਾ ਅੱਜ ਦਾ ਨਹੀਂ ਹੈ। ਮਤਲਬ ਮੈਂ ਫਿਰ ਉਹੀ ਗੱਲ ਕਰਾਂਗੀ ਕਿ ਜਿਹੜੀ ਮੇਰੀ ਜਨਰੇਸ਼ਨ ਹੈ, ਸਾਡੇ ਮਾਪਿਓ ਨੇ ਸਾਡੇ ਨਾਲ ਉਰਦੂ ਬੋਲਣੀ ਸ਼ੁਰੂ ਕੀਤੀ, ਸਾਡੀਆਂ ਦਾਦੀਆਂ ਨਾਨੀਆਂ ਸਾਡੇ ਨਾਲ ਪੰਜਾਬੀ ਬੋਲਦੀਆਂ ਸਨ, ਤੇ ਖੈਰ ਮੇਰੇ ਘਰ ਦੇ ਵਿੱਚ ਤਾਂ ਖੈਰ ਪੰਜਾਬੀ ਹੀ ਬੋਲੀ ਜਾਂਦੀ ਸੀ, ਹਜੇ ਵੀ ਅਸੀਂ ਆਪਣੇ ਘਰ ਦੇ ਵਿੱਚ ਪੰਜਾਬੀ ਬੋਲਦੇ ਹਾਂ। ਲੇਕਿਨ ਮੇਰੇ ਇਰਦ ਗਿਰਦ ਜਿਹੜੇ ਲੋਕ ਸਨ ਉਹਨਾਂ ਨੇ ਉਰਦੂ ਬੋਲਣੀ ਸ਼ੁਰੂ ਕੀਤੀ ਆਪਣੇ ਬੱਚਿਆਂ ਦੇ ਨਾਲ। ਯਾਨੀ ਇਹਨੂੰ ਕਮ ਅਜ਼ ਕਮ ਤੁਸੀਂ ਲਾ ਲਓ ਕਿ 40-50 ਸਾਲ ਦਾ ਇੱਕ ਟਾਈਮ ਲੰਘ ਚੁੱਕਿਆ ਹੈ ਇਸ ਹੱਦ ਤੱਕ ਪਹੁੰਚਦਿਆਂ। ਹੁਣ ਇਸ 40-50 ਦੇ ਟਾਈਮ ਦਾ ਜਿਹੜਾ ਲੰਘ ਗਿਆ, ਇਹਨੂੰ ਰਿਵਰਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਜਦੋਂ ਚੀਜ਼ਾਂ ਸ਼ੁਰੂ ਵਿੱਚ ਫੈਲ ਰਹੀਆਂ ਹੁੰਦੀਆਂ ਨਾ, ਉਦੋਂ ਤੁਸੀਂ ਫਿਰ ਵੀ ਫੜ ਲੈਂਦੇ ਹੋ। ਹੁਣ ਕੀ ਹੈ ਕਿ ਉਹ ਜਿਵੇਂ ਉਹਨਾਂ ਨੇ ਕਿਹਾ ਕਿ ਕਿਹਾ ਸੀ ਸਰੋਜਨੀ ਨਾਇਡੂ ਨੇ ਕਿ ਕਾਂਗਰਸ ਨੂੰ, ਇਸ ਬਾਬਾ ਜੀ ਨੂੰ ਗਰੀਬ ਰੱਖਣ ਵਿੱਚ ਬਹੁਤ ਪੈਸਾ ਖਰਚ ਕਰਨਾ ਪੈਂਦਾ ਹੈ ਗਾਂਧੀ ਜੀ ਦੇ ਬਾਰੇ ਚ। ਤੇ ਇਸੇ ਤਰ੍ਹਾਂ ਹੁਣ ਸਾਨੂੰ ਵਾਪਸ ਪੰਜਾਬੀ ਚ ਜਾਣ ਵਾਸਤੇ ਬਹੁਤ ਜ਼ਿਆਦਾ ਐਫਰਟ ਕਰਨੀ ਪੈਣੀ ਹੈ। ਜਿਵੇਂ ਹੁਣ ਅਸੀਂ ਚੀਨੀ ਛੱਡ ਕੇ ਸ਼ੱਕਰ ਨੂੰ ਟੁਰ ਪਏ ਆ ਨਾ, ਕਿ ਵੀ ਇਹ ਤੇ ਬਹੁਤ ਹੀ, ਲੇਕਿਨ ਉਹ ਸ਼ੱਕਰ ਸਾਨੂੰ ਮਹਿੰਗੀ ਪੈ ਜਾਂਦੀ, ਉਹ ਲੱਭਦੀ ਨਹੀਂ ਸਾਨੂੰ। ਚੀਨੀ ਫਿਰ ਵੀ ਲੈਣ ਵਿੱਚ ਲੱਗ ਕੇ ਲੱਭ ਜਾਂਦੀ, ਸ਼ੱਕਰ ਸਾਨੂੰ ਬਿਲਕੁਲ ਨਹੀਂ ਲੱਭਦੀ, ਤੇ ਲੱਭਦੀ ਵੀ ਕਾਸਟਿਕ ਸੋਡੇ ਵਾਲੀ ਲੱਭਦੀ। ਐਗਜ਼ੈਕਟਲੀ ਇਹੀ ਕੰਮ ਜ਼ਬਾਨ ਦੇ ਨਾਲ ਹੋਇਆ। ਕਰਨਾ ਇਹ ਪਏਗਾ, ਮੇਰਾ ਖਿਆਲ ਹੈ ਕਰਨਾ ਇਹ ਪਏਗਾ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ, ਇਸੇ ਤਰ੍ਹਾਂ ਪ੍ਰੋਪਰਲੀ
ਖੁੱਲੇ ਦਿਲ ਨਾਲ ਲੜ ਕੇ ਕੰਮ ਨਹੀਂ ਹੋਣਾ। ਕਿਉਂਕਿ ਜਦੋਂ ਹੁਣ ਤੁਹਾਡੇ ਵਰਗੇ ਸਾਡੇ ਵਰਗੇ ਲੋਕ ਬੋਲਦੇ ਨੇ ਨਾ, ਜਿਹੜੇ ਕਿਸੇ ਥਾਂ ਦੇ ਉੱਤੇ ਬਹਿ ਗਏ ਨੇ, ਅਸੀਂ ਤਾਂ ਚਲੋ ਫਿਰ ਵੀ ਘੱਟ ਹੀ ਬੈਠੇ ਹਾਂ, ਕਿਸੇ ਦੇ ਵੱਡੇ ਜਿਹੜੇ ਬਹਿ ਗਏ ਨੇ ਕਿਤੇ, ਉਹ ਜਦੋਂ ਬੋਲਦੇ ਨੇ ਤਾਂ ਸਮਝਿਆ ਜਾਂਦਾ ਫੈਸ਼ਨ ਹੈ। ਠੀਕ ਹੈ, ਇਹ ਹੁਣ ਫੈਸ਼ਨ ਕਰਦੇ ਪਏ ਨੇ, ਇਹ ਤੇ ਬਸ ਹੁਣ ਦੇਖੋ ਨਾ ਜੀ, ਇਹ ਤੇ ਇਦਾਂ ਹੀ ਚੱਲਦਾ ਹੈ। ਇਸ ਮਾਈਂਡਸੈਟ ਨੂੰ ਖਤਮ ਕਰਨ ਵਾਸਤੇ ਹਰ ਸੱਤਾ ਦੇ ਉੱਤੇ ਇਸ ਚੀਜ਼ ਨੂੰ ਪ੍ਰਮੋਟ ਕਰਨਾ ਪਏਗਾ, ਗੱਲ ਕਰਨੀ ਪਏਗੀ। ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਵਿੱਚ ਮੁਆਸ਼ੀ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਜੇ ਸਾਡੀ ਮਾਂ ਨੂੰ ਇਹ ਪਤਾ ਹੋਏਗਾ ਕਿ ਮੇਰੀ ਧੀ ਪੰਜਾਬੀ ਬੋਲਦੀ ਹੈ ਪਰ ਇਸ ਤੋਂ ਬਾਵਜੂਦ ਉਹ ਅਫਸਰ ਲੱਗ ਸਕਦੀ ਹੈ, ਜਾਂ ਮੇਰਾ ਪੁੱਤਰ ਪੰਜਾਬੀ ਬੋਲ ਕੇ ਵੀ ਅਫਸਰ ਲੱਗ ਸਕਦਾ ਹੈ, ਤਾਂ ਉਹਨੂੰ ਕੋਈ ਸ਼ਰਮ ਨਹੀਂ ਆਵੇਗੀ। ਇਹ ਅਨਕੌਂਸ਼ੀਅਸਲੀ ਹੋਏਗਾ। ਉਹ ਸੀਐਸਐਸ ਦੇ ਪਰਚਿਆਂ 'ਚ ਪੰਜਾਬੀ ਮਜ਼ਮੂਨ ਹੁੰਦਾ ਹੈ, ਔਰ ਉਹ ਇੱਕ ਬੱਚੀ ਆਈ ਹੈ ਸਾਡੀ ਪੰਜਾਬੀ, ਉਹਨੇ ਸੀਐਸਐਸ ਕਲੀਅਰ ਕੀਤਾ 3rd ਪੋਜੀਸ਼ਨ ਲਈ, ਉਹਨੇ ਪੰਜਾਬੀ ਸਬਜੈਕਟ ਰੱਖਿਆ ਸੀ। ਹਾਂ ਬਿਲਕੁਲ, ਤੁਹਾਡੇ ਪੰਜਾਬੀ ਵਾਲਿਆਂ ਨੂੰ ਵੇਖ ਕੇ ਅਸੀਂ ਵੀ ਉਰਦੂ ਵਾਲਿਆਂ ਨੂੰ ਕਿਹਾ ਕਿ ਤੁਸੀਂ ਕੋਈ ਖੁਦਾ ਦਾ ਖੌਫ ਕਰ ਲਓ, ਤੁਸੀਂ ਉਹ ਪੰਜਾਬੀ ਦੇ ਤੁਹਾਨੂੰ ਵੀ ਅਸੀਂ ਤੇ ਸਾਨੂੰ ਤੇ ਆਪਣੀ ਰੋਜ਼ੀ ਰੋਟੀ ਦੀ ਫਿਕਰ ਪੈ ਗਈ ਨਾ। ਅਸੀਂ ਇੱਥੇ ਬੱਚਿਆਂ ਦੇ ਸੀਐਸਐਸ ਦੇ ਅੰਗਰੇਜ਼ੀ ਦੇ ਐਸੇ ਠੀਕ ਰੱਖ ਨਹੀਂ ਥੱਕਦੇ ਹੈਗੇ, ਸਭ ਤੋਂ ਬਹੁਤ ਪਹਿਲੀ ਅੰਗਰੇਜ਼ੀ ਵਿੱਚ ਹੁੰਦੇ ਨੇ। ਹਾਂ ਨਹੀਂ, ਇਹ ਗੱਲ ਠੀਕ ਹੈ। ਔਰ ਬੱਚੇ ਜਿਹੜੇ ਪੜ੍ਹਦੇ ਪਏ ਨੇ ਸਾਡੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਵੀ ਇਹ ਗੱਲਾਂ, ਮੇਰਾ ਖਿਆਲ ਹੈ ਕਿ ਅਸੀਂ ਜਦੋਂ ਖੁਦ ਸ਼ੁਰੂ ਕਰ ਦਿੱਤਾ ਸਾਰਾ ਠੀਕ ਹੋ ਜਾਏਗਾ। ਦੇਖੋ ਨਾ, ਸਿੰਧ ਤੁਸੀਂ ਚਲੇ ਜਾਓ, ਤੁਹਾਨੂੰ ਸਿੰਧੀ ਬੋਲਦੇ ਹੋਏ ਲੋਕ ਬਹੁਤ ਜ਼ਿਆਦਾ ਨਜ਼ਰ ਆਣਗੇ। ਤੁਹਾਨੂੰ ਬਲੋਚੀ ਉਧਰ ਚਲੇ ਜਾਓ, ਬਲੋਚਿਸਤਾਨ ਬਲੋਚੀ ਬੋਲਦੇ ਹੋਏ ਲੋਕ, ਪਿਸ਼ਾਵਰ ਚਲੇ ਜਾਓ, ਤੁਹਾਨੂੰ ਪਸ਼ਤੋ ਬੋਲਦੇ ਹੋਏ ਲੋਕ ਨਜ਼ਰ ਆਣਗੇ। ਇੱਥੇ ਸਾਨੂੰ ਜ਼ਿਆਦਾ ਮੁਸੀਬਤ ਪੈਂਦੀ ਹੈ। ਸਿੰਧ ਤੇ ਮੈਂ ਪਰਸਨਲੀ ਵਿਜ਼ਿਟ ਕੀਤਾ ਹੈ, ਓਨੈਸਟਲੀ ਉਹ ਤਾਂ ਇੰਸਪੀਰੇਸ਼ਨਲ ਹੈ, ਉੱਥੋਂ ਦਾ ਨੈਸ਼ਨਲਿਜ਼ਮ। ਮੈਂ ਤਾਂ ਬਹੁਤ ਮੁਤਾਸਰ ਹਾਂ, ਸੱਚੀ ਗੱਲ ਉਹਦੇ ਤੋਂ। ਮੈਂ ਮੁਰਾਦ ਅਲੀ ਸ਼ਾਹ ਦੀ ਸਿਸਟਰ ਜਿਹੜੀ ਹੈ ਸਬੀਨ ਸ਼ਾਹ, ਉਹ ਸਾਡੀ ਵੀ ਭੈਣ ਹੈ, ਅਤੇ ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ। ਉਹਨਾਂ ਬਹੁਤ ਬੜਾ ਵਾਰਮ ਵੈਲਕਮ, ਬੜੀ ਮਹਿਮਾਨ ਨਵਾਜ਼ੀ ਵੀ। ਔਰ ਮੈਂ ਉਹਨਾਂ ਨੂੰ ਦੇਖਿਆ ਕਿ ਉਹ ਅਮਰੀਕਾ ਤੋਂ ਪੜ੍ਹ ਕੇ ਆਏ ਨੇ, ਔਰ ਉਹਨਾਂ ਨੂੰ ਬਹੁਤ ਮਤਲਬ ਵੱਡੇ ਪੈਕੇਜ ਵਾਲੀ ਜੌਬ ਮਿਲ ਸਕਦੀ ਸੀ ਕਰਾਚੀ ਦੇ ਵਿੱਚ, ਲੇਕਿਨ ਉਹਨਾਂ ਪ੍ਰੈਫਰ ਕੀਤਾ ਥਾਰਕੋਲ ਦਾ ਜਿਹੜਾ ਪ੍ਰੋਜੈਕਟ ਹੈ, ਉਹਦੇ ਜਿਹੜੇ ਸਕੂਲ ਉਹਨਾਂ ਖੋਲ੍ਹੇ ਨੇ, ਐਂਗਰੋ ਨੇ, ਉਹਦੇ ਵਿੱਚ ਜੌਬ ਕਰਨੀ ਪਸੰਦ ਕੀਤੀ। ਮਤਲਬ ਉਹ ਈਜ਼ੀਲੀ 14-15 ਲੱਖ ਦਾ ਪੈਕੇਜ ਤਾਂ ਉਹਦੇ ਲਈ ਕੋਈ ਇਸ਼ੂ ਹੀ ਨਹੀਂ ਸੀ, ਲੇਕਿਨ ਉਹਨੇ ਉਹ ਪ੍ਰੈਫਰ ਕੀਤਾ। ਔਰ ਉੱਥੇ ਥਰੀ ਨੌਜਵਾਨ ਜਿਹੜੇ ਨੇ ਸਾਡੇ, ਜਿਵੇਂ PTCL ਦੇ ਟੀਚਰ ਹੁੰਦੇ ਨਾ ਇਸ ਤਰ੍ਹਾਂ ਦੇ, ਉਹਨਾਂ ਦੇ ਨਾਲ ਉਹ ਬਿਲਕੁਲ ਮੈਲਿਆਂ ਕੱਪੜਿਆਂ 'ਚ ਉਹ ਨੌਜਵਾਨ ਹੁੰਦੇ ਨੇ, ਉਹਨਾਂ ਦੇ ਨਾਲ ਉਹ ਭੁਈਏ ਬਹਿ ਕੇ ਉਹਨਾਂ ਨੂੰ ਟ੍ਰੇਨਿੰਗ ਕਰਵਾ ਰਹੀ, ਉਹਨਾਂ ਨੂੰ ਅੰਗਰੇਜ਼ੀ ਸਿਖਾ ਰਹੀ, ਕਿਉਂਕਿ ਉਹਨਾਂ ਦਾ ਐਕਸੈਂਟ ਨਹੀਂ ਨਾ ਠੀਕ ਹੁੰਦਾ ਅਕਸਰ ਦਾ। ਤੇ ਸਾਡੇ ਵੀ ਜ਼ਾਹਿਰ ਰੂਰਲ ਏਰੀਆ 'ਚ ਪੰਜਾਬੀਆਂ ਦੇ ਐਕਸੈਂਟ ਨਹੀਂ ਠੀਕ ਹੁੰਦੇ, ਤੇ ਉਹ ਜ਼ਮੀਨ ਤੇ ਬਹਿ ਕੇ ਉਹਨਾਂ ਦੀ ਤਰਬੀਅਤ ਕਰ ਰਹੀ, ਇੰਨੀ ਡੈਡੀਕੇਟਿਡ ਹੈ। ਔਰ ਇਹੀ ਚੀਜ਼ ਮੈਂ ਹੋਰਾਂ ਸਿੰਧੀਆਂ 'ਚ ਵੀ, ਇੱਕ ਡਾਕਟਰ ਸ਼ੋਰੋ ਸ਼ਨਾਸ ਨੇ, ਉਹ ਉੱਥੇ ਹੁੰਦੇ ਨੇ, ਕੈਨੇਡਾ 'ਚ ਹੁੰਦੇ ਨੇ, ਤੇ ਉਹਨਾਂ ਨੂੰ ਮੈਂ ਇਸੇ ਤਰ੍ਹਾਂ ਦੇਖਿਆ ਕਿ ਉਹ ਧਰਤੀ ਨਾਲ ਬੜੀ ਜੁੜਤ ਹੈ, ਉਹਨਾਂ ਦੀ ਬੜੀ ਮੁਹੱਬਤ ਹੈ, ਇਸ਼ਕ ਹੈ ਬਲਕਿ ਨਾ। ਇੱਕ ਬੜੀ ਅਜੀਬ ਜੀ ਗੱਲ, ਮੈਂ ਹਜੇ ਇਹਨੂੰ ਮਟੀਰੀਅਲਾਈਜ਼ ਨਹੀਂ ਕਰ ਸਕੀ ਹੈ ਆਪਣੀ ਇਸ ਖਿਆਲ ਨੂੰ, ਲੇਕਿਨ ਇੱਕ ਮੇਰੀ ਆਬਜ਼ਰਵੇਸ਼ਨ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਹੈ। ਇੱਕ ਤੇ ਗੱਲ ਹੈ, ਜੇ ਤੁਸੀਂ ਐਕਸੈਂਟ ਦੀ ਗੱਲ ਕੀਤੀ, ਦੇਖੋ ਮੈਂ 1.5-2 ਸਾਲ ਮੈਂ UK 'ਚ ਰਹਿ ਕੇ ਆਈ ਹਾਂ ਹੁਣੀ ਆਪਣੀ ਪੋਸਟ ਡਾਕ ਦੇ ਸਿਲਸਿਲੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇੰਨੇ ਤਮਾਮ ਅਰਸੇ ਦੇ ਵਿੱਚ, ਵੈਸੇ ਵੀ ਜ਼ਾਹਿਰ ਹੈ ਕਦੀ ਨਾ ਕਦੀ, ਭਾਵੇਂ ਉਹ ਹਫ਼ਤੇ ਵਾਸਤੇ 2 ਹਫ਼ਤੇ ਵਾਸਤੇ ਹੋਵੇ, ਆਉਣ ਜਾਣ ਦਾ ਮੌਕਾ ਮਿਲਦਾ ਹੈ। ਇੱਥੇ ਗਵਰਨਮੈਂਟ ਕਾਲਜ ਦੇ ਵਿੱਚ ਹੋਣ ਦੀ ਵਜ੍ਹਾ ਤੋਂ ਕਈ ਗੈਰ ਮੁਲਕੀਆਂ ਦੇ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ। ਲੇਕਿਨ ਇਹ ਸਾਰੀ ਜਿਹੜੇ ਮੈਂ ਦੇਖਿਆ ਕਿ ਉੱਥੇ ਐਕਸੈਂਟ ਦਾ ਕੋਈ ਮਸਲਾ ਨਹੀਂ ਹੈ। ਕੋਈ ਕਿਸੇ ਨੂੰ ਜਿਹੋ ਜਿਹੀ ਵੀ ਅੰਗਰੇਜ਼ੀ ਆਉਂਦੀ ਹੈ ਨਾ, ਜਿੰਨੀ ਵੀ ਟੁੱਟੀ ਆਉਂਦੀ ਹੈ, ਸਾਡੇ ਵਰਗਾ ਵੀ ਜਾ ਕੇ ਉੱਥੇ ਬਾਦਸ਼ਾਹੀ ਹੁੰਦਾ ਗੱਲ ਕਰਨ 'ਚ। ਉਹ ਕਦੇ ਤੁਹਾਨੂੰ ਇਸ ਗੱਲ ਦੇ ਉੱਤੇ ਪੁਆਇੰਟ ਆਊਟ ਨਹੀਂ ਕਰਦੇ ਕਿ ਤੁਸੀਂ ਕਿਸ ਤਰ੍ਹਾਂ ਬੋਲ ਰਹੇ ਹੋ, ਉਹ ਵੇਖਦੇ ਨੇ ਤੁਸੀਂ ਗੱਲ ਕੀ ਕਰ ਰਹੇ ਹੋ। ਠੀਕ ਹੈ, ਇੱਕ ਤੇ ਇਹ ਗੱਲ ਹੈ। ਦੂਸਰੀ ਗੱਲ ਜਿਹੜੀ ਹੈ, ਉਹ ਜਿਹੜੀ ਮੈਂ ਕਹਿਣਾ ਚਾਹ ਰਹੀ ਕਿ ਹਜੇ ਮੈਂ ਉਹਨੂੰ ਮਟੀਰੀਅਲਾਈਜ਼ ਨਹੀਂ ਕਰ ਸਕੀ ਹੈ, ਸ਼ਾਇਦ ਇਹ ਤੁਹਾਡੇ ਨਾਲ ਗੱਲਬਾਤ ਕਰਦਿਆਂ ਥੋੜੀ ਹੋ ਜਾਵੇ। ਮੈਂ ਇਹ ਮਹਿਸੂਸ ਕੀਤਾ ਹੈ ਕਿ ਪਾਕਿਸਤਾਨ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜੇ ਸਾਡੇ ਬਾਕੀ ਸੂਬੇ ਨੇ ਪੰਜਾਬ ਤੋਂ ਇਲਾਵਾ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਥੋੜੇ ਜਿਹੇ ਮੁਆਸ਼ੀ ਤੌਰ ਤੇ ਜ਼ਿਆਦਾ ਸਟਰਗਲ ਵਿੱਚ ਹੈਗੇ ਨੇ ਪੰਜਾਬ ਦੀ ਨਿਸਬਤ। ਯਾਨੀ ਬਹੁਤ ਸਾਰੇ ਇਲਜ਼ਾਮਾਤ ਵੀ ਸਾਡੇ ਉੱਤੇ ਲੱਗਦੇ ਨੇ, ਉਹਨਾਂ ਸਾਰਿਆਂ ਨੂੰ ਮੈਂ ਇੱਕ ਪਾਸੇ ਕਰਕੇ ਗੱਲ ਕਰ ਰਹੀ ਹਾਂ ਕਿ ਕੰਪੈरेटिवली ਮੌਸਮ ਦੀ ਸਖਤੀ ਕਹਿ ਲਓ, ਜਾਂ ਫਸਲਾਂ ਦੀ ਆਬਾਦਕਾਰੀ ਕਹਿ ਲਓ, ਜਾਂ ਨੰਬਰ ਆਫ ਪੀਪਲ ਦੇ ਨਾਲ ਕਹਿ ਲਓ, ਜੋ ਵੀ ਥੋੜਾ ਜਿਹਾ ਜ਼ਿਆਦਾ ਸਟਰਗਲਿੰਗ ਨੇ। ਪੰਜਾਬ ਦੇ ਲੋਕ ਕੰਪੈरेटिवली ਥੋੜਾ ਜਿਹਾ ਜ਼ਿਆਦਾ ਮਤਲਬ ਉਹਨਾਂ ਨੂੰ ਇੱਕ ਸਹਾਰਾ ਹੈ ਮੁਆਸ਼ੀ ਲਿਹਾਜ਼ ਦੇ ਨਾਲ। ਮੈਂ ਦੇਖਿਆ ਹੈ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਥੋੜੀ ਜਿਹੀ ਸਹੂਲਤ ਹੈ ਨਾ,
ਥੋੜੀ ਜੀ ਆਸਾਇਸ਼ ਹੈ, ਉੱਥੇ ਇਹ ਪ੍ਰੋਬਲਮ ਜ਼ਿਆਦਾ ਹੈ ਕਿ ਆਪਣੀ ਮਿੱਟੀ ਨੂੰ ਤੋਂ ਛੱਡ ਕੇ ਤੇ ਦੂਜੇ ਪਾਸੇ ਜਾਣ ਦਾ, ਉਹ ਯਾਨੀ ਨਾ ਤਿੱਤਰ ਤੇ ਨਾ ਬਟੇਰ, ਉਹ ਵਿਚਕਾਰ ਵਾਲੇ ਪਾਸੇ ਨੂੰ ਕਿ ਅਸੀਂ ਹੁਣ ਉਡਾਰੀ ਮਾਰ ਕੇ ਨਾ ਤੇ ਉੱਤੇ ਚੜ ਜਾਈਏ ਤੇ ਅਸੀਂ ਜਨਾਬ ਬੜੇ ਵੱਡੇ ਬਣ ਜਾਈਏ। ਉਹ ਯਾਨੀ ਉਹ ਉੱਥੇ ਮੈਂ ਰਵੱਈਆ ਜ਼ਿਆਦਾ ਦੇਖਿਆ ਹੈ। ਪੰਜਾਬ ਦੇ ਵੀ ਉਹ ਇਲਾਕੇ, ਮਸਲਨ ਤੁਸੀਂ ਜਨੂਬੀ ਪੰਜਾਬ ਵਾਲੇ ਪਾਸੇ ਨੂੰ ਟੁਰ ਜਾਵੋ ਜਾਂ ਬਾਬਲਪੁਰ ਵਾਲੇ ਪਾਸੇ ਨੂੰ ਟੁਰਦੇ ਜਾਵੋ, ਪੰਜਾਬ ਦੇ ਉਹ ਇਲਾਕੇ ਜਿੱਥੇ ਕੰਪੈਰੇਟਿਵਲੀ ਜ਼ਰਾ ਅਰਬਨਾਈਜੇਸ਼ਨ ਘੱਟ ਹੋਈ ਹੈ, ਜਾਂ ਜਿੱਥੇ ਜਿਹੜੇ ਮਟੀਰੀਅਲ ਅਸਬਾਬ ਨੇ ਇਹ ਘੱਟ ਗਏ ਨੇ, ਉੱਥੇ ਵੀ ਤੁਹਾਨੂੰ ਆਪਣੀ ਜ਼ਮੀਨ ਦੇ ਨਾਲ ਜਿਹੜੀ ਜੁੜਤ ਹੈਗੀ ਹੈ, ਜਾਂ ਆਪਣੇ ਕਲਚਰ ਦੇ ਨਾਲ, ਜਾਂ ਆਪਣੀ ਜ਼ੁਬਾਨ ਦੇ ਨਾਲ ਜਿਹੜੀ ਜੁੜਤ ਹੈ, ਉਹ ਜ਼ਿਆਦਾ ਮਿਲੇਗੀ। ਪੰਜਾਬ ਦੇ ਉਹ ਹਿੱਸੇ ਜਿੱਥੇ ਸੈਂਟਰਲ ਪੰਜਾਬ ਕੰਪੈਰੇਟਿਵਲੀ ਵਿੱਚ ਸੈਂਟਰਲ ਤੁਹਾਨੂੰ ਪੰਜਾਬ ਕੰਪਲੈਕਸ ਵਿੱਚ ਮਿਲੇਗਾ, ਹੈ, ਹਾਂ ਉੱਥੇ ਤੁਹਾਨੂੰ ਕੰਪਲੈਕਸ ਜ਼ਿਆਦਾ ਮਿਲੇਗਾ। ਇਹਦੇ ਤੇ ਵੀ ਜ਼ਿਆਦਾ ਸਟੱਡੀ ਕੰਪਲੈਕਸ ਮਿਲੇਗਾ। ਪਰ ਹੋਣੀ ਉੱਥੇ ਚਾਹੀਦੀ ਹੈ। ਮੈਂ ਥੋੜੀ ਜੀ ਗੱਲ ਮੈਡਮ ਦੇ ਨਾਲ ਸ਼ਾਮਿਲ ਕਰਾਂਗੀ ਕਿ ਇੱਕ ਕੋਟੇਸ਼ਨ ਐਡ ਕਰਾਂਗੀ। ਉਹਨੇ ਇਹ ਬੋਲਿਆ ਸੀ ਕਿ ਲਿਓਨ ਟ੍ਰੋਟਸਕੀ ਦੀ ਇਹ ਜੁਮਲਾ ਇੱਕ ਹੈ ਕਿ ਕਮ ਇਲਮ ਬੇਇਲਮ ਹੋਣ ਤੋਂ ਕਮ ਇਲਮ ਜ਼ਿਆਦਾ ਖਤਰਨਾਕ ਹੈ। ਤੇ ਮੈਨੂੰ ਲੱਗਦਾ ਕਿ ਜਿਹੜੇ ਸੈਂਟਰਲ ਪੰਜਾਬ ਦੇ ਲੋਕ ਹਨ, ਅਸੀਂ ਕਮ ਇਲਮ ਹੋ ਕੇ ਨਾ ਅਸੀਂ ਜਿਸ ਨਾ ਬੁੱਕ ਨੂੰ ਕਵਰ ਨਾਲ ਜੱਜ ਕਰਕੇ ਅਸੀਂ ਇਹ ਕਹਿ ਲਈਏ ਕਿ ਅਸੀਂ ਤਾਂ ਪੂਰੀ ਕਿਤਾਬ ਪੜ੍ਹ ਛੱਡੀ ਹੈ। ਠੀਕ ਹੈ, ਇਹ ਸਾਡੇ ਤੋਂ ਵੱਡੀ ਪੰਜਾਬੀ, ਬਹੁਤ ਸਾਡੇ ਤੋਂ ਵਧੀਆ ਵੱਡਾ ਗੱਲ ਹੈ। ਰਣਜੀਤ ਸਿੰਘ ਤੋਂ ਕੋਈ ਜਾਣਦਾ ਨਹੀਂ ਹੈ। ਅਸੀਂ ਦੁੱਲੇ ਸ਼ਾਹ ਭੱਟੀ ਦੀ ਲੋਹੜੀ ਵਿੱਚ ਨੱਚ ਆਏ ਹਾਂ, ਤਾਂ ਸਾਡੇ ਤੋਂ ਵੱਡਾ ਦੁੱਲੇ ਸ਼ਾਹ ਦੀ ਸਟਰਗਲ ਨੂੰ ਕੋਈ ਜਾਣਦਾ ਹੀ ਨਹੀਂ। ਸਾਡਾ ਇਹ ਬੜਾ ਇੱਕ ਕੰਪਲੈਕਸ, ਕਿਉਂਕਿ ਅਸੀਂ ਬੇਸਿਕਲੀ ਚੀਜ਼ਾਂ ਤਾਂ ਅਸੀਂ ਫਰੋਲੀਆਂ ਤੇ ਹੁੰਦੀ ਨਹੀਂ, ਫਰੋਲਣ ਦਾ ਰੁਝਾਨ ਵੀ ਨਹੀਂ ਹੈ। ਅਸੀਂ ਬਸ ਥੋੜੀ ਉਧਰੋਂ ਸਿੱਖ ਲਈ, ਥੋੜੀ ਉਧਰੋਂ ਸੁਣ ਲਈ, ਥੋੜੀ ਉਧਰੋਂ ਸੁਣ ਲਈ, ਥੋੜੀ ਉਧਰੋਂ ਸੁਣ ਲਈ, ਇੱਕ ਤੇ ਉਹ ਚੀਜ਼ਾਂ ਹੋ ਜਾਂਦੀਆਂ ਨੇ। ਉਧਰੋਂ ਸੁਣ ਕੇ ਅਸੀਂ ਇੱਕ ਆਪਣਾ ਇੱਕ ਦਾਲ ਦਲੀਆ ਕਰ ਲਈਦਾ। ਤੁਸੀਂ ਕਹੀਦਾ ਕਿ ਜੀ ਬਸ ਅਸੀਂ ਸਮਾਰ ਖਾਨ ਆ, ਔਰ ਫਿਰ ਉਸ ਤੋਂ ਬਾਅਦ ਸਾਡੇ ਕੰਪਲੈਕਸ ਇੰਨੇ ਨੇ, ਕਿ ਸਾਡੀ ਈਗੋ ਇੰਨੀ ਹੈ ਕਿ ਸਾਨੂੰ ਅਸੀਂ ਕੋਈ ਸਿੱਖਣ ਨੂੰ ਗੱਲ ਤਿਆਰ ਹੀ ਨਹੀਂ ਹੈਗੇ, ਕਿਸੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ। ਚੀਜ਼ਾਂ ਨੂੰ ਅੰਡਰਸਟੈਂਡ ਕਰਨ ਤੋਂ ਬਾਅਦ ਦੀ ਗੱਲ, ਮੈਂ ਮੈਡਮ ਦੀ ਗੱਲ ਤੋਂ ਬੜੀ ਇਹ ਗੱਲ ਤੋਂ ਬੜਾ ਅਗਰੀ ਕਰਾਂਗੀ ਕਿ ਮੈਮ ਨੇ ਕਿਹਾ ਕਿ ਜੀ ਜ਼ੁਬਾਨਾਂ ਮੁਆਸ਼ ਨਾਲ ਜੁੜੀਆਂ ਹੁੰਦੀਆਂ ਨੇ। ਜਿਹੜੀ ਅਸਲ ਜ਼ੁਬਾਨ ਹੈ ਉਹ ਮੁਆਸ਼ ਇਕੋਨਮੀ ਦੀ ਜ਼ੁਬਾਨ ਹੈ। ਪੰਜਾਬੀ, ਉਰਦੂ, ਅੰਗਰੇਜ਼ੀ ਜ਼ੁਬਾਨ ਨਹੀਂ ਹੈ। ਅਸਲ ਜ਼ੁਬਾਨ ਇਕੋਨਮੀ ਦੀ ਜ਼ੁਬਾਨ ਹੈ ਕਿ ਤੁਹਾਡਾ ਪੈਸਾ ਕਿੱਥੋਂ ਬੋਲਦਾ, ਕਿੱਥੋਂ ਬੋਲਦਾ, ਕੌਣ ਬੋਲਦਾ, ਔਰ ਕੌਣ ਲਿਆਉਣ ਵਾਲਾ ਪੈਸਾ ਤੁਹਾਡੇ ਮੁਲਕ 'ਚ, ਉਹ ਹੋਏਗਾ ਨਾ, ਉਹਦੀ ਜ਼ੁਬਾਨ ਬੋਲੀ ਜਾਏਗੀ। ਤੇ ਔਰ ਬਾਕੀ ਜਿੱਦਾਂ ਤੱਕ ਇਹਨਾਂ ਦੀ ਇਹ ਗੱਲ ਸੀ ਕਿ ਜੀ ਉਹਨਾਂ ਨੇ ਕਹੀ ਕਿ ਜੀ ਸਾਨੂੰ ਸਾਡੀ ਜ਼ੁਬਾਨ ਰਿਚ ਨਹੀਂ ਹੁੰਦੀ ਕਿਉਂਕਿ ਸਾਡੇ ਕੋਲ ਅਲਫਾਜ਼ ਨਹੀਂ ਹੈਗੇ। ਮਤਲਬ ਅਗਰ ਅਰਬੀ ਵਿੱਚ ਤੁਸੀਂ ਘੋੜੇ ਦਾ ਲਫ਼ਜ਼ ਇਸਤੇਮਾਲ ਕਰਦੇ ਹੋ, ਉਹਦੇ ਤੁਹਾਨੂੰ 17 ਮਤਲਬ ਮਿਲਣਗੇ, 17 ਲਫ਼ਜ਼ ਮਿਲਣਗੇ ਉਹਦੇ ਵਾਸਤੇ, ਆਲਟਰਨੇਟ ਜੀ ਤੁਹਾਨੂੰ ਜੀ ਉਹਦੇ ਸਿਨੋਨਿਮਸ ਮਿਲਦੇ ਨੇ। ਇੱਥੇ ਤੁਸੀਂ ਅਸੀਂ ਕਿਉਂਕਿ ਜ਼ੁਬਾਨਾਂ ਨਾਲ ਰਲ ਕੇ ਜ਼ੁਬਾਨਾਂ ਬਣਦੀਆਂ ਨੇ। ਜ਼ੁਬਾਨਾਂ ਬਿਲਕੁਲ ਇੱਕ ਠੀਕ। ਜ਼ੁਬਾਨ ਨਾਲ ਰਲ ਕੇ ਬਣਦੀ ਹੈ। ਅਗਰ ਤੁਸੀਂ ਉਰਦੂ ਵਿੱਚ ਕਹੋਗੇ ਤਾਂ ਤੁਹਾਨੂੰ ਕੁਝ ਉਹਦੇ ਨਜ਼ਰ ਆ ਫਾਰਸੀ ਦੇ ਲਫ਼ਜ਼ ਮਿਲਣਗੇ, ਕੁਝ ਅੰਗਰੇਜ਼ੀ ਦੇ ਮਿਲਣਗੇ, ਕੁਝ ਇੱਧਰੋਂ ਸੰਸਕ੍ਰਿਤ ਦੇ ਲਫ਼ਜ਼ ਮਿਲਣਗੇ, ਕੁਝ ਅਰਬੀ ਦੇ ਮਿਲਣਗੇ ਤੁਹਾਨੂੰ। ਉਹ ਜ਼ੁਬਾਨਾਂ ਹਮੇਸ਼ਾ ਇੱਕ ਜ਼ੁਬਾਨ ਹਮੇਸ਼ਾ ਜ਼ੁਬਾਨਾਂ ਦਾ ਮਜਮੂਆ ਹੁੰਦੀ ਹੈ। ਅਸੀਂ ਅਗਰ ਇਹ ਇੰਨਾ ਉਹਨੂੰ ਟਾਈਟਲੀ ਕੈਟਾਗਰਾਈਜ਼ ਕਰ ਦਾਂਗੇ ਕਿ ਜੀ ਇਹ ਲਾਈਨ ਦੇ ਵਿੱਚ ਕਿਉਂ ਆਇਆ, ਇਹ ਲਾਈਨ ਦੇ ਵਿੱਚ ਕਿਉਂ ਆਇਆ, ਮੈਨੂੰ ਲੱਗਦਾ ਕਿ ਅਸੀਂ ਫਿਰ ਹੁਣੇ ਡਿਸਕਸ਼ਨ ਵੀ ਨਹੀਂ ਕਰ ਸਕਾਂਗੇ। क्योंकि ਅਸੀਂ ਸਹੀ। ਮੋਸਟਲੀ ਬਾਇਲਿੰਗੁਅਲ ਜਾਂ ਐਸੀ ਜ਼ੁਬਾਨਾਂ ਇਸਤੇਮਾਲ ਕਰ ਰਹੇ ਹਾਂ, ਕੁਝ ਐਸੇ ਅਲਫਾਜ਼ ਇਸਤੇਮਾਲ ਕਰ ਰਹੇ ਹਾਂ ਕਿ ਜਿਨ੍ਹਾਂ ਨਾਲ ਜਿਨ੍ਹਾਂ ਦੇ ਉਰਦੂ ਵਿੱਚ ਜਾਂ ਪੰਜਾਬੀ ਵਿੱਚ ਮਤਲਬ ਨਹੀਂ ਹੈਗੇ, ਪਰ ਸਾਨੂੰ ਉਹਨਾਂ ਵਿੱਚ ਅੰਗਰੇਜ਼ੀ ਦਾ ਲਫ਼ਜ਼ ਇਸਤੇਮਾਲ ਕਰਨਾ ਪੈ ਰਿਹਾ ਕਿਉਂਕਿ ਸਾਨੂੰ ਆਪਣੀ ਕਹਿ ਲਓ ਕਮਿਊਨੀਕੇਸ਼ਨ बढ़ानी है ना, वरना जरिए बहुत ਵੱਡਾ ਕਮਿਊਨੀਕੇਸ਼ਨ ਗੈਪ ਆਏਗਾ। ਹੁਣ ਤੁਹਾਡੀ ਜ਼ੁਬਾਨ ਉਸ ਤਰ੍ਹਾਂ ਰਿਚ ਨਹੀਂ ਹੈਗੀ ਕਿ ਤੁਸੀਂ ਇਹ ਕਹੋ, ਤੁਸੀਂ ਉਸ ਤੋਂ ਬਾਅਦ ਫਿਰ ਤੁਸੀਂ ਮਾਵਾਂ ਨੂੰ ਕਹਿ ਦਿੰਦੇ ਹੋ ਕਿ ਜੀ ਆ ਜਾ ਕੇ ਮਾਵਾਂ ਨੂੰ ਅਸੀਂ ਕੰਪਲੈਕਸ ਦੀ ਗੱਲ ਕਰ ਦਿੰਦੇ ਆ। ਤੇ ਮਤਲਬ ਇੱਕ ਹੈਗਾ ਕਿ ਮਾਵਾਂ ਬੇਸਿਕਲੀ ਸ਼ੇਮਡ ਨੇ, ਸ਼ਰਮਿੰਦਾ ਨੇ ਉਹ। ਠੀਕ ਹੈ, ਉਹਨੂੰ ਜਦੋਂ ਤੁਸੀਂ ਆਪਣੇ ਆਪ ਤੋਂ ਸ਼ਰਮਿੰਦਗੀ ਦਾ ਅਹਿਸਾਸ ਹੋਏਗਾ, ਔਰ ਅਸੀਂ ਕਹਾਂਗੇ ਕਿ ਅਸੀਂ ਜਦੋਂ ਕਦੀ ਵੀ ਅਸੀਂ ਪਿਛਲੇ ਪੈਰ ਆਪਣਾ ਫਖਰ ਮਹਿਸੂਸ ਨਹੀਂ ਕਰਾਂਗੇ, ਅਸੀਂ ਪਿਛਲੇ ਪੈਰ ਸ਼ਰਮਿੰਦਾ ਹੋਵਾਂਗੇ। ਅਸੀਂ ਕਿਉਂ ਨਹੀਂ ਹੋਏ? ਠੀਕ ਹੈ, ਕਿਉਂਕਿ ਉਸ ਤੋਂ ਬਾਅਦ ਮੈਡਮ ਨੂੰ ਵੀ ਬਲਕਿ ਬਿਹਤਰ ਪਤਾ ਹੋਵੇਗਾ, ਜਦੋਂ ਕਲੋਨੀਅਲਿਜ਼ਮ ਦੇ ਪੀਰੀਅਡ ਤੋਂ ਪਹਿਲੇ ਤੱਕ, ਜਦੋਂ ਉੱਥੇ ਅੰਗਰੇਜ਼ਨੀਆਂ ਹੁੰਦੀਆਂ ਸੀ, ਜਦੋਂ ਉੱਥੇ ਅੰਗਰੇਜ਼ ਉੱਥੇ ਬ੍ਰਿਟਿਸ਼ ਹਕੂਮਤ ਸੀ, ਤੇ ਉੱਥੇ ਬੇਸਿਕਲੀ ਉਹ ਜਿੰਨੇ ਵੀ ਕੰਮ ਕਰਨ ਵਾਲੀਆਂ ਸੀ, ਉੱਥੇ ਤੁਹਾਡੀ ਬੜੀ ਅੱਛੀ ਇੱਥੇ ਇੰਡੀਆ ਦੀ ਫਿਲਮ ਵੀ ਬਣੀਆਂ ਨੇ। 1947 ਬਣੀ ਹੈ, ਅਰਥ ਫਿਲਮ ਬਣੀ ਹੈ, ਇੱਕ ਉਹਦੀ ਮਤਲਬ ਆਮਿਰ ਖਾਨ ਦੀ ਫਿਲਮ ਬਣੀ ਸੀ। ਉੱਥੇ ਵੀ ਆਈ ਹੈ ਕਿ ਉਹ ਸਿਰਫ ਹਮੇਸ਼ਾ ਤੁਸੀਂ ਇਸ ਤਰ੍ਹਾਂ ਚੀਜ਼ਾਂ ਨੂੰ ਇਸ ਤਰ੍ਹਾਂ ਵੇਖਦੇ ਹੁੰਦੇ ਹੋ, ਥੱਲੇ ਉੱਪਰ ਵੇਖਦੇ ਹੁੰਦੇ ਹੋ। ਮਤਲਬ ਗੱਲ ਹੈ ਕਿ ਤੁਹਾਨੂੰ ਥੱਲੇ ਲਿਆਉਣ ਵਾਲਾ ਕੌਣ ਹੁੰਦਾ ਹੈ? ਆਪਣੇ ਆਪ ਨੂੰ ਤੁਸੀਂ ਥੱਲੇ ਲਿਆਉਣ ਵਾਲੇ ਤਾਂ ਤੁਸੀਂ ਆਪ ਹੀ ਹੁੰਦੇ ਹੋ, ਕਿਉਂਕਿ ਤੁਸੀਂ ਆਪ ਹੀ ਕਿਸੇ ਉਲਝਾਓ ਦਾ ਸ਼ਿਕਾਰ ਹੁੰਦੇ ਹੋ। ਤੁਹਾਨੂੰ ਆਪ ਹੀ ਨਹੀਂ ਪਤਾ ਹੁੰਦਾ ਤੁਸੀਂ ਆਪ ਕਿੱਥੇ ਸਟੈਂਡ ਕਰ ਰਹੇ ਹੋ, ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਹੁੰਦਾ। ਉਸ ਤੋਂ ਪਹਿਲੇ ਮੇਰੇ ਖਿਆਲ 'ਚ ਤੁਸੀਂ ਅਸੀਂ ਜਿਹੜੀ ਗੱਲ ਕਰਦੇ ਨਾ ਕਿ ਸਾਨੂੰ ਥ੍ਰੈਟ ਹੈ ਜਾਂ ਕੁਛ ਐਸਾ, ਇੱਕ ਤਾਂ ਸਾਨੂੰ ਇਹ ਜ਼ਹਿਨੀਅਤ ਖਤਮ ਕਰਨੀ, ਔਰ ਉੱਤੋਂ ਸਾਨੂੰ ਆਪਣੇ ਆਪ ਨੂੰ ਕੈਟਾਗਰਾਈਜ਼ੇਸ਼ਨ ਖਤਮ ਕਰਨੀ ਹੈ। ਜਿੱਦਾਂ ਅਸੀਂ ਨਾ ਆਪਣੇ ਆਪ ਨੂੰ ਬੰਦ ਡੱਬਿਆਂ ਵਿੱਚ 4-4 ਅਸੀਂ ਇੰਚ ਦੀਆਂ ਮਸਜਿਦਾਂ ਬਣਾਈਆਂ ਹੋਈਆਂ ਨੇ ਨਾ, ਐਸੇ ਸਾਨੂੰ ਨਾ 4-4 ਇੰਚ ਦੀਆਂ ਦੀਵਾਰਾਂ ਤੋੜਨੀਆਂ ਨੇ। ਥੋੜਾ ਜਿਹਾ ਫਲੈਕਸੀਬਿਲਿਟੀ ਰੱਖੋ, ਥੋੜਾ ਜਿਹਾ ਉਹਨੂੰ ਵਧਣ ਦਿਓ, ਠੀਕ ਹੈ, ਫਿਰ ਹੀ ਗਰੋ ਕਰਦੀਆਂ ਨੇ। ਵਰਨਾ ਤੇ ਪੰਜਾਬੀ ਨੂੰ ਤਾਂ ਤੁਸੀਂ ਇੱਕ ਕੇਜਡ ਬਰਡ ਬਣਾਤਾ ਹੈ ਨਾ, ਕਿ ਜਿਹੜਾ ਸਿਰਫ ਉਹਦੇ ਵਿੱਚ ਰਹਿ ਸਕਦਾ, ਪਿੰਜਰੇ ਵਿੱਚ ਉੱਡ ਨਹੀਂ ਸਕਦਾ।
ਅਸੀਂ ਉਹਨੂੰ ਇਹ ਬਣਾ ਦਿੱਤਾ ਹੋਇਆ, ਸਾਡੀ ਇਹ ਬਹੁਤ ਗਲਤੀ ਹੋਈ। ਅਸੀਂ ਉਹਨੂੰ ਫਿਰ ਅਲੱਗ-ਅਲੱਗ, ਅਸੀਂ ਵੇਖੋ ਮੈਂ ਤੁਹਾਨੂੰ ਕਹਾਂਗੀ ਕਿੰਨਾ ਵੱਡਾ ਪੈਰਾਡੌਕਸ ਹੈ। ਅਸੀਂ ਜਿਹੜੇ ਪੰਜਾਬੀ ਆ, ਅਸੀਂ ਉਹਨਾਂ ਨੂੰ ਪੰਜਾਬੀ ਨੈਸ਼ਨਲਿਸਟ ਕਹੀਦਾ। ਜਿਹੜੀ ਨੈਸ਼ਨਲੀ ਤੇ ਪੰਜਾਬੀ ਦੀ ਗੱਲ ਕਰਦੇ ਨੇ, ਅਸੀਂ ਉਹਨਾਂ ਨੂੰ ਅੰਗਰੇਜ਼ੀ ਦਾ ਲਫ਼ਜ਼ ਪੰਜਾਬੀ ਨੈਸ਼ਨਲਿਸਟ ਇਸਤੇਮਾਲ ਕਰੀਦਾ। ਉਹਦੇ ਵਾਸਤੇ ਕੋਈ ਪੰਜਾਬੀ ਵਿੱਚ ਟਰਮ ਨਹੀਂ ਹੈਗੀ ਆਪਣੀ ਆਇਡੈਂਟੀਟੀ ਵਾਸਤੇ। ਅਸੀਂ ਵੀ ਉਹਨਾਂ ਨੂੰ ਇਹ ਲਫ਼ਜ਼ ਅੰਗਰੇਜ਼ੀ ਦਾ ਇਸਤੇਮਾਲ ਕਰੀਦਾ ਜਾਂ ਕੁਛ ਇਸ ਤਰ੍ਹਾਂ ਦੀ ਕੈਟੇਗਰੀ ਕਰੀਦੀ ਹੈ। ਅਸੀਂ ਉਹਨੂੰ ਕਹਾਂਗੇ ਪੰਜਾਬ ਸੰਗਤ ਦਾ ਬੋਲਣ ਵਾਲਾ ਹੈਗਾ ਜਾਂ ਪੰਜਾਬ ਦੇ ਸਾਥੀਕਾਰੀ ਹੈ, ਕੋਈ ਇਸ ਤਰ੍ਹਾਂ ਲਫ਼ਜ਼ ਨਹੀਂ ਕਰਾਂਗੇ। ਅਸੀਂ ਕਹਾਂਗੇ ਇਹ ਪੰਜਾਬੀ ਨੈਸ਼ਨਲਿਸਟ ਨੇ, ਇਹ ਪੰਜਾਬੀ ਦੀ ਗੱਲ ਕਰਦੇ ਨੇ, ਇਹ ਫਲਾਣਾ ਕੈਟੇਗਰਾਈਜ਼ ਹੋ ਗਿਆ, ਕੌਮਪ੍ਰਸਤ ਨੇ। ਫਿਰ ਸਾਨੂੰ ਇਹ ਬੜਾ ਖੌਫ ਰਹਿੰਦਾ। ਮੈਂ ਪਿਛਲੇ ਦਿਨੋਂ ਮੇਰੀ ਇੱਕ ਛੋਟੀ ਜੀ ਮੈਂ ਇੱਕ ਟਵੀਟ ਵੀ ਕੀਤੀ ਸੀ, ਥੋੜੀ ਜਿਹੀ ਇੱਕ ਬਹਿਸ ਚੱਲੀ ਸੀ। ਇੱਥੇ ਮਸਲਾ ਇਹ ਹੋਇਆ ਸੀ ਕਿ ਜੀ ਕਹਿੰਦੇ ਸੀ ਕਿ ਜੀ ਇੱਥੇ ਪੰਜਾਬ ਵਿੱਚ ਪਸ਼ਤੂਨ ਆਪਣਾ ਪਸ਼ਤੂਨ ਕਲਚਰ ਡੇ ਕਿਉਂ ਮਨਾ ਰਹੇ ਨੇ, ਸਾਡੇ ਪੰਜਾਬ ਨੂੰ ਖਤਰਾ ਹੋ ਗਿਆ, ਅਸੀਂ ਪਸ਼ਤੂਨ ਕਲਚਰ ਡੇ ਕਿਉਂ ਮਨਾ ਰਹੇ ਹਾਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 4-4 ਇੰਚ ਦੀਆਂ ਕਿੰਨੇ ਮਾਪਿਓ ਦੀ ਜ਼ਮੀਨਾਂ ਨੇ ਜਿੰਦੇ ਤੇ ਅਸੀਂ ਕਬਜ਼ੇ ਕਰਕੇ ਬਹਿਨੇ ਨੇ, ਕਿ ਸਾਡੇ ਪੰਜਾਬ ਵਿੱਚ ਪਸ਼ਤੂਨ ਆਪਣਾ 2 ਹਿੱਸੇ ਦੀ ਜ਼ਮੀਨ ਲੈ ਕੇ ਨੱਚ ਨਹੀਂ ਸਕਦੇ ਜਾਂ ਨੱਚ ਪੁੜਕ ਨਹੀਂ ਸਕਦੇ। ਤੁਸੀਂ ਉਹਦਾ ਵੀ ਹਿੱਸਾ ਬਣੋ, ਉਹਨਾਂ ਨੂੰ ਆਪਣਾ ਹਿੱਸਾ ਬਣਾਓ। ਤੁਸੀਂ ਆ ਕੇ ਇੱਥੇ ਵਿੱਚ ਅਸੀਂ ਇੰਨੇ ਜ਼ਿਆਦਾ ਇਨਸਿਕਿਉਰ ਹੋਏ ਹੋਏ ਸਨ, ਇਹਦਾ ਕੋਈ ਹਿਸਾਬ ਨਹੀਂ। ਸਾਨੂੰ ਖੌਫ ਖਾਈ ਜਾ ਰਹੇ ਸੀ ਕਿ ਪਸ਼ਤੂਨ ਤੇ ਕਬਜ਼ਾ ਕਰ ਲੈਣਗੇ ਸਾਡੇ ਪੰਜਾਬ ਵਿੱਚ। ਹੁਣ ਤੱਕ ਤੇ ਜਿਸ ਤਰ੍ਹਾਂ ਨਾ ਅਸੀਂ ਪਤਾ ਨਹੀਂ ਕੀ ਤੇੜ ਲਿਆ, ਅਸੀਂ ਸਿੰਧ ਨੂੰ ਵੀ ਆਪਣੇ ਨਾਲ ਜੋੜ ਲਿਆ, ਜਿਹੜਾ ਸਾਨੂੰ ਐਡਾ ਖੌਫ ਪੈਦਾ ਹੋ ਗਿਆ ਕਿ ਸਾਡੇ ਪੰਜਾਬ 'ਚ ਕਬਜ਼ਾ ਨਾ ਹੋ ਜਾਏ। ਪਤਾ ਨਹੀਂ ਕਬਜ਼ਾ ਮਾਫੀਆ ਗਰੁੱਪ 2-3 ਪਸ਼ਤੂਨ ਅਗਰ ਗਲਤੀ ਨਾਲ ਪੰਜਾਬ ਵਿੱਚ ਐਂਟਰ ਹੋ ਕੇ ਯੂਨੀਵਰਸਿਟੀਆਂ 'ਚ ਪੜ੍ਹ ਲੈਂਦੇ ਨੇ, 2-4 ਟੱਪੇ ਕੱਢ ਲੈਣਗੇ ਜਾਂ ਗਾ ਲੈਣਗੇ ਜਾਂ ਹੱਸ ਲੈਣਗੇ ਜਾਂ ਖੇਡ ਲਵਣਗੇ, ਤੇ ਸਾਨੂੰ ਖਤਰਾ ਲਾਹਕ ਹੋ ਜਾਂਦਾ ਕਿ ਜੀ ਪੰਜਾਬ ਹਕੂਮਤ ਨੇ ਉਹਨਾਂ ਨੂੰ 4 ਗਜ਼ ਦੀ ਜ਼ਮੀਨ ਦਿੱਤੀ ਤੇ ਦਿੱਤੀ ਕਿਉਂ। ਸਾਨੂੰ ਤੇ ਮੌਤ ਹੋ ਜਾਂਦੀ ਹੈ। ਅਸੀਂ ਕਹਿੰਦੇ ਪਤਾ ਨਹੀਂ ਕਿੰਦੇ ਮਾਪਿਓ ਦੀ ਜ਼ਮੀਨਾਂ ਨੇ, ਪਤਾ ਨਹੀਂ ਕਿੰਦੀ ਮਤਲਬ ਹੈਗੀ ਹੈ ਇਹ ਦੁਨੀਆ, ਪਤਾ ਨਹੀਂ ਕਿੰਦੇ ਮਾਪਿਓ ਦੀ, ਤੇ ਸਾਨੂੰ ਇਹਦੇ ਕੋਈ ਇੰਨੇ ਖਤਰੇ ਹੋ ਜਾਂਦੇ ਨੇ। ਸਾਨੂੰ ਇਹਨੂੰ ਥੋੜਾ ਬ੍ਰੌਡਨ ਮਾਈਂਡ ਕਰਨ ਦੀ ਜ਼ਰੂਰਤ ਹੈ। ਫਿਰ ਸਾਨੂੰ ਇਹ ਬੜਾ ਮੈਟਰ ਹੈਗਾ ਕਿ ਥੋੜੀ ਤੁਹਾਡੀ ਗੱਲ ਕੱਟ ਰਹੀ ਹਾਂ ਕਿ ਜੀ ਹਕੂਮਤ ਜੀ ਇਸ ਤਰ੍ਹਾਂ ਇਮਰਾਨ ਖਾਨ ਦੀ ਹਕੂਮਤ ਹੈ ਤੇ ਇੱਕ ਦਫਾ ਬੇਸਿਕਲੀ ਇਹ ਕਬਜ਼ਾ ਹੀ ਮਾਫੀਆ ਕਰ ਰਹੇ ਨੇ, ਔਰ ਇਹਨਾਂ ਦਾ ਕੰਮ ਹੀ ਹੈ ਕਿ ਪਠਾਨਾ ਦਾ ਕਿ ਜਿਵੇਂ ਇੱਕ ਦਫਾ ਕਬਜ਼ਾ ਕਰ ਲੈਣਾ। ਮੈਂ ਕਿਹਾ ਉਸ ਤੋਂ ਪਹਿਲੇ ਅਗਰ ਨਵਾਜ਼ ਸ਼ਰੀਫ ਦੇ ਪੰਜਾਬੀਆਂ ਦੀ ਹਕੂਮਤ ਸੀ, ਉਹਨਾਂ ਨੇ ਕਿੰਨਾ ਕੁ ਗੁਲ ਖਿਲਾ ਲਏ ਨੇ ਜਿਹੜਾ ਤੁਹਾਨੂੰ ਇਹਨਾਂ ਤੋਂ ਇੰਨਾ ਖਤਰਾ ਹੋਣ ਲੱਗ ਗਿਆ ਇੱਕ ਦਿਨ ਤੇ ਇੱਕ ਹਕੂਮਤ ਜਾਂ 3 ਸਾਲ ਵਿੱਚ ਕਿ ਸਾਡਾ ਪੰਜਾਬ ਲੁੱਟਿਆ ਜਾਏਗਾ ਸਾਡੇ ਕੋਲੋਂ, ਤੇ ਸਾਡੇ ਹੱਥਾਂ ਵਿੱਚ ਬਹਿ ਜਾਏਗਾ। ਤਾਂ ਜਿਹੜੀ ਸਾਨੂੰ ਛੋਟੀ ਛੋਟੀ ਚੂਰਨ ਵੇਚਣ ਵਾਲੀ ਦੁਕਾਨਾਂ ਬਣਾਈਆਂ ਨੇ ਨਾ, ਸਾਨੂੰ ਇਹਦੇ ਤੋਂ ਨਿਕਲ ਕੇ ਥੋੜਾ ਜਿਹਾ ਆਪਣੇ ਆਪ ਤੋਂ ਨਿਕਲ ਕੇ ਥੋੜੀ ਜਿਹੀ ਗੁੰਜਾਇਸ਼ ਪੈਦਾ ਕਰਕੇ ਨਿਕਲ ਕੇ ਜਦੋਂ ਅਸੀਂ ਫਲੈਕਸੀਬਲ ਗੱਲਾਂ ਕਰਾਂਗੇ ਨਾ, ਐਕਸੈਪਟੈਂਸ ਸਾਡੇ ਅੰਦਰ ਆਏਗੀ ਕਿ ਚੀਜ਼ਾਂ ਬੜੀਆਂ। ਕਾਜ਼ਮੀ ਸਾਹਿਬ, ਮੈਂ ਤੇ ਹੁਣ ਤੁਹਾਡੇ ਇਸ ਜਿਹੜਾ ਪੁਆਇੰਟ ਸੀ ਨਾ ਪ੍ਰੋਗਰਾਮ ਸ਼ੁਰੂ ਕਰਨ ਦਾ, ਮੈਂ ਉਤੋਂ ਹੀ ਜਿਹੜਾ ਨਾ ਡਿਸਐਗਰੀ ਕਰ ਜਾਨੀ ਹੈ। ਇਹ ਸਾਡੇ ਕੋਲ ਇਹੋ ਜਿਹੀਆਂ ਜਿਹੜੀਆਂ ਸਾਡੀਆਂ ਬੱਚੀਆਂ ਨੇ, ਇਹਨਾਂ ਨੇ ਜਦੋਂ ਘਰ ਚਲਾਣੇ ਸ਼ੁਰੂ ਕਰਨੇ ਨੇ ਤੇ ਪੰਜਾਬੀ ਬੋਲਣਗੀਆਂ, ਤੁਸੀਂ ਫਿਕਰ ਨਾ ਕਰੋ, ਇਹ ਸ਼ੁਰੂ ਹੋ ਗਿਆ ਕੰਮ। ਬੜੀ ਵਧੀਆ ਗੱਲ ਹੈ, ਬੜੀ ਵਧੀਆ ਗੱਲ ਹੈ। ਮੈਂ ਸਾਸ਼ਾ ਦੀ ਇਹ ਗੱਲ ਜਿਹੜੀ ਹੈ ਉਸ ਨਾਲ ਇਸ ਤਰ੍ਹਾਂ ਇਤਫਾਕ ਨਹੀਂ ਹੈ। ਇਹ ਜਿਹੜਾ ਹੈ ਨਾ ਪਸ਼ਤੂਨਾਂ ਦਾ ਮਸਲਾ, ਇਹ ਬੁਨਿਆਦੀ ਤੌਰ ਤੇ ਹੁੰਦਾ ਕੰਪੈਰੀਜ਼ਨ ਹੁੰਦਾ ਹੈ ਕਿ ਅਸੀਂ ਉੱਥੇ ਉਹਨਾਂ ਦੇ ਫਾਟਾ 'ਚ ਜਾ ਕੇ ਜਾਂ ਉਹਨਾਂ ਦੇ ਸ਼ਹਿਰਾਂ 'ਚ ਇੰਨਾ ਬਿਜ਼ਨਸ ਕਰ ਸਕਦੇ ਹਾਂ, ਇਸ ਤਰ੍ਹਾਂ ਖੁੱਲ੍ਹਾ ਡੁੱਲਾ ਬਿਜ਼ਨਸ ਕਰ ਸਕਦੇ ਹਾਂ, ਜਾਂ ਇਸ ਤਰ੍ਹਾਂ ਨਕਲ ਮਕਾਨੀ ਈਜ਼ੀਲੀ ਅਸੀਂ ਕਰ ਸਕਦੇ ਹਾਂ। ਉੱਥੇ ਤੁਹਾਡੇ ਇਲਮ 'ਚ ਕਿ ਹਿੰਦਕੋ ਜਿਹੜੇ ਪੰਜਾਬੀ ਹੈ, ਇਹ ਵੀ ਐਵੇਂ ਡਰਾਮਾ ਬਣਾਇਆ ਕਿ ਜੀ ਹਿੰਦਕੋ ਵੱਖਰੀ ਜ਼ੁਬਾਨ ਹੈ, ਸਰਾਈਕੀ ਵੱਖਰੀ ਕਰ ਲਈ ਹੈ ਨਾ, ਇਹੀਆਂ ਪੰਜਾਬੀ ਨੇ ਉਹ। ਇਹਨਾਂ ਨੂੰ ਹਾਂ, ਤੇ ਇਹ ਉੱਥੇ ਇੰਨੇ ਦਬੇ ਹੋਏ ਰਹਿੰਦੇ ਨੇ। ਇਹ ਜਿਹੜੇ ਸੋ ਕਾਲਡ ਇੱਥੇ ਸਰਾਈਕੀ ਤਰੀਕ ਚਲਾਉਂਦੇ ਫਿਰਦੇ ਨੇ, ਇਹ ਸਿੰਧ 'ਚ ਅਕਸਰੀਅਤ 'ਚ ਬੈਠੇ ਨੇ, ਇਹ ਮੁਲਤਾਨੀ ਬੋਲਣ ਵਾਲੇ ਜਾਂ ਰਿਆਸਤੀ ਬੋਲਣ ਵਾਲੇ, ਇਹ ਸਿੰਧ 'ਚ ਗੱਲ ਨਹੀਂ ਕਰਦੇ ਬਣਦੀ। ਜਾਂ ਇਸੇ ਤਰ੍ਹਾਂ ਜਿਹੜੇ ਹਿੰਦਕੋ ਬੈਠੇ ਨੇ, ਉੱਥੇ ਬਹੁਤ ਜ਼ਿਆਦਾ ਉਹਨਾਂ ਨੂੰ ਦਬਾ ਕੇ ਰੱਖਿਆ ਗਿਆ ਹੋਇਆ। ਜਿਹੜੀ ਡਿਮਾਂਡ ਪੰਜਾਬ 'ਚ ਵੱਖਰੇ ਸੂਬੇ ਦੀ ਬਣਦੀ, ਉਹੀ KPK 'ਚ ਬਣਦੀ ਹੈ ਇਸੇ ਹਿਸਾਬ ਨਾਲ। ਉਹੀ 3-4 ਸੂਬੇ ਉੱਥੇ ਸਿੰਧ 'ਚ ਬਣ ਜਾਂਦੇ ਨੇ ਇਸੇ ਹਿਸਾਬ ਨਾਲ। ਮਤਲਬ ਸਾਡਾ ਤੇ ਇਹਨਾਂ ਦਾ ਇੰਨਾ ਫਰਕ ਨਹੀਂ ਜਿੰਨਾ ਮਹਾਜਰਾਂ ਦਾ ਤੇ ਉਹਨਾਂ ਦਾ ਫਰਕ ਹੈ। ਉਹਨਾਂ ਦੀਆਂ ਸਿਵਲਾਈਜੇਸ਼ਨ ਡਿਫਰੈਂਟ ਨੇ ਨਾ। ਉਹ ਗੰਗਾ ਜਮਨਾ ਤਹਿਜ਼ੀਬ ਹੈ, ਇਹ ਇੰਡਸ ਵੈਲੀ ਹੈ, ਤੇ ਉੱਥੇ ਜਿਹੜੇ ਕਰਾਚੀ ਤੇ ਆ ਕੇ ਹਾਂਜੀ ਅਮਰ, ਗੱਲ ਉਹੀ ਆ ਜਾਂਦੀ ਕਿ ਗੱਲ ਅਸੀਂ ਕੈਨਵਸ ਬਹੁਤ ਖੁੱਲਾ ਹੈਗਾ ਸਾਰੀ ਬਹਿਸ ਦਾ, ਅਸੀਂ ਦੂਸਰੇ ਪਾਸੇ ਨੂੰ ਜਾ ਰਹੇ ਹਾਂ। ਮੈਂ ਅਗਰ ਤੁਹਾਡੀ ਇਜਾਜ਼ਤ ਹੋਏ ਤਾਂ ਦੁਬਾਰਾ ਉਹਦੇ ਤੇ ਆਉਣਾ ਚਾਹਾਂਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਸਾਸ਼ਾ ਨੇ ਕੀਤੀਆਂ, ਉਹ ਵੀ ਇੱਕ ਤਰ੍ਹਾਂ ਕਿਸੇ ਨਾ ਕਿਸੇ ਹੱਦ ਤੱਕ ਉਹ ਵੀ ਵੈਲਿਡ ਨੇ। ਜਿਹੜੀਆਂ ਤੁਸੀਂ ਕੀਤੀਆਂ, ਜਿਹੜੀਆਂ ਮੈਂ ਕੀਤੀਆਂ, ਕਿਤੇ ਨਾ ਕਿਤੇ ਅਸੀਂ ਗਲਤ ਵੀ ਹੈ, ਕਿਤੇ ਨਾ ਕਿਤੇ ਅਸੀਂ ਠੀਕ ਵੀ ਹੈ। ਥੋੜਾ ਜਿਹਾ ਇੱਕ ਵਿੱਚ ਵਾਧਾ ਉਹਦੇ 'ਚ ਕਰ ਦੇਵਾਂ ਕਿ ਮੈਂ ਪੰਜਾਬੀ ਬਹੁਤ ਰਿਚ ਜ਼ੁਬਾਨ ਹੈ। ਪੰਜਾਬੀ ਦੇ ਵਿੱਚੋਂ ਹੀ ਬਕੌਲ ਹਾਫਿਜ਼ ਮਹਿਮੂਦ ਸ਼ੀਰਾਨੀ, ਪੰਜਾਬੀ ਦੇ ਵਿੱਚੋਂ ਹੀ ਉਰਦੂ ਨਿਕਲੀ ਹੈ।
ਲੇਕਿਨ ਇਹ ਸਾਰੀ ਖੇਡ ਹੋਈ ਕਿਸ ਤਰ੍ਹਾਂ ਹੈਗੀ ਹੈ, ਇਹਨੂੰ ਵੀ ਦੇਖਣ ਦੀ ਬੜੀ ਸਖਤ ਜ਼ਰੂਰਤ ਹੈ। ਤੁਸੀਂ ਦੇਖੋ ਕਿ ਪੰਜਾਬ ਮੇਂ ਉਰਦੂ ਜਿਹੜੀ ਪਹਿਲੀ ਕਿਤਾਬ ਉਰਦੂ ਜ਼ਬਾਨ ਦੇ ਉੱਤੇ ਲਿਖੀ ਗਈ ਸੀ, ਉਰਦੂ ਜ਼ਬਾਨ ਦੇ ਆਗਾਜ਼ ਦੇ ਬਾਰੇ 'ਚ ਜਾਂ ਉਹਦੇ ਸ਼ੁਰੂਆਤ ਕਿ ਕਿੱਥੋਂ ਨਿਕਲੀ ਕਿੱਥੋਂ ਨਹੀਂ ਨਿਕਲੀ, ਉਹਦੇ ਵਾਸਤੇ ਹਾਫਿਜ਼ ਮਹਿਮੂਦ ਸ਼ੀਰਾਨੀ ਸਾਹਿਬ ਨੇ ਕਿਹਾ ਕਿ ਜੀ ਇਹ ਪੰਜਾਬੀ ਤੋਂ ਇਹ ਆਈ ਹੈ ਤੇ ਉਰਦੂ ਪੰਜਾਬੀ ਮਾਵਾਂ ਦੀਆਂ ਤੇ ਅੱਛਾ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਇਹਦੇ 'ਚ ਨਾ ਉਹ ਕਰਦਾ ਜਾਂ ਫਿਰ ਤੁਸੀਂ ਕੰਟੀਨਿਊ ਕਰਨਾ ਆਪਣੀ ਗੱਲ। ਇਹ ਹਾਫਿਜ਼ ਸਾਹਿਬ ਦਾ ਜਿਹੜਾ ਥੀਸਿਸ ਹੈ ਨਾ ਉਹਨੂੰ ਅਸੀਂ ਬਿਲਕੁਲ ਨਹੀਂ ਮੰਨਦੇ, ਅਸੀਂ ਬਲਕਿ ਸਮਝਦੇ ਹਾਂ ਕਿ ਉਹ ਵੀ ਇੱਕ ਸਾਜ਼ਿਸ਼ ਸੀ, ਬੜੀ ਡੈਲੀਕੇਟ ਕਿਸਮ ਦੀ, ਬਰੀਕ ਕੰਮ ਵਿਖਾਇਆ ਹਾਫਿਜ਼ ਸਾਹਿਬ ਨੇ ਪੰਜਾਬੀ ਨੂੰ ਮਾਰਨ ਲਈ। ਤੁਸੀਂ ਬਿਲਕੁਲ ਮੈਂ ਇਸੇ ਪਾਸੇ ਆ ਰਹੀ मैडम पूरी हो गई है कि ਅਸੀਂ ਨਹੀਂ ਮੰਨਦੇ। ਹਾਂ ਉਹ ਮੈਂ ਇਸੇ ਪਾਸੇ ਮੈਂ ਉਹ ਇਸ ਵਾਸਤੇ ਕਿ ਦੇਖੋ ਨਾ ਇਹ ਕਹਿ ਦੇਣਾ ਕਿ ਜੀ ਉਰਦੂ ਐਕਸਟੈਂਸ਼ਨ ਹੈ ਪੰਜਾਬੀ ਦੀ, ਔਰ ਫਿਰ ਜ਼ਾਹਿਰ ਹੈ ਕਿ ਉਹ ਇੱਕ ਐਂਸ਼ੀਐਂਟ ਲੈਂਗੁਏਜ ਜਿਹੜੀ ਹੈ, ਇੱਕ ਕਦੀਮ ਲੈਂਗੁਏਜ ਜਿਹੜੀ ਉਹ ਤਾਂ ਮਰ ਗਈ। ਹੁਣ ਉਰਦੂ ਤੇ ਬੁਨਿਆਦੀ ਤੌਰ ਤੇ ਤੁਹਾਨੂੰ ਪਤਾ ਹੈ ਉਰਦੂ ਹਿੰਦੀ ਫਿਲਮਾਂ ਅਸੀਂ ਦੇਖਦੇ ਹੀ ਹਾਂ, ਕਿੰਨਾ ਕੁ ਫਰਕ ਸਾਨੂੰ ਮਹਿਸੂਸ ਹੁੰਦਾ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਂ ਉਸੇ ਪਾਸੇ ਆ ਰਹੀ ਸੀ। ਮੈਂ ਤੁਹਾਡੀ ਹੀ ਗੱਲ ਨੂੰ ਸੈਕਿੰਡ ਕਰਾਂਗੀ ਕਿ ਇਹ ਗੱਲ ਜਿਹੜੀ ਹੈ ਮਤਲਬ ਇਹ 1928 ਦੇ ਵਿੱਚ ਕਿਤਾਬ ਆਈ ਸੀ। ਉਸ ਤੋਂ ਬਾਅਦ ਤੁਸੀਂ 1928 ਤੋਂ ਬਾਅਦ ਦੇਖ ਲਵੋ ਕਿ 100 ਸਾਲ ਤੇ ਹੋਣ ਵਾਲੇ ਨੇ ਨਾ, 4-5 ਸਾਲ ਨੂੰ 100 ਸਾਲ ਹੋ ਜਾਣਗੇ। ਤੇ ਇਸ ਸਾਰੇ ਅਰਸੇ 'ਚ ਮੇਰਾ ਤਾਂ ਚੁੱਕਿ ਪੇਸ਼ਾਵਰਾਨਾ ਮਜਬੂਰੀ ਹੈ, ਮੈਂ ਤੇ ਇਹਨਾਂ ਚੀਜ਼ਾਂ ਨੂੰ ਪੜ੍ਹਨਾ ਹੀ ਪੜ੍ਹਨਾ ਹੁੰਦਾ ਹੈ। ਮੈਂ ਕਿਤੇ ਨਹੀਂ ਦੇਖਿਆ ਕਿ ਕਿਸੇ ਨੇ ਬੜੇ ਧੜੱਲੇ ਦੇ ਨਾਲ ਇਹ ਗੱਲ ਚੁੱਕੀ ਹੋਵੇ ਕਿ ਤੁਸੀਂ ਸ਼ੀਰਾਨੀ ਸਾਹਿਬ ਬਹੁਤ ਵੱਡਾ ਨਾਂ ਹੈ, ਬਹੁਤ ਵੱਡਾ ਨਾਂ ਹੈ, ਉਹਨਾਂ ਦੇ ਰੁਤਬੇ ਤੋਂ ਮੈਂ ਇਨਕਾਰ ਨਹੀਂ ਕਰ ਰਹੀ ਹਾਂ, ਲੇਕਿਨ ਉਹਨਾਂ ਦੀ ਰਾਏ ਤੋਂ ਇਖਤਲਾਫ ਤੇ ਕੀਤਾ ਜਾ ਸਕਦਾ ਨਾ, ਉਸ ਦੇ ਵਿੱਚ ਤੇ ਸਾਨੂੰ ਕੋਈ ਮਸਲਾ ਨਹੀਂ ਹੈ। ਹੁਣ ਆ ਕੇ ਯਾਨੀ 2021 ਦੇ ਵਿੱਚ ਆ ਕੇ ਗਵਰਨਮੈਂਟ ਕਾਲਜ ਦੇ ਵਿੱਚ ਪਹਿਲੀ ਵਾਰੀ ਇੱਕ ਥੀਸਿਸ ਅਸੀਂ ਦਿੱਤਾ ਹੈ ਐਮਫਿਲ ਦਾ, ਔਰ ਉਹਦੇ ਵਿੱਚ ਅਸੀਂ ਉਸ ਤਾਲਬਾ ਨੂੰ ਕਿਹਾ ਹੈ ਕਿ ਪੁੱਤਰ ਤੂੰ ਇਹ ਕਿਤਾਬ ਕੱਢ, ਇਹਦੇ ਤੇ ਪੰਜਾਬੀਆਂ ਵਾਲਿਆਂ ਕੋਲੋਂ ਵੀ ਸਾਰੀਆਂ ਗੱਲਾਂ ਲੈ ਕੇ ਆ, ਇਹਦੇ ਤੋਂ ਜਿਹੜੀ ਪੋਲੀਟੀਕਲ ਲੈਂਗੁਏਜ ਪੋਲੀਟਿਕਸ ਹੁੰਦੀ ਸੀ ਜਿਹਦੇ ਨਾਲ ਇਹ ਕੋਸ਼ਿਸ਼ ਕੀਤੀ ਗਈ ਕਿ ਜਨਾਬ ਉਰਦੂ ਜਿਹੜੀ ਹੈ ਉਹੀ ਹੋਣੀ ਚਾਹੀਦੀ ਹੈ ਇੱਥੇ ਜ਼ਬਾਨ, ਜਾਂ ਉਹੀ ਸਾਡੀ ਜ਼ਬਾਨ ਹੈਗੀ ਹੈ, ਜਾਂ ਉਰਦੂ ਜਿਹੜੀ ਹੈ ਉਹ ਤਰੱਕੀ ਦੀ ਜ਼ਬਾਨ ਹੈਗੀ ਹੈ, ਉਹ ਤਹਿਜ਼ੀਬ ਦੀ ਜ਼ਬਾਨ ਹੈ, ਮੁਹੱਜ਼ਬ ਦੀ ਜ਼ਬਾਨ ਹੈ। ਉਹ ਜਿਹੜੀ ਪੂਰੀ ਗੇਮ ਖੇਡੀ ਗਈ ਉਹਦੇ ਨਾਲ ਜ਼ਰਾ ਜੋੜ ਕੇ ਤੇ ਵੇਖ ਕਿ ਭਲਾ ਗੱਲ ਕੀ ਬਣਦੀ ਹੈ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਉਹਨਾਂ ਨੇ ਕੀਤਾ, ਮੈਂ ਇਹ ਕਿਹਾ ਕਿ ਅਸੀਂ ਹੁਣ ਉਹਨੂੰ ਇਹ ਟਾਸਕ ਦਿੱਤਾ, ਹੋ ਸਕਦਾ ਅਸੀਂ ਗਲਤ ਸਾਬਤ ਹੋ ਜਾਈਏ, ਹੋ ਸਕਦਾ ਅਸੀਂ ਸਹੀ ਸਾਬਤ ਹੋ ਜਾਈਏ। ਨਹੀਂ ਇਹਦੇ 'ਚ ਮੈਂ ਇੱਕ ਚੀਜ਼, ਇਹ ਜਦੋਂ ਤੁਸੀਂ ਐਮਫਿਲ ਦਾ ਥੀਸਿਸ ਕਰਾਓ ਨਾ, ਇਹਦੇ 'ਚ ਇੱਕ ਹੋਰ ਚੀਜ਼ ਵੀ ਗੌਰ ਕਰਵਾਉਣਾ, ਇਹਦੇ ਤੇ ਵੀ ਸਟੱਡੀ ਕਰਵਾਉਣਾ ਕਿ ਇਹ ਜਿਹੜੇ ਹਾਫਿਜ਼ ਸ਼ਰਾਜ਼ੀ ਐਂਡ ਕੰਪਨੀ ਐਂਡ ਸੋ ਜਿਹੜੇ ਲੋਕ ਆਏ ਬਾਅਦ 'ਚ, ਇਹ ਸੂਫੀਆਂ ਤੋਂ ਬਾਅਦ ਆਏ ਨੇ ਸਾਰੇ, ਸੂਫੀਆਂ ਤੋਂ ਬਾਅਦ ਬ੍ਰਿਟਿਸ਼ ਰਾਜ ਤੋਂ ਬਾਅਦ ਦੇ ਥੀਸਿਸ ਔਰ ਬਾਅਦ ਦੀਆਂ ਪੈਦਾਵਾਰਾਂ ਨੇ, ਇਹ ਦੇਨ 'ਚ ਰੱਖੋ। ਇਹ ਉਸ ਤੋਂ ਪਹਿਲੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਹਾਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਖੁਦ ਸ਼ੀਰਾਨੀ ਸਾਹਿਬ ਦੇ ਵੀ ਮੇਰੇ ਕੋਲ ਇੱਥੇ ਕੋਲ ਹੀ ਪਏ ਨੇ ਸਾਰੀ ਚੀਜ਼ਾਂ, ਉਹਨਾਂ ਦੇ ਵੀ ਜਿੰਨੇ ਆਰਟੀਕਲ ਸਨ ਉਹਨਾਂ ਵਿੱਚ ਜ਼ਬਾਨ ਨੂੰ ਲੈ ਕੇ ਕੋਈ ਆਰਟੀਕਲ ਨਹੀਂ ਸੀ ਹੈ ਪਹਿਲੇ। ਇੱਕਦਮ ਉਹਨਾਂ ਨੂੰ ਕਿਤੇ ਮਤਲਬ ਖਿਆਲ ਆਇਆ ਤੇ ਉਹਨਾਂ ਨੇ ਜਿਸ ਤਰ੍ਹਾਂ ਵੀ ਆਇਆ ਉਹਨਾਂ ਨੇ ਉਹ ਲਿਖਣਾ ਸ਼ੁਰੂ ਕਰ ਦਿੱਤਾ। ਇਹਦੇ ਉੱਤੇ ਹੁਣ ਅਸੀਂ ਰਿਸਰਚ ਕਰਾ ਰਹੇ ਹਾਂ, ਬਾਕਾਇਦਾ ਇੱਕ ਡਿਗਰੀ ਦੀ ਰਿਸਰਚ ਹੋਏਗੀ। ਗੱਲ ਫਿਰ ਉਹੀ ਹੈ ਕਿ ਅਸੀਂ ਜਾਂ ਸਹੀ ਸਾਬਤ ਹੋ ਜਾਵਾਂਗੇ ਜਾਂ ਗਲਤ ਸਾਬਤ ਹੋ ਜਾਵਾਂਗੇ, ਦੋਨਾਂ ਗੱਲਾਂ ਤੇ ਹੋਣ ਵਿੱਚੋਂ ਕੋਈ ਇੱਕ ਤੇ ਹੋਏਗੀ ਨਾ। ਗੱਲ ਇਹ ਕਿ ਗੱਲ ਤੇ ਹੋਈ ਨਾ, ਕੁਐਸਚਨ ਤੇ ਚੁੱਕਿਆ ਗਿਆ ਨਾ। ਇਹ ਜਦੋਂ ਇਹ ਗੱਲਾਂ ਸਾਨੂੰ ਸਮਝ ਆਪ ਨੂੰ ਆ ਜਾਣਗੀਆਂ ਤੇ ਫਿਰ ਅਸੀਂ ਨਾਲ ਨਾਲ ਦੂਜਿਆਂ ਨੂੰ ਵੀ ਸਮਝਾ ਲਵਾਂਗੇ। ਬੜੀ ਸੋਹਣੀ ਤੁਸੀਂ ਗੱਲ ਕੀਤੀ ਸਾਸ਼ਾ, ਤੁਸੀਂ ਵੀ ਗੌਰ ਨਾਲ ਸੁਣੋ ਕਿ ਮੁਕਾਲਮਾ ਨਹੀਂ ਹੋਇਆ ਅੱਜ ਤੱਕ, ਮੁਕਾਲਮਾ ਨਹੀਂ ਹੋ ਰਿਹਾ। ਸਾਡੀ ਜਿਹੜੀ ਮਾਂ ਬੋਲੀ ਹੈ ਨਾ, ਇਹਦੇ ਉੱਤੇ ਕਦੀ ਮੁਕਾਲਮਾ ਨਹੀਂ ਹੋਇਆ। ਇਹਨਾਂ ਤਾਂ ਬੜਾ ਬੁਨਿਆਦੀ ਮੁਕਾਲਮਾ ਚੁਣਿਆ ਹੈ ਨਾ। ਇਹ ਜਿਹੜੀ ਕੱਲ ਦੀ ਗੱਲ ਏ, ਕੱਲ ਪਰਸੋਂ ਪੈਦਾ ਹੋਈ ਸਰਾਇਕੀ, ਉਹ 1963 ਤੋਂ ਬਾਅਦ, ਇਹਦੇ ਤੇ ਵੀ ਮੁਕਾਲਮਾ ਨਹੀਂ ਹੋਇਆ ਅੱਜ ਤੱਕ। ਕੋਈ ਲਿੰਗੁਇਸਟ ਬਿਠਾ ਕੇ ਦੁਨੀਆ ਦੇ ਗੈਰ ਜਾਨਬਦਾਰ ਮੁਕਾਲਮਾ ਕਰਾਇਆ ਜਾਂਦਾ ਕਿ ਆਇਆ ਕਿ ਵੱਖਰੀ ਜ਼ੁਬਾਨ ਹੈ ਜਾਂ ਨਹੀਂ, ਇਹਦੇ ਤੇ ਵੀ ਕੋਈ ਇਹ ਰਿਆਸਤ ਨੇ ਫੈਸਲਾ ਕਰਤਾ ਹੈ ਬਸ। ਹਾਂਜੀ, ਮੈਨੂੰ ਲੱਗਦਾ ਬੇਸਿਕਲੀ ਇਹ ਜ਼ਿੱਦਾਂ ਦੇ ਫੈਸਲੇ ਨੇ, ਇਹ ਸੋਚ ਸਮਝ ਕੇ ਕੀਤੇ ਹੋਏ ਫੈਸਲੇ ਨਹੀਂ ਕੀਤੇ ਗਏ। ਅੱਛਾ ਇੱਕ ਮੈਂ ਬਿਲਕੁਲ ਜ਼ਿੱਦਾਂ ਦੇ ਫੈਸਲੇ ਨੇ। ਸਾਸ਼ਾ 1982 ਚ ਜਨਰਲ ਜ਼ਿਆ ਨੇ ਇਹਨੂੰ ਦੀ ਆਮਰੀਅਤ ਚ ਇਹਨੂੰ ਸਰਕਾਰੀ ਸਟੇਟਸ ਮਿਲਿਆ ਨਾ ਵੱਖਰੀ ਜ਼ੁਬਾਨ ਦਾ। ਇੱਕ ਨਾ ਮੈਨੂੰ ਗੱਲ ਹੋਰ, ਇੱਕ ਤਜਵੀਜ਼ ਹੋਰ ਮੇਰੇ ਜ਼ਿਹਨ ਚ ਆਈ ਹੈ, ਉਹ ਵੀ ਇੱਥੇ ਤੁਹਾਡੀ ਇਸ ਪ੍ਰੋਗਰਾਮ ਦੀ ਵਸਾਤਤ ਨਾਲ ਹੀ। ਮੈਂ ਜਦੋਂ 9ਵੀਂ 10ਵੀਂ ਚ ਪੜ੍ਹਦੀ ਸੀ, ਮੇਰੇ ਪਿੰਡ ਵਾਲੇ ਆਏ ਸਨ ਇੱਥੋਂ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਤੋਂ, ਉੱਥੋਂ ਨਿਕਲ ਕੇ ਬਟਵਾਰੇ ਦੇ ਟਾਈਮ ਤੇ ਉਹ ਇੱਥੇ ਆਏ ਸਨ ਮੇਰੇ ਮਾਪਿਓ। ਤੇ ਜਦੋਂ ਮੈਂ 9ਵੀਂ 10ਵੀਂ ਚ ਪੜ੍ਹਦੀ ਸੀ, ਮੇਰੇ ਨਾਨਾ ਨੇ ਬ੍ਰਿਟਿਸ਼ ਆਰਮੀ ਨੂੰ ਵੀ ਸਰਵ ਕੀਤਾ ਸੀ। ਕੋਈ ਮੈਨੂੰ ਸਮਝ ਨਹੀਂ ਲੱਗਦੀ ਵੈਸੇ ਕਿ ਮੈਨੂੰ ਇਹ ਫਖਰ ਨਾਲ ਦੱਸਣਾ ਚਾਹੀਦਾ ਜਾਂ ਸ਼ਰਮ ਨਾਲ ਦੱਸਣਾ ਚਾਹੀਦਾ ਕਿ ਉਹਨਾਂ ਨੇ ਬ੍ਰਿਟਿਸ਼ ਆਰਮੀ ਨੂੰ ਵੀ ਸਰਵ ਕੀਤਾ ਸੀ।
ਲੇਕਿਨ ਅੱਛਾ, ਬਾਹਰ ਹੁਸ਼ਿਆਰਪੁਰ ਵੀ ਮਾਝੇ ਹਾਂ ਦੇ ਵਿੱਚ ਮਾਝੀ ਮਾਝੇ ਬੋਲੀ ਜਾਂਦੀ ਹੈ ਮੇਰੇ ਬਿਲਕੁਲ ਖਿਆਲ। ਬਿਲਕੁਲ ਇਸੇ ਤਰ੍ਹਾਂ ਦੀ। ਆ ਤਾਂ ਤੇ ਉਹ ਸਾਡੀ ਸਾਡੀ ਬੈਠੀ ਨਾ ਕਸੂਰਨ, ਇਹ ਤੇ ਕਿੰਨੀ ਹਾਂ ਸੋਹਣੀ ਪੰਜਾਬੀ ਬੋਲੀ। ਮੈਨੂੰ ਤਾਂ ਸਾਡਾ ਮਤਲਬ ਅੱਜ ਜਿਹੜਾ ਪੀਐਨਐਮ ਦਾ ਵਿਹੜਾ ਹੈ ਨਾ, ਉਹ ਰਹਿਮਤਾਂ ਨਾਲ ਭਰਿਆ ਹੈ। ਉਹ ਭਰਿਆ ਧੀਆਂ ਹੈ। ਰਹਿਮਤ ਹੁੰਦੀਆਂ। ਹਾਂ, ਮਾਵਾ ਤੇ ਧੀਆਂ ਕੋ, ਇੱਕ ਮਾਵਾ ਮਾਵਾਂ ਧੀਆਂ ਧੀਆਂ ਕੋ ਮੈਂ ਰਹਿਮਤ ਮਾਂ ਹੁੰਦੀਆਂ ਜੋ ਨਾ। ਧੀ। ਹਾਂ ਹਾਂ, ਹਾਂ, ਤੇ ਉਹ ਤੇ ਗੱਲ ਮੈਂ ਇਹ ਕਰਨ ਲੱਗੀ ਸੀ ਕਿ ਮੈਂ ਜਦੋਂ 9ਵੀਂ 10ਵੀਂ ਚ ਪੜ੍ਹਦੀ ਸੀ ਤੇ ਐਵੇਂ ਮੈਨੂੰ ਸ਼ੌਕ ਹੋਇਆ ਤੇ ਮੈਂ ਜਿਹੜੀਆਂ ਮਾਈਆਂ ਸਨ ਉਦੋਂ ਪਿੰਡ ਦੀਆਂ, ਮੈਂ ਉਹਨਾਂ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਕਿ ਇਹ ਬਿਲਕੁਲ ਐਵੇਂ ਹੀ ਕਿ ਅੱਛਾ ਅੰਮਾ ਜੀ ਤੁਸੀਂ ਆਏ ਸੀ, ਫਿਰ ਕੀ ਹੋਇਆ, ਫਿਰ ਵਿੱਚ ਪਾਣੀ ਆ ਗਿਆ, ਫਿਰ ਉੱਥੇ ਹੈਜ਼ਾ ਤੁਹਾਨੂੰ ਹੋ ਗਿਆ, ਉਹ ਡਕਾਰ ਆਉਣ ਲੱਗ ਪਏ, ਕੀ ਹੋਇਆ। ਅੱਛਾ ਉਹ ਇੱਕ ਕੰਮ ਮੈਂ ਕੀਤਾ ਤੇ ਐਸੀ ਤੇ ਹੀ ਦੁਬਾਰਾ ਮੈਨੂੰ ਇੱਕ ਖਿਆਲ ਆਇਆ ਕਿ ਮੈਂ ਕਿਉਂ ਨਾ ਜਿਹੜੇ ਕੋਈ 2 4 6 ਰਹਿ ਗਏ ਨੇ ਵਿਚਾਰੇ, ਜਿਹੜੇ ਉਦੋਂ ਨਿੱਕੇ ਸਨ, ਕੋਈ 9-10 ਸਾਲ ਦਾ ਬੰਦਾ, ਕੋਈ ਬੀਬੀ, ਜਾਂ ਜਿਨ੍ਹਾਂ ਨੇ ਫਸਟ ਹੈਂਡ ਨੌਲੇਜ ਲਿਆ ਹੋਇਆ ਸੀ, ਉਹਨਾਂ ਦੀਆਂ ਮੈਂ ਵੀਡੀਓਜ਼ ਰਿਕਾਰਡ ਕਰਾਂ। ਠੀਕ ਹੈ, ਉਹ ਮੈਂ ਸਿਲਸਿਲਾ ਹੁਣ ਸ਼ੁਰੂ ਕੀਤਾ ਹੋਇਆ ਹੈ ਕਿ ਮੈਂ ਪਿੰਡ ਆਪਣੇ ਕਿਸੇ ਇੱਕ ਬਾਬੇ ਨੂੰ, ਕਿਸੇ ਇੱਕ ਮਾਈ ਨੂੰ ਫੜ ਲੈਣੀ ਹੈ ਤੇ ਉਹਦੇ ਨਾਲ ਪੰਜਾਬੀ 'ਚ ਗੱਲਾਂ ਕਰੀਦੀਆਂ ਨੇ। ਅਗਰ ਅਸੀਂ ਇਹ ਕੰਮ ਸ਼ੁਰੂ ਕਰ ਦਈਏ, ਅਸੀਂ ਬੜੀਆਂ ਵੀਡੀਓ ਬਣਾਉਂਦੇ ਹਾਂ ਨਾ, ਕਦੀ ਇੱਧਰ ਜਾ ਕੇ ਕਦੀ ਉੱਧਰ ਜਾ ਕੇ, ਅਸੀਂ ਆਪ ਹੀ ਇਹ ਕੰਮ ਸ਼ੁਰੂ ਕਰ ਦਈਏ ਕਿ ਕਿਸੇ ਮਾਈ ਬਾਬੇ ਨੂੰ ਲੈ ਕੇ ਪਿੰਡ ਥਾਂ ਦੇ ਵਿੱਚ ਬਹਿ ਜਾਈਏ, ਉਹਦੇ ਨਾਲ ਪੰਜਾਬੀ ਨਾਲ ਗੱਲ ਕਰੀਏ, ਉਹਦੀ ਵੀਡੀਓ ਬਣਾਈਏ, ਉਹਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲਾਈਏ ਜਾਂ ਟਿਕਟੌਕ ਤੇ ਲਾਈਏ ਜਾਂ ਜਿਵੇਂ ਵੀ, ਤੇ ਉਹ ਸਾਡੇ ਇਸ ਅਮਲ ਦੇ ਨਾਲ ਆਲੇ ਪਾਲੇ ਆਸੇ ਪਾਸੇ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਅਹਿਸਾਸ ਬੱਚੀਆਂ ਕਰ ਹੋਵੇਗਾ। ਰਹੀਆਂ, ਪੁਰਵਾ ਕਰ ਹਾਂ ਰਹੀ ਹੈ ਇਸ ਤਰ੍ਹਾਂ। ਹਾਂ, ਲੇਕਿਨ ਇਹਨੂੰ ਮਤਲਬ ਇਹਨੂੰ ਜ਼ਿਆਦਾ ਫੈਲਾਈਏ। ਹਰ ਪਿੰਡ ਦੇ ਵਿੱਚ ਅਗਰ ਇੱਕ ਮੁੰਡਾ, ਇੱਕ ਧੀ ਸਾਡੀ ਜਿਹੜੀ ਹੈ, ਉਹ ਇਹੋ ਜਿਹਾ ਕੋਈ ਕੰਮ ਕਰੇ। ਇਹ ਜਿਹੜੀ ਸਾਸ਼ਾ ਨੇ ਗੱਲ ਕੀਤੀ ਨਾ, ਉਹ ਹਾਂ ਸਿੱਟਣ ਵਾਲੀ ਨਹੀਂ, ਉਹ ਹੋਰ ਪੱਕੀ ਕਰਕੇ ਬੰਨਣ ਵਾਲੀ ਹੈ। ਤੇ ਉਹ ਇੰਜ ਬੰਨਣ ਵਾਲੀ ਕਿ ਸਾਸ਼ਾ ਕਹਿ ਰਹੀ ਕਿ ਜ਼ਿੱਦ ਮੱਲੋ, ਠੀਕ ਹੈ। ਇਹਦਾ ਉਲਟ ਸਾਨੂੰ ਜ਼ਿੱਦ ਮੱਲ ਕੇ ਪੰਜਾਬੀ ਬੋਲਣੀ ਚਾਹੀਦੀ। ਹਾਂ, ਜ਼ਿੱਦ ਮੱਲੋ, ਸਹੀ ਕਹਿ ਰਹੀ ਹੈ, ਸਹੀ ਕਹਿ ਰਹੀ ਹੈ। ਉਹ ਤਗੜੀ ਹੈ ਨਾ, ਮੈਨੂੰ ਜ਼ਿੱਦ ਮੱਲੇਗੀ। ਹਾਂ ਮੱਲੇਗੀ ਜੀ। ਹੁਣ ਬੁੱਲੇ ਸ਼ਾਹ ਦੇ ਸ਼ਹਿਰ ਦੀ ਤੇ ਜ਼ਿੱਦ ਤਾਂ ਮੱਲੇਗੀ। ਉਹਨੇ ਨਹੀਂ ਮੱਲੀ ਤੇ ਸੱਜੀ ਹੋਰ ਜੀ, ਅਸੀਂ ਤੇ ਨਹੀਂ ਨਾ ਮੱਲੀ ਫਿਰ। ਹਾਂ, ਇਹ ਤੇ ਰਿਬੈਲ ਤਾਂ ਸ਼ੁਰੂ ਹੀ ਉੱਥੋਂ ਹੁੰਦਾ ਹੈ, ਉੱਥੋਂ ਹੀ ਹੁੰਦਾ ਹੈ, ਉੱਥੋਂ ਹੀ ਤਾਂ ਸਾਡੇ ਆਉਂਦੀ ਹੈ, ਉੱਥੋਂ ਹੀ ਤਾਂ ਫਿਰ ਉੱਥੇ ਨੂਰ ਜਾਨ ਨਿਕਲਦੀ ਹੈ, ਫਿਰ ਉੱਥੋਂ ਹੀ ਸਾਰੇ ਪੰਜਾਬੀ ਨਿਕਲਦੇ ਨੇ, ਔਰ ਫਿਰ ਉਹਨਾਂ ਦੇ ਖੂਨ ਹੀ ਗਰਮ ਨਿਕਲਦੇ ਨੇ। ਇਹ ਹੁਣ ਜੱਟੀ ਬੋਲਦੀ ਪਈ ਤੇ ਜਰਾ ਹੁਣ ਸਾਰੇ ਜਿਹੜੇ ਨਾ ਧਿਆਨ ਰੱਖਿਆ ਜੇ। ਇਹ ਬੜੀ ਵਧੀਆ ਗੱਲ ਹੈ। ਮੈਂ ਤੁਹਾਨੂੰ ਆਪਣਾ ਦੱਸਾਂ, ਮੈਂ ਜ਼ਾਹਿਰ ਮੈਂ ਵੀ ਕੋਈ ਮਤਲਬ ਜਮਾਂਦਰੂ ਇਸ ਪਾਸੇ ਨਹੀਂ ਸੀ ਲੱਗਾ, ਬੜਾ ਲੇਟ ਆ ਕੇ ਗੱਲ ਸਮਝ ਆਈ। ਪਰ ਜਦੋਂ ਵੀ ਆ ਜਾ ਚੰਗੀ ਗੱਲ ਹੁੰਦੀ, ਸ਼ੌਰ ਜਦੋਂ ਵੀ ਆ ਜਾਏ। ਤੇ ਹੁਣ ਮੈਨੂੰ ਅਕਸਰ ਫੋਨ ਆਉਂਦੇ ਨੇ, ਕਦੀ ਕਿਸੇ ਕਸਟਮਰ ਸਰਵਿਸ ਤੋਂ ਆ ਗਿਆ, ਕਿਸੇ ਬੱਚੀ ਦਾ, ਇੱਥੋਂ ਲਾਹੌਰੋਂ ਆ ਗਿਆ, ਪਿੰਡੀ ਤੋਂ ਆ ਗਿਆ, ਕੋਈ ਹੋਰ ਪ੍ਰਾਪਰਟੀ ਡੀਲਰਸ ਤੇ ਆ, ਉਹ ਉਰਦੂ 'ਚ ਗੱਲ ਕਰਦੇ ਨੇ ਤੇ ਮੈਂ ਉਹਨਾਂ ਨਾਲ ਮੁਸਲਸਲ ਦੀ ਪੰਜਾਬੀ 'ਚ ਹੀ ਗੱਲ ਕਰਨਾ ਕਿ ਮਤਲਬ ਤੁਸੀਂ ਬਾਹਰੋਂ ਹੋਵੋ ਤੇ ਚਲੋ ਮੈਂ ਫਿਰ ਵੀ ਔਖਾ ਹੋ ਜਾ, ਲੇਕਿਨ ਉਹਨਾਂ ਦੇ ਰੱਦੇ ਅਮਲ ਦੇ ਵਿੱਚ ਹੁਣ ਮੈਂ ਜਿਹੜੇ ਉਰਦੂ ਸਪੀਕਿੰਗ ਨੇ ਨਾ, ਉਹਨਾਂ ਨਾਲ ਵੀ ਪੰਜਾਬੀ 'ਚ ਹੀ ਗੱਲ ਕਰਨਾ, ਔਰ ਧੱਕੇ ਨਾਲ ਕਰਨਾ ਕਿ ਭਈ ਕਿਸ ਗੱਲੋਂ, ਕਿਸ ਪਾਰੋਂ ਤੁਸੀਂ 7% ਆਏ। ਮੈਂ ਤੁਹਾਨੂੰ ਦੱਸਦਾ ਜਾਂ ਮੇਰੀ ਬੀਵੀ ਜਿਹੜੀ ਆ ਉਰਦੂ ਸਪੀਕਿੰਗ ਹੈ, ਤੇ ਮੈਂ ਉਹਨੂੰ ਕਹਿੰਦਾ ਹੁੰਦਾ ਤੁਸੀਂ 7% ਆਏ ਤੇ ਤੁਸੀਂ 7% ਆ ਕੇ ਇਥੋਂ ਦੀਆਂ 93% ਆਬਾਦੀ ਨੂੰ, ਜਿੰਦੇ 'ਚ ਸਿੰਧੀ ਵੀ ਸ਼ਾਮਲ ਨੇ, ਪਸ਼ਤੂਨ ਬਲੋਚ ਵੀ ਸ਼ਾਮਲ ਨੇ, ਤੁਸੀਂ ਆ ਕੇ ਉਹਨਾਂ ਤੇ ਆਪਣੀ ਜ਼ੁਬਾਨ ਮੁਸੱਲਤ ਕਰ ਤੇ ਠੀਕ ਹੈ ਨਾ, ਸੇੜ ਕੇ ਤੇ ਤੁਸੀਂ ਲਿਆਏ ਸੀ ਨਾ ਫਿਰ। ਹਾਂ, ਤੁਸੀਂ ਪ੍ਰਾਹੁਣੇ ਆਏ, ਤੁਸੀਂ ਪ੍ਰਾਹੁਣੇ ਆਏ, ਸਾਨੂੰ ਪਿੱਛੇ ਲਾਈ ਖਲੋਤੇ। ਬੇਸ਼ੱਕ ਵਿਆਹ ਤੋਂ ਪਹਿਲੇ ਇਹਨਾਂ ਨੇ ਉਹਨੂੰ ਗਾਲਬ ਦੀ ਸ਼ਾਇਰੀਆਂ ਸੁਣਾ ਕੇ ਉਰਦੂ ਵਿੱਚ ਹੀ ਕੀਤਾ ਹੋਇਆ ਹੈ, ਤੇ ਬਾਅਦ ਵਿੱਚ ਕਹਿੰਦੇ ਨੇ ਕਿ ਤੁਸੀਂ ਸਾਡੇ ਤੇ ਕਬਜ਼ਾ ਕਰਦੇ। ਤੁਸੀਂ ਸਹੀ ਕਿਹਾ, ਹੁਣ ਬਚ ਕੇ ਰਹੋ। ਹਾਂ, ਨਹੀਂ ਇਹ ਜਿਹੜਾ ਕੰਮ ਤੁਸੀਂ ਕੀਤਾ ਹੈ ਨਾ, ਇਹ ਅਸੀਂ ਪੰਜਾਬੀਆਂ ਨੇ ਸਾਰਿਆਂ ਨੇ ਰਲ ਕੇ ਕੀਤਾ ਹੈ। ਅਸੀਂ ਆਪ ਚੁੱਕ ਕੇ ਉਹਨਾਂ ਨੂੰ ਮਾਈ ਜਿੰਦਾ ਜਿਹੜੀ ਹੈ ਨਾ, ਉਹ ਜਾਗ ਰਹੀ ਹੈ ਇਹਦੇ 'ਚ। ਤੇ ਇਹ ਗੱਲ ਵੈਸੇ ਦੇਖੋ ਕਿ ਗੱਲ ਬਿਲਕੁਲ ਉਹਦੀ ਸਹੀ ਹੈ ਕਿ ਉਹ ਅਸੀਂ ਆਪ ਉਹਨਾਂ ਨੂੰ ਸਹੀ ਕੇ ਆਏ ਹਾਂ, ਅਸੀਂ ਆਪ ਉਹਨਾਂ ਨੂੰ ਵੈਲਕਮ ਕੀਤਾ ਹੈ, ਔਰ ਉਹਦੇ 'ਚ ਕੋਈ ਬੁਰੀ ਗੱਲ ਨਹੀਂ ਸੀ ਹੈ। ਇਹਦੇ 'ਚ ਕੋਈ ਬੁਰੀ ਗੱਲ ਨਹੀਂ ਸੀ ਹੈ, until and unless ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਥ ਤਾਪਣ ਵਾਸਤੇ ਆਪਣਾ ਘਰ ਨਾ ਸਾੜ ਪੈਂਦੇ। ਹਾਂ, ਨਹੀਂ, ਉਹ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਸਮਝਣਾ ਉਹਦੇ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੀ ਗਲਤੀ ਨੂੰ ਰਿਅਲਾਈਜ਼ ਕਰਨਾ ਔਰ ਮੰਨ ਲੈਣਾ। ਮੈਂ ਆਪਣੀ ਗਲਤੀ ਐਡਮਿਟ ਕਰਨਾ,
ਇਹ ਤੁਸੀਂ ਬੇਗਮ ਨੂੰ ਦੁੱਧ ਮੂੰਹ ਵੀ ਵਿਖਾਣਾ ਦਾ ਧਿਆਨ ਦੇਣਾ। ਤੁਸੀਂ ਇਹ ਆਪਣੀ ਤੁਸੀਂ ਇਹ ਗਲਤੀ ਐਡਮਿਟ ਕਰ ਰਹੇ ਹੋ ਕਿ ਤੁਸੀਂ ਵਿਆਹ ਕੀਤਾ, ਕਿ ਤੁਸੀਂ ਇਹ ਗੱਲ ਐਡਮਿਟ ਕਰ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਇਹ ਕਹਿ ਕੇ ਟ੍ਰੈਪ ਕੀਤਾ? ਨਹੀਂ ਨਹੀਂ, ਟ੍ਰੈਪ ਨਹੀਂ ਕੀਤਾ ਕਿ ਆ ਜਿਹੜਾ ਉਰਦੂ ਬੋਲਣੀਆਂ ਆ ਜਿਹੜੀਆਂ ਰਾਤੀ ਟਵਿੱਟਰ ਤੇ ਤੁਸੀਂ ਤੇ ਯੰਗਸਟਰ ਉਹ ਦੇਖਦੇ ਰਹਿੰਦੇ ਹੋਵੋਗੇ, ਸਾਡੇ ਪੰਜਾਬ ਦੀਆਂ ਹੀ ਧੀਆਂ ਤੇ ਪੁੱਤਰ ਜਿਹੜੇ ਨੇ ਟਵਿੱਟਰ ਤੇ ਉਹ ਰਾਤੀ ਸ਼ੁਰੂ ਹੁੰਦੇ ਨੇ ਕੋਈ 10-11 ਵਜੇ, ਮੈਂ ਉਹ ਟਾਈਮਲਾਈਨ ਸਕਰੋਲ ਕਰਨਾ ਤੇ ਨਜ਼ਰ ਆਉਂਦੀ ਉਹ ਕੋਈ ਉਰਦੂ ਇਸ਼ਕੀਆ ਸ਼ਾਇਰੀ ਉੱਥੇ ਚੱਲ ਰਹੀ ਹੁੰਦੀ ਰਾਤ ਵੇਲੇ। ਮੈਂ ਕਹਿੰਦਾ ਯਾਰ ਕੀ ਪੰਜਾਬੀ 'ਚ ਪਿਆਰ ਦਾ ਇਜ਼ਹਾਰ ਨਹੀਂ ਹੋ ਸਕਦਾ? ਮਾਂ ਬੋਲੀ 'ਚ ਬੜਾ ਵਧੀਆ ਹੁੰਦਾ, ਬੜਾ ਸੋਹਣਾ ਹੁੰਦਾ। ਉਹ ਦਿਨੇ ਦਿਨੇ ਹੁੰਦਾ ਲੋਕ। ਹਾਂ ਹਾਂਜੀ, ਇਹ ਨਾ ਤੁਸੀਂ ਦੇਖੋ ਖਿਆਲਾਤ ਦੀ ਜ਼ਬਾਨ ਆਪਾਂ ਨਹੀਂ ਬਦਲ ਸਕਦੇ ਇਸ ਤਰ੍ਹਾਂ ਕਰਕੇ। ਇਹ ਇਹਨਾਂ ਦੇ ਆਪਣੇ ਹੀ ਅੰਦਰੋਂ ਹੀ ਉੱਠਦੀ ਹੈ ਚੀਜ਼ਾਂ ਨਾ, ਇਹ ਅੰਦਰੋਂ ਹੀ ਹੈ ਉੱਠਦੀ ਹੈ। ਅਗਰ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਕਿਸੇ ਇਹ ਹੀ ਟਾਕ ਸ਼ੋ ਅਸੀਂ ਉਰਦੂ ਵਿੱਚ ਕਰ ਰਹੇ ਹੁੰਦੇ ਨਾ, ਅਸੀਂ ਜਿੰਨੇ ਹੁਣ ਖੁੱਲੇ ਹੋਏ ਆ ਨਾ ਇੱਕ ਦੂਸਰੇ ਨਾਲ, ਆਪਣੇ ਕਹਿ ਲਓ ਕਿ ਇੱਕ ਇੰਨੀ ਮਿੱਠੀ ਗੁਫ਼ਤਗੂ ਸਾਡੀ ਆਪਸ 'ਚ ਹੋ ਰਹੀ ਹੈ, ਹਾਸਾ ਖੇਡਾ ਹੋ ਰਿਹਾ, ਔਰ ਸ਼ਾਇਦ ਉਹਦੇ ਵਿੱਚ ਨਾ ਹੋ ਪਾਉਂਦਾ। ਉਹਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਫਾਰਮਲ ਡਿਸਕਸ਼ਨ ਜਿਸ ਤਰ੍ਹਾਂ ਸਿਆਸਤ ਦੇ ਰੋਲੇ ਰੋਈਦੇ ਨੇ, ਬਾਕੀ ਚੀਜ਼ਾਂ ਦੇ ਰੋਲੇ ਰੋਈਦੇ ਨੇ, ਉਸ ਤਰ੍ਹਾਂ ਰੋ ਕੇ ਚਲੇ ਜਾਂਦੇ। ਇੰਗਲਿਸ਼ ਵਿੱਚ ਅਸੀਂ ਜ਼ਿਆਦਾ ਹੀ ਥੋੜੇ ਜਿਹੇ ਔਰ ਕੰਜ਼ਰਵੇਟਿਵ ਤੇ ਕੰਜ਼ਰਵ ਹੋ ਜਾਣਾ ਸੀ, ਥੋੜਾ ਜਿਹਾ ਅਸੀਂ ਔਰ ਰਿਜ਼ਰਵ ਹੋ ਜਾਣਾ ਸੀ, ਤੇ ਬਲਕਿ ਥੋੜਾ ਜਿਹਾ ਸੀ ਨਾ ਉਹਨੂੰ ਉਸ ਸਟਾਈਲ ਵਿੱਚ ਲੈ ਲੈਣਾ ਸੀ। ਇਹ ਮੈਨੂੰ ਲੱਗਦਾ ਹੈ ਕਿ ਮੈਂ ਵੀ ਕਿਉਂਕਿ ਉਸ ਯੂਥ ਦਾ ਹਿੱਸਾ ਹੈਗੀ ਹਾਂ, ਮੈਨੂੰ ਲੱਗਦਾ ਹੈ ਕਿ ਅਸੀਂ ਉਹਨੂੰ ਕਹਿ ਕੇ ਨਹੀਂ ਬਦਲਾ ਸਕਦੇ ਕਿ ਤੁਸੀਂ ਆਪਣੀ ਸੋਚਾਂ ਤੇ ਪਾਬੰਦੀ ਲਾਓ। ਤੁਸੀਂ ਅਮੂਮਨ ਵੇਖੋ ਨਾ, ਉਹ ਐਸੀ ਇਹ ਸੋਚਣੀ ਉਹਨਾਂ ਨੇ ਸੀ, ਇਹ ਨਹੀਂ ਸੋਚਣਾ ਕਿ ਬੋਲਦੇ ਕਿਉਂ ਨੇ ਸੀ, ਇਹ ਸੋਚਣਾ ਕਿ ਉਹਨੇ ਬੋਲਣ ਦੇ ਪਿੱਛੇ ਰੀਜ਼ਨ ਕੀ, ਵਜ੍ਹਾ ਕੀ, ਰੀਜ਼ਨ ਤੇ ਕੌਜ਼ ਤੇ ਜਾਣਾ ਨਾ ਸੀ, ਕੀ ਵਜ੍ਹਾ ਹੋਈ ਉਹਨਾਂ ਨੂੰ। ਅਗਰ ਮੈਨੂੰ ਹੁਣ ਮੇਰੀ ਵਾਲਦਾ ਉਰਦੂ ਸਪੀਕਿੰਗ ਸੀ, ਮੇਰੀ ਵਾਲਦਾ ਲਾਹੌਰ ਦੇ ਫੈਮਿਲੀ ਤੋਂ ਸੀ, ਇੱਕ ਉਰਦੂ ਸਪੀਕਿੰਗ ਫੈਮਿਲੀ ਵਿੱਚ ਸੀ, ਕੁਈਨ ਮੈਰੀ ਤੋਂ ਪੜ੍ਹੇ। ਮੇਰੇ ਵਾਲਦ ਸਾਹਿਬ ਕਸੂਰ ਦੇ ਸੀ, ਉਹ ਪਿਓਰ ਪੰਜਾਬੀ। ਮੇਰੇ ਵਾਲਦ ਸਾਹਿਬ ਨੂੰ ਲੱਗਿਆ ਕਿ ਅਗਰ ਸਾਡੇ ਬੱਚਿਆਂ ਨੂੰ ਅਸੀਂ ਸਾਡੀ ਵਾਲਦਾ ਸਾਡੇ ਨਾਲ ਉਰਦੂ ਵਿੱਚ ਗੱਲ ਕਰੇ, ਮੇਰੇ ਵਾਲਦ ਸਾਹਿਬ ਨੂੰ ਅਸੀਂ ਆਪਣੀ ਦਾਦੀ ਨਾਲ ਪੰਜਾਬੀ ਵਿੱਚ ਗੱਲ ਕਰੀਏ। ਮੇਰੇ ਵਾਲਦ ਸਾਹਿਬ ਨੂੰ ਲੱਗਿਆ ਕਿ ਅਗਰ ਇਹਨਾਂ ਨੂੰ ਪੰਜਾਬੀ ਨਾ ਆਈ ਤੇ ਇਹਨਾਂ ਨੂੰ ਤੇ ਬੁੱਲੇ ਸ਼ਾਹ ਦੀ ਸ਼ਾਇਰੀ ਸਮਝ ਨਹੀਂ ਆਣੀ, ਇਹਨਾਂ ਨੇ ਪੰਜਾਬੀ ਬੋਲਿਆ ਫਿਰ ਠੀਕ ਹੈ। ਉਹ ਘਰ ਪੰਜਾਬੀ ਬੋਲਣਾ ਸ਼ੁਰੂ ਹੋ ਕੇ ਨਾਲ ਸਾਡੇ ਅਸੀਂ ਬੁੱਲੇ ਸ਼ਾਹ ਕਾਨਫਰੰਸਾਂ ਤੇ ਜਾਣਾ ਵੇਖਣਾ, ਬੁੱਲੇ ਸ਼ਾਹ ਸਹਿਯੋਗੀ ਹੋਏ ਸਾਡੇ ਸੱਪਾਂ ਨਾਲ ਹੀ ਹਰਾਣੇ, ਸਾਡੇ ਅੰਗੰਗ ਜ਼ਹਿਰ ਚੜਿਆ ਸਾਰਾ ਦਰਦ ਕੋਈ ਨਾ ਜਾਣੇ, ਤੇ ਅਸੀਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ। ਸਾਡੀ ਜ਼ਾਤ ਕਸੂਰੀ, ਮੇਰਾ ਸੋਹਣਾ ਸ਼ਹਿਰ ਕਸੂਰ। ਔਰ ਮੈਡਮ ਤੋਂ ਲੈ ਕੇ ਹੁਣ ਤੱਕ ਅਸੀਂ ਉਰਦੂ ਸਪੀਕਿੰਗਾਂ ਨਾਲ ਵਿਆਹ ਕੀਤੇ। ਇਹ ਵੀ ਮੈਨੂੰ ਕਸੂਰ ਹੈ, ਮੈਨੂੰ ਸਮਝ ਨਹੀਂ ਆਈ। ਇਹ ਮੈਨੂੰ ਮੈਡਮ ਨੂਰ ਜਹਾਂ ਨਾਲ ਵੀ ਸ਼ਿਕਾਇਤ ਹੈਗੀ ਹੈ, ਉਹਨਾਂ ਨੇ ਵੀ ਉਰਦੂ ਸਪੀਕਿੰਗ ਵਾਲਿਆਂ ਨੂੰ ਵੀ ਬਾਬਾ ਸਟੇਟ ਤੇ ਚਾੜਿਆ ਸੀ। ਤੇ ਖੈਰ ਉਹ ਵੇਖੋ ਨਾ, ਇੱਥੋਂ ਲਾ ਲਓ ਕਿ ਮੈਡਮ ਵਰਗੀ ਖਤੂਨ ਨੂੰ, ਅਗਰ ਮੈਡਮ ਵਰਗੀ ਜਿਹੜੀ ਖਤੂਨ ਕਸੂਰੋਂ ਨਿਕਲੀ ਪੰਜਾਬੀ ਚ ਉਹਨੇ ਇੰਨੇ ਕੀਤਾ ਹੈ, ਬੜਾ ਸੋਹਣਾ ਸ਼ਹਿਰ ਕਸੂਰ ਕਾਇਆ, ਉਹਨੂੰ ਅਗਰ ਇੰਟਰਨੈਸ਼ਨਲੀ ਤੌਰ ਤੇ ਉਹਨੂੰ ਕੀਤਾ ਜਾਂਦਾ ਹੈ। ਉਹਨੇ ਮੈਨੂੰ ਪਤਾ ਕੀ ਲੱਗਦਾ, ਉਹਦੇ ਵਿੱਚ ਗੱਲ ਜ਼ਬਾਨ ਦੀ ਨਹੀਂ ਸੀ ਕਿ ਉਹ ਪੰਜਾਬੀ ਨਾਲ ਮੰਨੀ, ਉਹ ਸ਼ੀ ਵਾਸ ਜਸਟ ਬੀ ਹਰਸੈਲਫ, ਉਹ ਆਪਣੀ ਜ਼ਾਤ ਨਾਲ ਮੰਨੀ ਸੀ। ਅੱਛਾ ਇੱਕ ਗੱਲ ਹੈ ਵੀ ਗੱਲ ਹੈ ਕਲੀਅਰ ਸੀ ਆਪਣੇ ਆਪ ਨੂੰ ਲੈ ਕੇ। ਹਾਂ ਸੱਚਾ, ਇਹ ਵੀ ਗੱਲ ਹੈ ਕਿ ਅਗਰ ਅਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਇਸ ਪਾਸੇ ਲਾਣਾ ਹੈ ਨਾ, ਤੇ ਜਦੋਂ ਅਸੀਂ ਆਪ ਉੱਥੇ ਜਾਂਦੇ ਆ ਜਾਂ ਮਿਲਨੇ ਆ ਉਹਨਾਂ ਦੇ ਨਾਲ, ਜਿੰਨੇ ਨਾਲ ਵੀ ਮਿਲਨੇ ਆ, ਉਹਨਾਂ ਦੇ ਬੱਚਿਆਂ ਨੂੰ ਚੁੱਕਨੇ ਆ, ਉਹਨਾਂ ਨਾਲ ਖੇਡਨੇ ਆ, ਤੇ ਅਸੀਂ ਆਪ ਪੰਜਾਬੀ ਚ ਖੇਡੀਏ ਉਹਨਾਂ ਦੇ ਨਾਲ, ਅਸੀਂ ਆਪ ਉਹਨੂੰ ਕਾਕੇ ਨੂੰ ਬਿਲਕੁਲ ਐ ਹੀ ਹੋਇਆ ਨਾ। ਇਹ ਵੇਖੋ ਨਾ ਅੱਜ ਦੀਆਂ ਜਿਹੜੀਆਂ ਮਾਵਾਂ, ਮੈਡਮ ਤੁਹਾਨੂੰ ਵੀ ਪਤਾ ਹੋਣਗੇ, ਸਾਡੇ ਇੱਥੋਂ MA BA ਕਰਕੇ DC ਤੋਂ ਵੀ ਨਿਕਲਦੀਆਂ ਨੇ ਜਾਂ ਲਾਹੌਰ ਕਾਲਜ ਤੋਂ ਨਿਕਲਦੀਆਂ ਨੇ, ਉਹਨਾਂ ਦਾ ਕੰਮ ਹੀ ਹੈ ਨਾ ਸ਼ਾਦੀ ਤੋਂ ਬਾਅਦ ਸਿਰਫ ਉਰਦੂ ਬੋਲਣਾ, ਅੱਛੇ ਤਰੀਕੇ ਨਾਲ ਤਹਿਜ਼ੀਬ, ਕਿਸੇ ਨਾਲ ਜਾ ਗੱਲ ਕਰੋ। ਅੰਗਰੇਜ਼ੀ ਵਾਲੇ ਪਾਸੇ ਆ ਗਏ ਨੇ। ਤੁਸੀਂ ਤੇ ਅੰਗਰੇਜ਼ੀ ਪੜ੍ਹਾਉਂਦੇ ਹੋ, ਤੁਸੀਂ ਤੇ ਅੰਗਰੇਜ਼ੀ ਪੜ੍ਹਾਉਂਦੇ ਹੋ, ਤੁਸੀਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਵੋ। ਅਸੀਂ ਤੇ ਬਿਲਕੁਲ ਸਾਨੂੰ ਅੰਗਰੇਜ਼ੀ ਵੱਲ ਕਹਿੰਦੇ ਨੇ ਕਿ ਜੀ ਮੈਂ ਅੰਗਰੇਜ਼ੀ ਪੜ੍ਹਾਉਣੀ ਹੈ, ਤਾਂ ਮੈਨੂੰ ਕਹਿੰਦੇ ਨੇ ਤੁਸੀਂ ਅੰਗਰੇਜ਼ੀ ਵਿੱਚ ਗੱਲ ਕਰੋ ਬੱਚਿਆਂ ਨਾਲ ਸਾਡੇ, ਤੁਸੀਂ ਤੇ ਅੰਗਰੇਜ਼ੀ ਅਦਬ ਪੜ੍ਹਦੇ ਹੋ। ਮੈਡਮ ਇਹ ਵੀ ਤੁਹਾਨੂੰ ਦੱਸ ਦਊਂਗਾ, ਅਸੀਂ ਤੁਸੀਂ ਵੀ DC ਪੜ੍ਹਾਉਂਦੇ ਹੋ, ਮੈਂ ਵੀ DC ਹੁੰਦੀ ਹਾਂ, ਤੇ ਅਸੀਂ ਦੋਵੇਂ ਉੱਥੇ ਪੜ੍ਹਾਈ ਦਾ, ਤੇ ਮਤਲਬ ਉੱਥੇ ਅੰਦਾਜ਼ਾ ਲਾ ਲਓ ਸਾਨੂੰ ਪੰਜਾਬੀ ਲਿਟਰੇਚਰ, ਉਰਦੂ ਲਿਟਰੇਚਰ ਅੰਗਰੇਜ਼ੀ ਚ ਟ੍ਰਾਂਸਲੇਟ ਕਰਕੇ ਪੜ੍ਹਾਉਣਾ ਪੈ ਰਿਹਾ। ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ। ਇਹ ਵੇਖੋ ਕਿੰਨੀ ਵੱਡੀ ਹੋਈ ਕਿ ਅਸੀਂ ਇਹ ਹੁਣ ਤੱਕ ਤੇ ਫ੍ਰੈਂਚ ਲਿਟਰੇਚਰ ਜਾਂ ਰਸ਼ੀਅਨ ਲਿਟਰੇਚਰ ਨੂੰ ਪੜ੍ਹਾਇਆ ਜਾਂਦਾ ਸੀ ਅੰਗਰੇਜ਼ੀ ਚ ਟ੍ਰਾਂਸਲੇਟ ਕਰਕੇ, 19th 20th ਸੈਂਚੁਰੀ ਦਾ ਲਿਟਰੇਚਰ ਸੀ। ਹੁਣ ਸਾਨੂੰ ਮੰਟੋ ਨੂੰ ਇੰਗਲਿਸ਼ ਵਿੱਚ ਪੜ੍ਹਾਉਣਾ ਪੈਂਦਾ। ਹੁਣ ਮੈਨੂੰ ਨਹੀਂ ਸਮਝ ਆ ਰਹੀ ਹੁੰਦੀ, ਮੈਂ ਬੱਚਿਆਂ ਨੂੰ ਪੜ੍ਹਾ ਰਹੀ ਹੁੰਦੀ, ਮੈਂ ਮੰਟੋ ਨੂੰ ਤੈਨੂੰ ਕੀ ਦੱਸਾਂ ਕਿ ਮੰਟੋ ਕੀ ਕਹਿਣਾ ਚਾਹ ਰਿਹਾ ਇਹਦੇ ਵਿੱਚ, ਮੀਨਿੰਗ ਬਦਲ ਜਾਂਦੀ, ਸ਼ਕਲ ਹੀ ਬਦਲ ਜਾਂਦੀ। ਬਿਲਕੁਲ ਉਹ ਸ਼ਕਲ ਹੀ ਟੋਟਲੀ ਬਦਲ ਜਾਂਦੀ। ਉਰਦੂ ਸਪੀਕਿੰਗ ਆਪ ਜਿਹੜੇ ਨੇ ਅੰਗਰੇਜ਼ੀ ਨੂੰ ਟੁਰ ਪਏ ਨੇ ਤੇ ਸਾਨੂੰ ਇੱਧਰ ਲਾ ਗਏ ਨੇ ਗਰੀਬਾਂ। ਬਿਲਕੁਲ ਸਹੀ ਗੱਲ ਕੀਤੀ ਕਿ ਆਪ ਅਸੀਂ ਉਰਦੂ, ਜਿਹੜੀ ਸਾਡੀ ਨਸਲ ਨੇ ਉਰਦੂ ਸਾਡੀ ਮਾਂ ਪਿਓ ਨੇ ਬੋਲੀ, ਤਾਂ ਹੁਣ ਅਸੀਂ ਅੰਗਰੇਜ਼ੀ ਵਾਲੇ ਪਾਸੇ ਟੁਰ ਪਏ ਆ। ਤੁਸੀਂ ਜਾ ਕੇ ਕਰਾਚੀ ਜਾ ਕੇ ਪੁੱਛੋ ਨਾ ਮਾਂ ਬਾਪ ਦਾ ਸ਼ਿਕਵਾ, ਉਹ ਪੁਰਾਣੇ ਬੰਦਿਆਂ ਨੂੰ, ਵਡੇਰੀ ਉਮਰ ਦੇ ਜਿਹੜੇ ਉਰਦੂ ਦੇ ਆਸ਼ਿਕ ਨੇ, ਉਹ ਬੜੇ ਦੁਖੀ ਬੈਠੇ ਹੁੰਦੇ ਨੇ ਕਿ ਜੀ ਸਾਡੀ ਯੂਥ ਜਿਹੜੀ ਹੈ ਉਹ ਉਰਦੂ ਤੋਂ ਭੱਜ ਰਹੀ ਹੈ। ਮੈਂ ਕਿਹਾ ਵੀ ਜੈਸਾ ਕਰੋਗੇ ਤੇ ਵੈਸਾ ਹੀ ਭਰੋਗੇ ਨਾ। ਵੈਸੇ ਹੀ ਭਰੋਗੇ।
ਤੇ ਫਿਰ ਤੁਸੀਂ ਇਸ ਨੂੰ ਅੰਦਾਜ਼ਾ ਲਾ ਲਓ, ਫਿਰ ਆਪਾਂ ਵੀ ਕੁਛ ਨਾ ਕੁਛ ਹੜਬਲੀ ਕੀਤੀ ਹੈ ਕਿ ਉਰਦੂ ਸਪੀਕਿੰਗ ਤੇ ਪੰਜਾਬੀ ਸਪੀਕਿੰਗ ਰਲ ਕੇ, ਤੇ ਫਿਰ ਇਸ ਤਰ੍ਹਾਂ ਦਾ ਹੀ ਫਲੂਦਾ ਜਿਹਾ ਹੀ ਪਕਣਾ ਹੈ, ਫਿਰ ਆਪ ਅੰਦਾਜ਼ਾ ਲਾ ਲਓ। ਬਸ ਇਹ ਵੇਖ ਲਓ ਫਿਰ ਜੋ ਹੋ ਰਿਹਾ ਤੇ ਅੱਜ ਹੀ ਫਲੂਦਾ ਖਾ ਕੇ ਆਏ ਹਾਂ। ਉਹ ਜਵੇਦ ਤੋਂ ਬੰਦ ਸੀ ਤੇ ਉਹ ਕੁਛ ਮੌਲਵੀ ਹੈ ਅੱਗੇ ਬਾਜ਼ਾਰ 'ਚ ਹਾਂਜੀ ਮਛਲੀ ਅੱਗੇ ਵਾਲਾ, ਉਹਦੇ ਕੋਲ ਖਾ ਹਾਂ ਕੇ ਆਏ। ਉਹਦੇ ਕੋਲੋਂ ਤੇ ਫਿਰ ਫਲੂਦਾ। ਹਾਂ, ਇਹ ਵਾਕਈ ਇਹ ਹੈ। ਲੇਕਿਨ ਤੁਸੀਂ ਅਗਰ ਇਨਸਪੀਰੇਸ਼ਨ ਬਣੋਗੇ, ਸਾਸ਼ਾ ਬਣੇਗੀ, ਤੁਸੀਂ ਬਣੋਗੇ, ਤੁਸੀਂ ਦੋ ਚੀਜ਼ਾਂ ਨੇ, ਦੋਹਰੀਆਂ ਚੀਜ਼ਾਂ ਨੇ। ਇੱਕ ਤਾਂ ਯੰਗਸਟਰਸ ਨੂੰ ਐਡਰੈਸ ਕਰਦੀ ਸਾਸ਼ਾ, ਔਰ ਦੂਸਰਾ ਦੋਨੋਂ ਮਤਲਬ ਮਾਸ਼ਾਅੱਲਾ ਟੀਚਰ ਹੋ, ਉਸਤਾਦ ਹੋ। ਉਸਤਾਦ ਦਾ ਬੜਾ ਇਨਫਲੂਐਂਸ ਹੁੰਦਾ ਬੱਚਿਆਂ ਤੇ। ਮਤਲਬ ਉਹ ਅਗਰ ਉਸਤਾਦ ਥੋੜਾ ਜਿਹਾ ਵੀ ਮਤਵਾਜ਼ਨ ਹੋਏ ਤਾਂ ਉਹ ਬੜਾ ਦੇਰ ਪਾ ਇਨਫਲੂਐਂਸ ਸਾਰੀ ਹਯਾਤੀ ਬੱਚੇ ਯਾਦ ਰੱਖਦੇ ਨੇ। ਬੁਢਾਪੇ ਤੱਕਰ ਉਸਤਾਦਾਂ ਨੂੰ ਯਾਦ ਕਰਦੇ ਰਹਿੰਦੇ ਨੇ ਬਾਬੇ ਵੀ। ਬਹੁਤ ਆਪਣੇ ਆਪ ਲੱਕੀ ਸਮਝਦੇ ਆ, ਪਤਾ ਨਹੀਂ ਮੇਰੀ ਮੈਡਮ ਕਦੀ ਇੰਨੀ 1-to-1 ਮੁਲਾਕਾਤ ਹੋਈ ਨਹੀਂ, ਪਰ ਮੈਮ ਦਾ ਮਿਸ ਸਾਇਮਾ ਦਾ ਜਿਹੜਾ ਕੰਮ ਹੈਗਾ ਹੈ, ਜਿਹੜੀ ਸਾਡੇ ਤੇ ਹੈਗਾ ਹੈ, ਉਹ ਸਾਡੇ ਤੇ ਬੜਾ ਇਨਫਲੂਐਂਸ ਕਰਦਾ ਹੈ। ਅਸੀਂ ਇਹਨਾਂ ਵਿੱਚੋਂ, ਇਹਨਾਂ ਦਾ ਸੁਣ ਕੇ, ਇਹਨਾਂ ਤੋਂ ਪੜ੍ਹ ਕੇ, ਮੇਰੀ ਡਿਗਰੀ ਆਪਣੀ ਇੰਗਲਿਸ਼ ਲਿਟਰੇਚਰ ਵਿੱਚ ਹੀ BC ਵਿੱਚੋਂ ਨਿਕਲੀ ਹਾਂ ਮੈਂ, ਉੱਥੇ ਅੱਜ ਹੁੰਦੀ ਹਾਂ ਮੈਂ ਫਿਰ ਵੀ। ਤੇ ਉੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਇਹਨਾਂ ਤੋਂ ਹੀ ਸਿੱਖ ਕੇ, ਇਹਨਾਂ ਤੋਂ ਇਨਫਲੂਐਂਸਡ ਹੋਏ ਹਾਂ। ਬੇਸ਼ੱਕ ਅਸੀਂ ਕਦੀ ਇੱਕ 1-to-1 ਕਦੀ ਮੈਡਮ ਨਾਲ ਬੈਠੇ ਨਹੀਂ, ਪਰ ਇਹਨਾਂ ਦੀ ਗੱਲਾਂ ਨਾਲ, ਇਹਨਾਂ ਦੇ ਦੋਸਤ, ਸੋਸ਼ਲ ਮੀਡੀਆ ਨਾਲ, ਤੇ ਮਤਲਬ ਇਹਨਾਂ ਦੇ ਇਨਫਲੂਐਂਸ ਅਸੀਂ ਹਾਂ, ਤੇ ਅੱਜ ਅਸੀਂ ਆਪਣੇ ਆਪ ਨੂੰ ਇਸ ਕਾਬਿਲ ਸਮਝਦੇ ਹਾਂ ਕਿ ਅਸੀਂ ਇਹਨਾਂ ਨਾਲ ਬੈਠੇ ਹੋਏ ਹਾਂ। ਅਸੀਂ ਅਜੇ ਤੱਕ ਇਸ ਮਾਸ਼ਾਅੱਲਾ। ਕਾਬਿਲ ਔਰ ਹੈ ਸਾਰਿਆਂ ਤੋਂ ਵੱਡਾ ਕ੍ਰੈਡਿਟ ਜਿਹੜਾ ਮੈਂ ਸਮਝਣਾ ਸਾਇਮਾ ਦਾ ਹੈ, ਉਹ ਇਹ ਹੈ ਕਿ ਇਹ ਉਰਦੂ ਦੇ ਟੀਚਰ ਹੋਣ ਦੇ ਬਾਵਜੂਦ ਅੱਜ ਆਪਣੀ ਮਾਂ ਨਾਲ ਵਫਾ ਕਰਨ ਲੱਗੇ। ਇਹ ਬਹੁਤ ਬੜਾ ਤੋਂ ਵੀ ਆਪਣੀ ਮਾਵਾਂ ਨਾਲ ਵਫਾ ਕਰਨ ਮੇਹਲ ਅੱਜ ਬੈਠੇ ਹੋਏ ਆ। ਤੁਸੀਂ ਅੱਜ ਬੜਾ ਅੱਛਾ ਕੰਬੀਨੇਸ਼ਨ ਰੱਖਿਆ ਹੈ, ਤੁਸੀਂ ਉਰਦੂ ਵੀ ਰੱਖਿਆ, ਤੁਸੀਂ ਅੰਗਰੇਜ਼ੀ ਵੀ ਰੱਖਿਆ ਹੈ, ਦੋਵੇਂ ਪੰਜਾਬੀ ਵੀ ਲਾ ਲਿਆ। ਦੋ ਦੁਸ਼ਮਣਾਂ 'ਚ ਗੱਦਾਰ ਪੈਦਾ ਕਰਕੇ ਤੇ ਲੈ ਗੱਦਾਰ ਨਹੀਂ ਸਾਡੇ ਸਨ ਜਿਹੜੇ ਉੱਧਰ ਗਏ। ਮਨਵਰ ਸ਼ਰੀਫ ਨੇ ਕਿਹਾ ਸੀ ਨਾ ਕਿਸੇ ਜ਼ਮਾਨੇ 'ਚ, ਕਿਹਾ ਤੇ ਕਿਸੇ ਹੋਰ ਨੇ ਸੀ, ਖਵਾਇਆ ਉਹਨਾਂ ਦੇ ਮੂੰਹ ਤੋਂ ਸੀ ਕਿ ਚੋਰੀ ਮੇਰਾ ਪੇਸ਼ਾ ਹੈ ਤੇ ਨਮਾਜ਼ ਮੇਰਾ ਫਰਜ਼। ਤੇ ਉਹਨੂੰ ਥੋੜਾ ਜਿਹਾ ਸਿੱਧਾ ਮੈਂ ਕਹਿੰਦਾ ਕਿ ਉਰਦੂ ਮੇਰਾ ਪੇਸ਼ਾ ਹੈ ਤੇ ਪੰਜਾਬੀ ਮੇਰਾ ਫਰਜ਼। ਪੇਸ਼ੇ ਦੀ ਗੱਲ ਹੈ। ਤੇ ਥੈਂਕ ਯੂ ਸੋ ਮਚ ਸਾਸ਼ਾ, ਤੁਸੀਂ ਮੇਰੇ ਵਾਸਤੇ ਬੜੇ ਸੋਹਣੇ ਲਫ਼ਜ਼ ਇਸਤੇਮਾਲ ਕੀਤੇ। ਤੇ ਮੈਂ ਇਸ ਗੱਲ ਨੂੰ, ਮੈਂ ਸਮਝਦੀ ਇੱਕ ਗੱਲ ਤੇ ਇੱਕ ਵਾਕਿਆ ਮੈਂ ਸੁਣਾਉਣਾ ਚਾਹੁੰਦੀ ਹਾਂ ਤੇ ਬਸ ਜ਼ਿਆਦਾ ਤਰ੍ਹਾਂ ਨਹੀਂ ਵਕਤ ਲੈਣਾ ਚਾਹੁੰਦੀ। ਇੱਕ ਗੱਲ ਤੇ ਇਹ ਹੀ ਹੈ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣੀ ਹੈ ਇਸ ਲਿਹਾਜ਼ ਦੇ ਨਾਲ ਕਿ ਮੈਂ ਇੱਕ ਐਸੇ ਸ਼ੋਬੇ 'ਚ ਹੈ, ਇੱਕ ਐਸੇ ਪ੍ਰੋਫੈਸ਼ਨ 'ਚ ਹੈ ਕਿ ਹਰ ਸਾਲ ਸਾਡੇ ਕਲਾਸ ਦੇ ਵਿੱਚ 30-40 ਬੱਚੇ ਆ ਕੇ ਬੈਠਦੇ ਨੇ, ਔਰ ਅਸੀਂ ਮਤਲਬ 100-150 ਬੱਚਾ ਘੱਟ ਤੋਂ ਘੱਟ ਜਿਹੜਾ ਨਾ ਉਹ ਸਾਡੇ ਆਡੀਅנס ਵਿੱਚ ਹੁੰਦਾ ਹੈ ਹਰ ਸਾਲ। ਔਰ ਇਹ ਉਹ ਬੱਚਾ ਹੁੰਦਾ ਹੈ ਜਿਹੜਾ ਜ਼ੇਨ ਖੁੱਲਾ ਹੈ ਔਰ ਜਿਹੜਾ ਸਿੱਖਣ ਨੂੰ ਬੇਤਾਬ ਹੈਗਾ ਕਿ ਕਿਸੇ ਤਰ੍ਹਾਂ ਸਾਨੂੰ ਕੁਛ ਹੈ ਜਿਹੜੀ ਇਹ ਸਿਖਾ ਦੇਵੋ। ਤੇ ਇਹ ਸਾਡੀ ਬੜੀ ਵੱਡੀ ਖੁਸ਼ਕਿਸਮਤੀ ਹੁੰਦੀ ਹੈ ਕਿ ਅਸੀਂ ਬਰਾਹ ਰਾਸਤ ਹਰ ਸਾਡੇ ਵਿੱਚ ਉਸਤਾਦ ਜਿਹੜਾ ਹੈ ਉਹ ਇਹਨਾਂ ਬੱਚਿਆਂ ਦੇ ਨਾਲ ਇੰਟਰੈਕਟ ਕਰ ਰਿਹਾ ਹੁੰਦਾ ਹੈ। ਦੂਸਰੀ ਗੱਲ ਇਹ ਕਿ ਜਦੋਂ ਮੈਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ ਸੀ ਗਵਰਨਮੈਂਟ ਕਾਲਜ 'ਚ ਅੱਜ ਤੋਂ 20 ਸਾਲ ਪਹਿਲਾਂ, ਤੇ ਇੱਥੇ ਜਿਹੜੀ ਸੂਰਤ ਹਾਲ ਸੀ ਉਹ ਐਸੀ ਸੀ, ਔਰ ਖੁਦ ਮੇਰੀ ਵੀ ਲਰਨਿੰਗ ਜ਼ਾਹਿਰ ਹੈ ਕਿ ਜੈਸੇ ਜੈਸੇ ਤੁਸੀਂ ਵਕਤ ਗੁਜ਼ਰਦਾ ਤੁਹਾਡੀ ਆਪਣੀ ਲਰਨਿੰਗ ਵੀ ਹੁੰਦੀ ਹੈ ਕਿ ਇੱਥੇ ਅਗਰ ਕੋਈ ਬੱਚਾ ਜਿਹੜਾ ਹੈ ਉਹ ਉਰਦੂ ਵਿੱਚ ਵੀ ਗੱਲ ਕਰਦਾ ਸੀਗਾ ਨਾ, ਯਾਨੀ ਆਮ ਬਾਹਰ ਕੋਈ ਇੰਟਰਮੀਡੀਏਟ ਦਾ ਬੱਚਾ ਜਾਂ ਕੋਈ ਆਨਰਸ ਦਾ ਬੱਚਾ, ਤੇ ਉਹਨੂੰ ਮੁੜ ਕੇ ਵੇਖਿਆ ਜਾਂਦਾ ਸੀਗਾ। ਪੰਜਾਬੀ ਦਾ ਤੇ ਸਵਾਲ ਹੀ ਪਤਾ ਨਹੀਂ ਹੁੰਦਾ, ਜਾਂ ਕੋਈ ਹੋਰ ਇਲਾਕਾਈ ਜ਼ੁਬਾਨ ਦਾ ਤਾਂ ਸਵਾਲ ਹੀ ਨਹੀਂ ਪਤਾ ਨਹੀਂ ਹੁੰਦਾ। ਜੇ ਅੰਗਰੇਜ਼ੀ ਤੋਂ ਇਲਾਵਾ ਉਹਨੇ ਉਰਦੂ ਵਿੱਚ ਗੱਲ ਕਰਤੀ ਨਾ, ਭਾਵੇਂ ਉਹਨੂੰ ਗੱਲ ਕੱਢਣ ਵਾਸਤੇ ਉਰਦੂ ਕਿਉਂ ਨਹੀਂ ਬੋਲੀ ਹੈ ਜਾਂ ਕੋਈ ਆਪਣੀ ਜ਼ੁਬਾਨ ਬੋਲੀ ਹੈ, ਤਾਂ ਉਹਨੂੰ ਮੁੜ ਕੇ ਵੇਖਿਆ ਜਾਂਦਾ ਸੀਗਾ ਕਿ ਇਹ ਕੀ ਕਰਦਾ ਪਿਆ। ਉਹਨੂੰ ਬਾਕਾਇਦਾ ਫਾਈਨ ਹੁੰਦਾ ਸੀ। ਹੁਣ ਉਹ ਵਕਤ ਆ ਗਿਆ ਹੈ ਆਹਿਸਤਾ ਆਹਿਸਤਾ ਕਿ ਅਸੀਂ ਆਪ ਵੀ ਇਸ ਗੱਲ ਨੂੰ ਸਮਝੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਸਮਝਾਇਆ ਕਿ ਇਹਦੇ 'ਚ ਕੋਈ ਮਸਲਾ ਨਹੀਂ ਹੈ। ਮੈਨੂੰ ਇਹ ਗੱਲ ਸਮਝ ਕਿਦੋਂ ਆਈ ਹੈ? ਇਹ ਗੱਲ ਮੈਨੂੰ ਸਮਝ ਆਈ ਹੈ, ਇਹ ਕੋਈ ਇਹੀ ਹੈ 15-16 ਸਾਲ ਪਹਿਲੇ ਦੀ ਗੱਲ ਹੈ, ਜਦੋਂ ਮੈਂ ਪਹਿਲੀ ਵਾਰੀ ਇੰਡੀਆ में गई है ਤੇ ਮੈਂ ਜਾ ਕੇ ਉਤਰੀ ਹੈ ਮਤਲਬ ਅੰਮ੍ਰਿਤਸਰ ਤੋਂ ਅਸੀਂ ਨਿਕਲੇ ਹੈ ਤੇ ਦਿੱਲੀ ਜਾ ਕੇ ਮੈਂ ਉਤਰੀ ਹਾਂ। ਤੇ ਦਿੱਲੀ ਤੇ ਜਿਹੜਾ ਮੈਨੂੰ ਮੇਰਾ ਠਿਕਾਣਾ ਸੀ ਜਿੱਥੇ ਮੈਂ 10 ਦਿਨ ਉੱਥੇ ਰਹੀ ਹੈ, ਉਹ ਕਲਾ ਵਿਹਾਰ ਦੇ ਵਿੱਚ ਮੈਟਰੋ ਸਟੇਸ਼ਨ ਦੇ ਕੋਲ ਸੀ, ਨੋਇਡਾ ਵਾਲੇ ਪਾਸੇ। ਮੌਸਮ ਸੀਗਾ ਜਦੋਂ ਅੰਜੀਰ ਆਉਂਦੀ ਹੈ ਫਰੈਸ਼, ਤੇ ਮੈਨੂੰ ਬੜਾ ਮੇਰਾ ਦਿਲ ਕਰਦਾ ਸੀ ਕਿ ਮੈਂ ਅੰਜੀਰ ਫਰੈਸ਼ ਖਾਣੀ ਹੈ। ਉਹ ਜਦੋਂ ਮੈਂ ਸੁਬਾਹ ਨਿਕਲਦੀ ਸੀ ਉੱਥੋਂ ਆਪਣੇ ਫਲੈਟ ਤੋਂ ਤੇ ਜਾਂਦੀ ਸੀ ਸਟੇਸ਼ਨ ਵਾਲੇ ਪਾਸੇ, ਤੇ ਰਸਤੇ ਦੇ ਵਿੱਚ ਇੱਕ ਫਲ ਵਾਲਾ ਜਿਵੇਂ ਸਾਡੇ ਠੇਲੇ ਲਾ ਕੇ ਬੈਠੇ ਹੁੰਦੇ ਨੇ, ਜੋ ਮੁੰਡਾ ਇੱਕ ਬੈਠਾ ਹੁੰਦਾ ਸੀ, ਰੋਜ਼ ਉਹਦੇ ਕੋਲ ਲੰਘਦਿਆਂ ਪੁੱਛਣਾ, ਵਾਪਸੀ ਤੇ ਵੀ ਪੁੱਛਣਾ, ਸਪੈਸ਼ਲ ਜਾ ਕੇ ਅੰਜੀਰ ਆਈ ਹੈ ਅੱਜ? ਤੇ ਉਹਨੇ ਕਹਿ ਦੇਣਾ ਨਹੀਂ ਅੱਜ ਤੇ ਨਹੀਂ ਆਈ, ਤੇ ਕੱਲ ਪਤਾ ਕਰਿਆ, ਅੱਜ ਕੱਲ ਪਤਾ ਕਰਿਆ। ਇੱਕ ਦਿਨ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਤੂੰ ਨਾ ਮੈਨੂੰ ਆਪਣਾ ਨੰਬਰ ਦੇ ਦੇ,
ਕਿ ਮੈਂ ਇਹਦਾ ਸਪੈਸ਼ਲ ਰੁਕ ਕੇ ਪੁੱਛਣੀ, ਕਿਸੇ ਟਾਈਮ ਜਲਦੀ ਹੁੰਦੀ, ਕਿਸੇ ਟਾਈਮ ਦੇਰ ਹੁੰਦੀ ਹੈ, ਤੇ ਤੂੰ ਨਾ ਮੈਨੂੰ ਆਪਣਾ ਨੰਬਰ ਦੇ ਦੇ, ਮੈਂ ਤੈਨੂੰ ਫੋਨ ਕਰਕੇ ਪੁੱਛ ਲਿਆ ਕਰਾਂਗੀ। ਉਹਨੇ ਮੈਨੂੰ ਆਪਣਾ ਨੰਬਰ ਦਿੱਤਾ ਤੇ ਉੱਤੇ ਉਹਨੇ ਲਿਖਿਆ ਹੋਇਆ ਸੀ ਸ਼ਕੀਲ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮੁਹੰਮਦਨ ਹੈ? शायद ਤੁਹਾਨੂੰ ਪਤਾ ਕਿ ਉੱਥੇ ਮੁਹੰਮਦ ਸਾਹਿਬ ਜਾਂ ਮੁਸਲਮਾਨ ਨੂੰ ਮੁਹੰਮਦਨ ਕਹਿੰਦੇ ਨੇ। ਮੈਂ ਕਿਹਾ ਤੁਸੀਂ ਮੁਹੰਮਦਨ ਹੋ? ਕਹਿੰਦਾ ਹਾਂਜੀ ਜੀ ਮੈਂ ਮੁਹੰਮਦਨ ਹੈ। ਤੇ ਮੈਂ ਕਿਹਾ ਤੇ ਫਿਰ ਤੁਸੀਂ ਰੋਜ਼ ਮੈਨੂੰ ਜਿਹੜਾ ਉਹ ਨਮਸਤੇ ਕਿਉਂ ਕਰਦੇ ਹੋ, ਤੁਸੀਂ ਸਲਾਮ ਅਲੈਕੁਮ ਕਿਉਂ ਨਹੀਂ ਕਹਿੰਦੇ? ਉਹਨੇ ਕਿਹਾ ਜੀ ਮੈਂ ਮੁਹੰਮਦਨ ਹਾਂ, ਤੁਸੀਂ ਤੇ ਨਹੀਂ ਹੋ ਨਾ, ਕਿ ਤੁਸੀਂ ਤੇ ਸਿੱਖ ਹੋ ਨਾ, ਤੁਸੀਂ ਤੇ ਸਰਦਾਰ ਹੋ ਨਾ, ਤੁਸੀਂ ਤੇ ਪੰਜਾਬੀ ਹੋ, ਤੇ ਮੈਂ ਮੁਸਲਮਾਨ ਹੈਗਾ, ਤੁਸੀਂ ਤੇ ਨਹੀਂ ਹੈਗੇ ਹੋ। ਅੱਛਾ, ਉਹ ਦੈਟ ਵਾਸ ਅ ਵੈਰੀ ਸਟ੍ਰਾਈਕਿੰਗ ਮੂਮੈਂਟ ਫॉर ਮੀ। ਤੇ ਮੈਨੂੰ ਇਹ ਖਿਆਲ ਆਇਆ ਕਿ ਯਾਰ ਅਗਰ ਇੱਕ ਬੰਦਾ ਜਿਹੜਾ ਮੈਨੂੰ ਬਿਲਕੁਲ ਨਹੀਂ ਜਾਣਦਾ, ਜਿਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਪਾਕਿਸਤਾਨ ਦੀ ਹਾਂ ਜਾਂ ਪੰਜਾਬ ਕਿੱਥੇ ਦੀ ਹਾਂ, ਉਹ ਮੈਨੂੰ ਪੰਜਾਬੀ ਦੇ ਤੌਰ ਤੇ ਰਿਕਗਨਾਈਜ਼ ਕਰ ਰਿਹਾ ਹੈ, ਉਹ ਮੈਨੂੰ ਇੱਕ ਸਿੱਖ ਦੇ ਤੌਰ ਤੇ, ਸਿੱਖਣੀ ਦੇ ਤੌਰ ਤੇ ਮੈਨੂੰ ਰਿਕਗਨਾਈਜ਼ ਕਰ ਰਿਹਾ। ਇਹਦਾ ਮਤਲਬ ਹੈ ਕਿ ਉਹ ਮਤਲਬ ਤੁਹਾਨੂੰ ਪੰਜਾਬੀ ਦੇ ਤੌਰ ਤੇ ਰਿਕਗਨਾਈਜ਼ ਨਹੀਂ ਕਰ ਰਿਹਾ, ਉਹ ਸਿੱਖ ਦੇ ਤੌਰ ਤੇ ਕਰ ਰਿਹਾ। ਔਰ ਸਿੱਖਾਂ ਨਾਲ ਜਿਹੜਾ ਪੰਜਾਬੀ ਸਿੱਖ ਵੀਰਾਂ ਨਾਲ ਪੰਜਾਬੀ ਨੂੰ ਜਿਹੜਾ ਅਟੈਕ ਕਰਨ ਵਾਲਾ ਕੰਮ ਹੈ, ਬਹੁਤ ਵੱਡੀ ਜ਼ਿਆਦਤੀ ਹੈ। ਹਾਂ ਹਾਂ, ਲੇਕਿਨ ਉਹਦੇ ਨਾਲ ਉਹ ਵੀ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਮਤਲਬ ਉਹਦੇ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਕਿ ਇਹ ਮੁਸਲਮਾਨ ਵੀ ਕੋਈ ਪੰਜਾਬੀ ਹੋ ਸਕਦਾ ਹੈ। ਜਿਵੇਂ ਮੇਰੇ ਦਿਮਾਗ ਵਿੱਚ ਕਦੀ ਗੱਲ ਨਹੀਂ ਸੀ ਆਈ ਕਿ ਕੋਈ ਹਿੰਦੂ ਵੀ ਪੰਜਾਬੀ ਹੋ ਸਕਦਾ ਹੈ ਨਾ। ਇਗਨੋਰੈਂਸ ਦਾ ਤੇ ਇਹ ਹਾਲ ਹੈ ਕਿ ਸਾਡੇ ਕੋਲੋਂ ਬੜੇ ਅੱਛੇ ਪ੍ਰੋਫੈਸਰ ਲੈਵਲ ਦੇ ਬੰਦੇ ਕਈ ਵਾਰੀ ਸਾਨੂੰ ਲਿਖੀ ਬੈਠੇ ਹੁੰਦੇ ਨੇ, ਤੁਹਾਡਾ ਤਾਂ ਆਪਣਾ ਸਕ੍ਰਿਪਟ ਹੀ ਕੋਈ ਨਹੀਂ। ਉਹਨਾਂ ਨੂੰ ਸ਼ਾਹਮੁਖੀ ਦਾ ਨਾਂ ਨਹੀਂ ਪਤਾ, ਔਰ ਰਿਆਸਤ ਨੇ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਦੱਸਿਆ ਲੋਕਾਂ ਨੂੰ ਕਿ ਇਹ ਤੇ ਜੀ ਪਰਸ਼ੀਅਨ ਅਰੇਬਿਕ ਸਕ੍ਰਿਪਟ ਹੈ। ਪਰਸ਼ੀਅਨ ਅਰੇਬਿਕ ਸਕ੍ਰਿਪਟ, ਉਰਦੂ ਦੀ ਵਾਰੀ ਨਹੀਂ ਆਖਣਗੇ ਪਰਸ਼ੀਅਨ ਅਰੇਬਿਕ ਸਕ੍ਰਿਪਟ, ਹਾਂ ਉਹਦੀ ਵਾਰੀ ਨਹੀਂ, ਸਿੰਧੀ ਵਾਰੀ ਵੀ ਨਹੀਂ ਆਖਣਗੇ, ਪਸ਼ਤੋ ਵਾਰੀ ਵੀ ਨਹੀਂ ਆਖਣਗੇ ਪਰਸ਼ੀਅਨ ਅਰੇਬਿਕ ਸਕ੍ਰਿਪਟ, ਠੀਕ ਹੈ। ਉਹ ਤਿੰਨੇ ਹੀ ਪਰਸ਼ੀਅਨ, ਇਹਦੀ ਵਾਰੀ ਪੰਜਾਬੀ। ਸ਼ਾਹਮੁਖੀ ਜਿਹੜੀ 10ਵੀਂ 11ਵੀਂ ਸਦੀ 'ਚ ਬਾਬਾ ਫਰੀਦ ਲਿਖ ਰਿਹਾ ਸੀ, ਔਰ ਸਿੱਖ ਧਰਮ ਆ ਰਿਹਾ 14ਵੀਂ 15ਵੀਂ ਸਦੀ 'ਚ, ਪਹਿਲਾਂ ਹੀ 14ਵੀਂ, ਮਤਲਬ 4-5 ਸਦੀਆਂ ਬਾਅਦ, ਔਰ ਉਰਦੂ ਜਿਹੜੀ ਉਹ ਪੈਦਾ ਹੁੰਦੀ 17ਵੀਂ ਸਦੀ 'ਚ ਜਾ ਕੇ। 17ਵੀਂ ਸਦੀ ਬਹੁਤ ਪੁਰਾਣਾ। ਹਾਂ, ਤੇ ਉਹ ਮੁਸਲਮਾਨਾਂ ਨੇ ਹਿੰਦ ਦੀ ਜ਼ੁਬਾਨ ਹੈ ਜੀ 17ਵੀਂ ਸਦੀ ਵਾਲੀ, ਤੇ ਉਹ 10ਵੀਂ ਸਦੀ ਦੇ ਬਾਬੇ ਫਰੀਦ ਦੀ ਜ਼ੁਬਾਨ ਜਿਹੜੀ ਹੈ ਉਹ ਮੁਸਲਮਾਨਾਂ ਨੇ ਹਿੰਦ ਦੀ ਜ਼ੁਬਾਨ ਨਹੀਂ, ਉਹ ਸਿੱਖਾਂ ਦੀ ਜ਼ੁਬਾਨ। ਇਹ ਜਿਹੜਾ ਵਾਕਿਆ ਮੈਂ ਤੁਹਾਨੂੰ ਦੱਸ ਰਹੀ ਸੀ ਨਾ, ਇਹਦੇ ਨਾਲ ਜਿਹੜੇ ਮੈਨੂੰ ਇੰਪੈਕਟਸ ਹੋਏ ਨਾ, ਜਿਹੜੇ ਮੈਨੂੰ ਬਾਅਦ ਚੋਂ, ਜਿਹਨਾਂ ਨੇ ਮੈਨੂੰ ਬਹੁਤ, ਯਾਨੀ ਮੈਂ ਕਹਿੰਦਾ ਸਟ੍ਰਾਈਕਿੰਗ ਮੂਮੈਂਟ ਸੀ, ਇੱਕ ਸੱਟ ਲੱਗੀ ਮੈਨੂੰ ਆ ਕੇ, ਕਿ ਮੈਂ ਤੇ ਬੜੀ ਆਪਣੇ ਵੱਲੋਂ ਉਰਦੂ ਦਾਨ ਤੇ ਬੜਾ ਆਪਣੇ ਵੱਲੋਂ ਜਿਹੜਾ ਨਾ ਉਹ ਮੈਂ ਸ਼ੀਨ ਕਾਫ ਦੁਰਸਤ ਕਰਕੇ ਫਿਰਦੀ ਪਈ ਹੈ, ਤੇ ਬੜੇ ਮੈਂ ਗਾਲਿਬ ਦੇ ਤੇ ਮੀਰ ਦੇ ਸ਼ੇਰ ਪੜ੍ਹਨੀ ਹੈ, ਤੇ ਇਹ ਮੇਰੇ ਨਾਲ ਹੋਇਆ ਕੀ ਹੈ, ਬੜੀ ਕੀ ਹੈ ਮੇਰੇ ਨਾਲ। ਤੇ ਉੱਥੇ ਮੈਨੂੰ ਫਿਰ ਅਹਿਸਾਸ ਹੋਇਆ ਕਿ ਯਾਰ ਅਗਰ ਇਹ ਗੱਲ ਹੈ ਨਾ, ਤੇ ਮੈਂ ਉਰਦੂ ਦੇ ਵਿੱਚ ਪੰਜਾਬੀ ਮੁਹਾਵਰਿਆਂ ਦਾ ਤੜਕਾ ਵੀ ਲਾਣਾ ਹੈ, ਮੈਂ ਕਾਫ ਨੂੰ ਕਾਫ ਵੀ ਕਹਿਣਾ ਹੈ, ਤੇ ਮੈਂ ਖੇ ਨੂੰ ਖੇ ਵੀ ਬੋਲ ਦੇਣਾ ਹੈ, ਤੇ ਮੈਂ ਝਟਕਾ ਮਾਰ ਕੇ ਵੀ ਬੋਲਣਾ, ਮੈਂ ਵਕਤ ਨੂੰ ਵਕਤ ਵੀ ਬੋਲ ਸਕਦੀ, ਕੋਈ ਇਹਦੇ ਵਿੱਚ ਮਸਲਾ ਨਹੀਂ ਹੈ, ਮੈਂ ਇਕਬਾਲ ਨੂੰ ਇਕਬਾਲ ਵੀ ਬੋਲ ਸਕਦੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਮੈਂ ਏਦਾਂ ਦੀ ਹਾਂ, ਤੇ ਫਿਰ ਮੈਂ ਉੱਚੀ ਲੰਮੀ ਵੀ ਹੋ ਸਕਦੀ ਹੈ, ਤੇ ਮੈਂ ਹੱਡੀ ਕੱਟੀ ਵੀ ਹੋ ਸਕਦੀ ਹੈ, ਮੈਨੂੰ ਕੋਈ ਮਸਲਾ ਨਹੀਂ ਹੈ ਕਿ ਮੈਂ ਆਪਣਾ ਵਜ਼ਨ ਵੀ ਮੈਂ ਤੁਹਾਡੀ ਗੱਲ ਅੱਗੇ ਵਧਾਵਾਂਗੀ ਥੋੜੀ ਜਿਹੀ। ਮੈਨੂੰ ਤੁਹਾਡੀ ਗੱਲ ਤੋਂ ਆ ਰਿਹਾ ਹੈ ਕਿ ਇੱਥੇ ਬੜੇ ਲੋਕ ਨੇ ਕਿ ਜਿਹੜੇ ਮਤਲਬ ਹੋਣ ਕੇ ਪੰਜਾਬ ਤੋਂ ਕਾੜੇ ਦੇ ਹੋ ਕੇ ਲੋਕਾਂ ਦੀਆਂ ਉਰਦੂਆਂ ਦੇ ਵਕਤ ਤੋਂ ਵਕਤ ਦਿੱਕਤ ਠੀਕ ਕਰਦੇ ਰਹਿਣਗੇ, ਤੇ ਜ਼ੇਰ ਜ਼ਬਰ ਠੀਕ ਕਰਦੇ ਰਹਿਣਗੇ, ਤੇ ਉੱਥੇ ਲੋਕਾਂ ਨੂੰ ਜ਼ਲੀਲ ਕਰਦੇ ਫਿਰਨਗੇ। ਅਸੀਂ ਸਾਡੇ ਪੰਜਾਬ ਵਿੱਚ ਹੀ ਸਾਡੇ ਬੜੇ ਉਰਦੂਦਾਨ ਪਾਏ ਜਾਂਦੇ ਨੇ, ਬੜੇ ਇੱਕ ਗੁਜਰਾਂਵਾਲੇ ਦਾ ਵੀ ਪਾਇਆ ਜਾਂਦਾ ਹੈ, ਇੰਜ ਦਾ ਨਹੀਂ ਬੜੇ ਪਾਏ ਜਾਂਦੇ ਨੇ। ਤੁਸੀਂ ਉਹ ਵੀ ਬੜਾ ਵੱਡਾ ਉਰਦੂਦਾਨ ਹੈ, ਠੀਕ ਹੈ। ਉਹ ਆਪਣੀ ਡਿਕਸ਼ਨਰੀਆਂ ਖੋਲ ਕੇ ਅੱਗੇ ਬੈਠੇ ਹੁੰਦੇ ਨੇ ਸਕਰੀਨਾਂ ਤੇ ਬਸ ਉਹ ਇਹ ਠੀਕ ਕਰਦੇ ਨੇ, ਤੇਰੀ ਜੁਰਤ ਕਿਸ ਤਰ੍ਹਾਂ ਹੋਈ, ਤੂੰ ਵਕਤ ਨੂੰ ਵਕਤ ਕਿਆ, ਤੇਰੀ ਜੁਰਤ ਕਿਸ ਤਰ੍ਹਾਂ ਹੋਈ, ਤੂੰ ਇਹ ਟਾਈਮ ਨੂੰ ਟਾਈਮ ਕਿਆ, ਤੇ ਇਹ ਪੰਜਾਬੀ ਬੋਲਦੇ ਹੋ। ਇਹ ਸਾਰੀਆਂ ਗੱਲਾਂ, ਹਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਾਈਂਡਸੈਟ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਮਤਲਬ ਕਹਿ ਲਓ ਕਿ ਬਹੁਤ ਛੋਟਾ ਜਿਹਾ, ਬਿਲਕੁਲ ਛੋਟਾ ਜਿਹਾ ਮਸਲਾ ਹੈ ਨਾ, ਸਾਡੇ ਚ ਐਕਸੈਪਟੈਂਸ ਤੇ ਫਲੈਕਸੀਬਿਲਿਟੀ ਤੇ ਹੈ ਹੀ ਨਹੀਂ ਹੈ ਨਾ। ਸਾਸ਼ਾ ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਮੈਂ ਜਦੋਂ ਮੈਂ ਜਿਹੜੀ ਪਾਬੰਦ ਸ਼ਾਇਰੀ ਨਾ ਉਰਦੂ ਦੀ, ਉਹ ਮੈਂ ਨਹੀਂ ਕਰ ਸਕਦੀ, ਮਤਲਬ ਮੈਂ ਕਦੀ ਆਪਣੇ ਆਪ ਨੂੰ ਪੋਇਟ ਡਿਕਲੇਅਰ ਨਹੀਂ ਕੀਤਾ। ਮੈਡਮ ਤੁਸੀਂ ਵੈਸੇ ਇੱਕ ਫ੍ਰੀ ਸੋਲ ਹੋ, ਬਹੁਤ ਸ਼ੁਕਰੀਆ। ਲੇਕਿਨ ਮੈਂ ਦੇਖਿਆ ਕਿ ਮੈਂ ਬੜਾ ਨਸ ਭੱਜ ਕਰਕੇ ਤੇ ਬੜਾ ਔਖਾ ਹੋ ਕੇ ਨਾ ਕੋਈ ਇੱਕ ਅੱਧਾ ਸ਼ੇਰ ਕਹਿ ਲਵਾਂਗੀ, ਬੜਾ ਹੀ ਔਖਾ, ਤੇ ਉਹਦੇ ਵੀ ਮੈਨੂੰ ਡਰ ਹੀ ਲੱਗਾ ਰਹੇਗਾ ਕਿ ਖਰੇ ਮੈਂ ਕੀ ਗਲਤ ਕਹਿ ਦਿੱਤਾ ਹੈ। ਇਸ ਦੇ ਮੁਕਾਬਲੇ ਚ ਜਦੋਂ ਮੈਂ ਪੰਜਾਬੀ ਚ ਲਿਖਣੀ ਹੈ, ਤੇ ਉਹ ਆਪਣੇ ਆਪ ਬਣ ਕੇ ਨਜ਼ਮਾਂ, ਆਪਣੇ ਆਪ ਬਣ ਕੇ ਗਜ਼ਲ ਜਿਹੜੀ ਹੈ ਨਾ, ਉਹ ਮੇਰੇ ਸਾਹਮਣੇ ਆ ਜਾਂਦੀ ਹੈ, ਉਹ ਮੇਰੇ ਅੰਦਰ ਦੇ ਰਿਦਮ ਦੇ ਨਾਲ ਉਹ ਜੁੜ ਜਾਂਦੀ ਹੈ। ਇਹ ਬੜੀ ਇੱਕ ਸਟ੍ਰੇਂਜ ਮੈਨੂੰ ਮਤਲਬ ਮੇਰੀ ਆਪਣੀ ਡਿਸਕਵਰੀ ਸੀ। ਫਿਰ ਇਹ ਵੀ ਡਿਸਕਵਰੀ ਉਸ ਤੋਂ ਬਾਅਦ ਹੀ ਹੋਈ, ਔਰ ਉਸ ਤੋਂ ਬਾਅਦ ਮੈਂ ਰਿਅਲਾਈਜ਼ ਕਰ, ਜਿੰਨੀ ਦੇਰ ਤੱਕ ਖੁਦ ਅਸੀਂ ਰਿਅਲਾਈਜ਼ ਨਹੀਂ ਕਰਨਾ, ਔਰ ਜਿੰਨੀ ਦੇਰ ਤੱਕ ਫਿਰ ਲੈ ਕੇ ਅਸੀਂ ਟੁਰਨਾ ਨਹੀਂ ਹੈ,
ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਦੱਸਣਾ, ਆਪਣੇ ਗਲੀ ਮਹੱਲੇ ਵਾਲਿਆਂ ਨੂੰ ਨਹੀਂ ਦੱਸਣਾ, ਉਹਨੇ ਤੇ ਵੈਨ ਤੇ ਅਸੀਂ ਹਜੇ ਵੀ ਇਹੀ ਪੰਜਾਬੀ ਚ ਹੀ ਪਾਈਦਾ ਜੇ ਕੋਈ ਮਰ ਜਾਂਦਾ ਹੈ ਤੇ ਵੈਨ ਤੇ ਹਜੇ ਵੀ ਪੰਜਾਬੀ ਚ ਪਾਈਦਾ, ਉਹ ਤੇ ਉਰਦੂ ਚ ਨਹੀਂ ਪੈ ਸਕਦਾ। ਵੈਨ ਇਹ ਰੋਣੇ ਹੱਸੇ ਕੋਮਨ ਇਹ ਆਪਣੀ ਮਾਂ ਬੋਲੀ ਵਿੱਚ ਹੀ ਹੁੰਦੇ ਨੇ, ਉਹ ਤੇ ਆਪਣੇ ਮਾਂ ਬੋਲੀ ਉਹ ਭੰਗੜੇ ਤੁਹਾਨੂੰ ਭੰਗੜੇ ਤੁਸੀਂ ਪੰਜਾਬੀ ਗਾਣੇ ਚ ਪਾ ਸਕਦੇ, ਪੰਜਾਬੀ ਹਿੰਦੀ ਗਾਣੇ ਚ ਨਹੀਂ ਪਾ ਸਕਦੇ। ਹਾਂ ਜੀ, ਸਾਡੇ ਤੇ ਬੋਲੀ ਮੁਸਲਤ ਕੀਤੀ ਬੈਠੇ ਨੇ, ਢੋਲ ਤੋਂ ਬਗੈਰ ਸਾਡੇ ਤੋਂ ਵਿਆਹ ਨਹੀਂ ਕਰਦੇ, ਵਿਆਹ ਨਹੀਂ ਕਰਦੇ, ਪਟਕੇ ਸਾਡੇ ਪਾ ਲੈਂਦੇ ਨੇ ਹੈ। ਹਾਂ ਵਿਆਹ ਜਿਹੜੇ ਉਰਦੂ ਵਾਲਿਆਂ ਨਾਲ ਕਰ ਲੈਂਦੇ ਨੇ ਹੈ। ਹਾਂ ਜੀ, ਇਹ ਤਾਂ ਫਿਰ ਹੈ ਨਾ। ਤੁਸੀਂ ਦੱਸ ਗਲਤੀ ਕਰਦੀ ਹੈ ਹੁਣ, ਤੁਸੀਂ ਨਾ ਇਹ ਤਾਂ ਤੁਹਾਡੇ ਤਾਂ ਘਰ ਦੀ ਲੜਾਈ ਹੈ, ਤੁਹਾਨੂੰ ਨਹੀਂ ਇਹਦੇ ਤੇ ਦੋਸਤ ਦੇ ਨਾਲ ਛੋਟਾ ਕਰਿਆ ਕਰੋ ਕਿ ਜੀ ਇਹ ਪੰਜਾਬੀ ਵਿੱਚ ਕਿਉਂ ਨਹੀਂ ਬੋਲਦੇ ਹੱਸੇ, ਤੁਸੀਂ ਤੁਹਾਡੇ ਤਾਂ ਘਰ ਦੀ ਗੱਲ ਹੋ ਗਈ ਹੈ ਹੁਣ ਤੇ। ਹਾਂ ਨਹੀਂ, ਮੈਂ ਇਸ ਗੱਲੋਂ ਦੱਸਦਾ ਰਹਿਣਾ ਕਿ ਮੇਰੇ ਤੇ ਕੋਈ ਇੰਜ ਦੀ ਲੇਬਲਿੰਗ ਨਾ ਹੋਏ, ਲੋਕਾਂ ਨੂੰ ਕਿਸੇ ਗਲਤਫਹਿਮੀ 'ਚ ਨਾ ਰੱਖਿਆ ਜਾਏ। ਮੈਂ ਇੱਕ ਪੰਜਾਬੀ ਮਾਂ ਦਾ ਪੁੱਤਰ ਹਾਂ। ਮੈਂ ਰਿਅਲਾਈਜ਼ ਕੀਤਾ ਹੈ ਕਿ ਮੇਰੀ ਮਾਂ ਦੀ ਬੋਲੀ ਜਿਹੜੀ ਹੈ ਉਹ ਖਤਰੇ 'ਚ, ਉਹਨੂੰ ਨੁਕਸਾਨ ਹੋ ਰਿਹਾ ਹੈ, ਮੈਨੂੰ ਉਹਦੇ ਲਈ ਲੜਨਾ ਚਾਹੀਦਾ ਹੈ। ਮੈਂ ਜਦੋਂ ਵੀ ਰਿਅਲਾਈਜ਼ ਕੀਤਾ ਹੈ, ਔਰ ਮੈਂ ਇਹ ਵੀ ਮੰਨਿਆ ਹੈ ਕਿ ਮੈਂ ਔਰ ਮੈਥੋਂ ਪਹਿਲੀਆਂ ਨਸਲਾਂ ਮੁਜਰਮ ਨੇ ਇਸ ਮਾਮਲੇ 'ਚ ਆਪਣੀ ਆਪਣੀ ਮਾਂ ਬੋਲੀ ਦੇ ਲਿਹਾਜ਼ ਨਾਲ, ਕਿ ਉਹਨਾਂ ਇੱਕ ਓਪਰੀ ਧਰਤੀ ਦੀ, ਓਪਰੀ ਸਿਵਲਾਈਜੇਸ਼ਨ ਦੀ ਜ਼ੁਬਾਨ ਨੂੰ ਆਪਣੀ ਮਾਂ ਬੋਲੀ ਤੇ ਤਰਜੀਹ ਦਿੱਤੀ। ਔਰ ਨਾ ਸਿਰਫ ਆਪਣੀ ਮਾਂ ਬੋਲੀ ਤੇ ਤਰਜੀਹ ਦਿੱਤੀ, ਬਲਕਿ ਉਹਨਾਂ 7 ਸੂਫੀਆਂ ਦੀ ਜ਼ੁਬਾਨ ਤੇ ਤਰਜੀਹ ਦਿੱਤੀ, ਜਿਨ੍ਹਾਂ ਦੇ ਵਿਜ਼ਡਮ ਨੂੰ ਨਾ ਗਾਲਬ ਮੈਚ ਕਰਦਾ, ਨਾ ਇਕਬਾਲ ਮੈਚ ਕਰਦਾ, ਨਾ ਫੈਜ਼ ਮੈਚ ਕਰਦਾ। ਔਰ ਕੋਈ ਰੀਜ਼ਨ ਹੀ ਨਹੀਂ ਸੀ ਕਿ ਜਾਂ ਤੇ ਉਰਦੂ ਹੁੰਦੀ ਨਾ ਰੋਜ਼ਗਾਰ ਦੀ ਜ਼ੁਬਾਨ, ਜਾਂ ਹੁੰਦੀ ਇੰਟਰਨੈਸ਼ਨਲ ਲੈਂਗੁਏਜ, ਜਾਂ ਉਹ ਅਲੂਮ ਦੀ ਜ਼ੁਬਾਨ ਹੁੰਦੀ, ਤੇ ਅਸੀਂ ਫਿਰ ਵੀ ਗੱਲ ਕਰ ਲੈਂਦੇ। ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਬੋਲਦਾ, ਮੈਂ ਕਿਉਂਕਿ ਅੰਗਰੇਜ਼ੀ ਸਾਇੰਸ ਐਂਡ ਟੈਕਨੋਲੋਜੀ ਦੀ ਜ਼ੁਬਾਨ ਹੈ, ਅੰਗਰੇਜ਼ੀ ਅਲੂਮ ਦੀ ਜ਼ੁਬਾਨ ਹੈ, ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਹੈ, ਉਹਦੀ ਮੁਖਾਲਫਤ ਨਹੀਂ ਕੀਤੀ ਜਾ ਸਕਦੀ। ਉਹ ਰੋਜ਼ਗਾਰ ਦੀ ਜ਼ੁਬਾਨ ਹੈ, ਉਹਦੇ ਨਾਲ ਫਿਊਚਰ ਜੁੜਿਆ ਪੰਜਾਬੀ ਵਾਲਾਂ ਦਾ। ਅਸੀਂ ਕਿਉਂ ਐਵੇਂ ਉਹ ਗੱਲ ਕਰੀਏ ਜਿਹਦੇ 'ਚ ਪੰਜਾਬੀ ਕੌਮ ਦਾ, ਪੰਜਾਬੀ ਨੇਸ਼ਨ ਦਾ ਨੁਕਸਾਨ ਹੈ। ਲੇਕਿਨ ਇਹ ਤਾਂ ਫॉर नो ਰੀਜ਼ਨ ਕਿ ਇਸ਼ਕੀਆ ਸ਼ਾਇਰੀ ਹੈ, ਤੇ ਹੋਰ ਕੀ ਹੈ, ਕੁਝ ਵੀ ਨਹੀਂ। ਥੋੜਾ ਜਿਹਾ ਮੈਂ ਤੁਹਾਡੇ ਤੋਂ ਖਿਲਾਫ ਕਰਾਂਗੀ ਅਮਰ ਸਾਹਿਬ, ਇੰਦੇ ਤੋਂ ਤੁਸੀਂ ਜਿਹੜਾ ਕਿਹਾ ਨਾ ਕਿ ਅਸੀਂ ਨਹੀਂ ਕਰ ਸਕਦੀ, ਮੈਨੂੰ ਲੱਗਦਾ ਅਸੀਂ ਕੰਪੈਰੀਜ਼ਨ ਕਰਕੇ ਗਲਤ ਕਰਦੇ ਹਾਂ, ਕਿਉਂਕਿ ਸਾਡਾ ਪੰਜਾਬੀ ਦਾ ਅਗਰ ਸਾਡੀ ਲੜਾਈ ਹੈ ਉਹ ਐਂਟੀ ਉਰਦੂ ਲੜਾਈ ਨਹੀਂ ਹੈ, ਜਾਂ ਉਹ ਐਂਟੀ ਕੋਈ ਔਰ ਜ਼ਬਾਨ, ਐਂਟੀ ਅੰਗਰੇਜ਼ੀ ਲੜਾਈ ਨਹੀਂ ਹੈ। ਜੇ ਅਸੀਂ ਉਹਨੂੰ ਕਹੀਏ ਕਿ ਜੀ ਜੋ ਹੁਣ ਤੱਕ ਜਿਹੜਾ ਆਰਟ ਕ੍ਰੀਏਟ ਹੋਇਆ ਹੈ ਆਪਣੀ ਮਾਂ ਬੋਲੀ ਨੂੰ ਬਚਾਉਣ ਦਾ ਜਿਹੜਾ ਹੈਗਾ, ਤੁਸੀਂ ਕਿਹਾ ਨਾ ਕਿ ਜਿਹੜਾ ਅਸੀਂ ਸਾਨੂੰ ਲੱਗਦਾ ਕਿ ਸਾਡੀ ਮਾਂ ਬੋਲੀ ਖਤਰੇ ਵਿੱਚ ਹੈ, ਸਾਨੂੰ ਉਹਨੂੰ ਬਚਾਉਣਾ ਚਾਹੀਦਾ, ਉਹਦੇ ਵਾਸਤੇ ਫਾਈਟ ਕਰਨਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਸਾਨੂੰ ਉਹਨੂੰ ਕੁਝ ਲੋਕ ਵਿੱਚ ਕਨਫਿਊਜ਼ ਹੈਗੇ ਕਿ ਅਸੀਂ ਉਹਨੂੰ ਐਂਟੀ ਉਰਦੂ ਬਣਾ ਲੈਂਦੇ ਹਾਂ, ਦੈਨ ਟੂ ਬੀ ਪ੍ਰਮੋਸ਼ਨ ਆਫ ਪੰਜਾਬੀ, ਦੈਨ ਟੂ ਬੀ ਇਨਲਾਈਟਨਮੈਂਟ ਆਫ ਪੰਜਾਬੀ ਬਣਾਉਣ ਤੋਂ ਜ਼ਿਆਦਾ ਅਸੀਂ ਉਹਨੂੰ ਐਂਟੀ ਉਰਦੂ ਬਣਾ ਦਿੰਦੇ ਹਾਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਫੈਜ਼ ਨੇ ਉਰਦੂ ਵਿੱਚ ਸ਼ਾਇਰੀ ਕੀਤੀ ਤਾਂ ਫੈਜ਼ ਨੇ ਪੰਜਾਬੀ ਵਿੱਚ ਕਿਉਂ ਨਾ ਕੀਤੀ, ਜਾਂ ਕਿਸ ਤਰ੍ਹਾਂ ਪੰਜਾਬੀ ਵਿੱਚ ਘੱਟ ਕੀਤੀ, ਉਰਦੂ ਵਿੱਚ ਕਿਉਂ ਜ਼ਿਆਦਾ ਕੀਤੀ। ਅਸੀਂ ਮੈਨੂੰ ਲੱਗਦਾ ਤੁਸੀਂ ਥੋੜੀ ਜਿਹੀ ਗਲਤੀ ਕਰ ਰਹੇ ਹਾਂ ਕਿ ਅਸੀਂ ਜਦੋਂ ਉਹਨਾਂ ਨੂੰ ਕੰਪੈਰੀਜ਼ਨ ਵਿੱਚ ਲੈ ਆਉਂਦੇ ਹਾਂ। ਨਹੀਂ, ਉਹ ਕੰਪੈਰੀਜ਼ਨ ਉਹ ਪਤਾ ਹੈ ਕਿਉਂ, ਉਹ ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਸਾਇਮਾ ਨੇ ਪਹਿਲੇ ਗੱਲ ਕੀਤੀ ਨਾ ਹਾਫਿਜ਼ ਚਰਾਨੀ ਵਾਲੀ, ਇਹ ਬੜੀ ਦੇਰ ਦੀ ਇੱਕ ਕਾਰਵਾਈ ਸ਼ੁਰੂ ਹੋਈ ਹੈ, ਔਰ ਸਾਡਾ ਜਿੰਨੀ ਕਰੀਮ ਹੁੰਦੀ ਹੈ ਉਹ ਨਿਕਲ ਕੇ ਉਧਰ ਨੂੰ ਚਲੀ ਜਾਂਦੀ ਹੈ। ਕਿਉਂ? ਕਿਉਂਕਿ ਜਿਵੇਂ ਇੱਕ ਫੇਸਬੁੱਕ ਦੇ ਉੱਤੇ ਉਹ ਭੋਲੇ ਰਿਕਾਰਡ ਦੇ ਲਾਈਕ ਵੱਧ ਜਾਂਦੇ ਨੇ, ਠੀਕ ਹੈ, ਇੱਕ ਉਂਝ ਦੀਆਂ ਹਰਕਤਾਂ ਕਰਕੇ। ਸੋ ਅਸੀਂ ਮਤਲਬ ਸਿਰਫ ਲਾਈਕਸ ਜਾਂ ਐਪਰੀਸੀਏਸ਼ਨ ਵਾਸਤੇ ਜਾਂ ਰੀਡਰਸ਼ਿਪ ਵਧਾਉਣ ਵਾਸਤੇ ਕੰਮ ਨਹੀਂ ਕਰਨਾ, ਅਸੀਂ ਮਤਲਬ ਆਪਣੇ ਇਨਰ ਸੈਲਫ ਲਈ ਕੰਮ ਕਰਨਾ ਹੈ। ਇੱਕ ਰਾਈਟਰ ਜਿਹੜਾ ਹੈ, ਇੱਕ ਦਾਨਿਸ਼ਵਰ ਜਿਹੜਾ ਹੈ, ਇੱਕ ਸ਼ਾਇਰ ਜਿਹੜਾ ਹੈ, ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਉਹ ਸੈਲੀਬ੍ਰਿਟੀ ਆਪਣੀ ਜ਼ਿੰਦਗੀ 'ਚ ਬਣ ਜਾਏ। ਤੁਸੀਂ ਅਗਰ ਨਾਲ ਦੇਖ ਲਓ ਨਾ, ਨਜ਼ਰੁਲ ਇਸਲਾਮ ਦੀ ਕਦੀ ਬਾਇਓਗ੍ਰਾਫੀ ਜ਼ਰੂਰ ਪੜ੍ਹਨਾ, ਜਿਹੜਾ ਬੰਗਲਾਦੇਸ਼ ਦਾ ਸ਼ਾਇਰ ਸੀ, ਔਰ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿੰਜ ਦੀ ਮੁਸ਼ਕਿਲ ਸਹਿਣ ਦੇ ਬਾਵਜੂਦ ਉਹਦਾ ਕੈਰੈਕਟਰ ਕੀ ਸੀ। ਕੈਰੈਕਟਰ ਬੜਾ ਜ਼ਰੂਰੀ ਹੁੰਦਾ ਹੈ। ਬੰਦੇ ਜੀਨੀਅਸ ਵੀ ਹੁੰਦੇ ਨੇ, ਬੰਦੇ ਜ਼ਹਾਨਤ ਹਰ ਚੀਜ਼ 'ਚ ਐਂਡ ਹੁੰਦੇ ਨੇ, ਲੇਕਿਨ ਕੈਰੈਕਟਰ ਤੇ ਆ ਕੇ ਰਹਿ ਜਾਂਦੇ ਨੇ। ਕੈਰੈਕਟਰ ਬੜਾ ਜ਼ਰੂਰੀ ਹੈ, ਔਰ ਉਹੀ ਕੈਰੈਕਟਰ ਇੱਕ ਨੇਸ਼ਨ ਦਾ ਵੀ ਬੜਾ ਜ਼ਰੂਰੀ ਹੈ। ਔਰ ਉਹ ਕੈਰੈਕਟਰ ਬਿਲਡਿੰਗ ਵਾਸਤੇ ਸਾਨੂੰ ਆਪਣਾ ਜਿਹੜਾ ਮੀਡੀਅਮ ਹੈ, ਹੁਣ ਟੈਗੋਰ ਨੂੰ ਗੀਤਾਂਜਲੀ ਤੇ ਨੋਬਲ ਪ੍ਰਾਈਜ਼ ਮਿਲਿਆ ਸੀ,
ਟੈਗੋਰ ਨੇ ਤੇ ਨਹੀਂ ਸੋਚਿਆ ਕਿ ਮੈਂ ਉਰਦੂ ਜਾਂ ਹਿੰਦੀ 'ਚ ਸ਼ਾਇਰੀ ਕਰ ਲਾਂ, ਉਹਨੂੰ ਤਾਂ ਬੰਗਾਲੀ ਤੇ ਹੀ ਨੋਬਲ ਪ੍ਰਾਈਜ਼ ਮਿਲਿਆ ਨਾ, ਆਪਣੀ ਮਾਂ ਬੋਲੀ ਤੇ ਹੀ। ਸੋ ਇਹਨੂੰ ਛੱਡ ਕੇ ਜਾਣਾ ਇੱਕ ਡਿਸਸਰਵਿਸ ਹੈ। ਇੱਕ ਐਸਾ ਬੰਦਾ ਜਿਹੜਾ ਸੈਲੀਬ੍ਰਿਟੀ ਹੈ, ਜਿਹੜਾ ਵੱਡਾ ਕਲਾਮ ਲਿਖ ਰਿਹਾ ਹੈ, ਉਹਦਾ ਅਗਰ ਕਲਾਮ ਉਹਦੀ ਆਪਣੀ ਜ਼ੁਬਾਨ 'ਚ ਨਹੀਂ ਹੈ ਤੇ ਉਹਦਾ ਸਿੱਧਾ ਮਤਲਬ ਕੀ ਹੈ ਕਿ 12 ਕਰੋੜ ਜਾਂ ਉਦੋਂ ਜਿੰਨੀ ਵੀ ਆਬਾਦੀ ਸੀ, ਉਹਦੀ ਆਪਣੀ ਜ਼ੁਬਾਨ ਉਹਦੇ ਸ਼ਊਰ ਤੋਂ, ਉਹਦੇ ਇਲਮ ਤੋਂ ਮਹਿਰੂਮ ਹੈ। ਤੇ ਉਹ ਇੱਕ ਫਾਰਸੀ ਦੀ ਇੱਕ ਮਿਸਾਲ ਹੈ, ਜ਼ਰਬਲ ਮਿਸਲ ਜਿਹੜੀ ਦਿੱਤੀ ਜਾਂਦੀ ਹੈ। ਔਰ ਇਕਬਾਲ ਨੇ ਸਾਰੀ ਉਮਰ ਫਾਰਸੀ ਲਿਖੀ, ਲੇਕਿਨ ਸ਼ਾਇਦ ਉਹਨਾਂ ਇਹਦੇ ਤੇ ਕਦੀ ਗੌਰ ਨਹੀਂ ਕੀਤਾ ਕਿ ਅਵਲ ਕਵੇਸ਼ ਬਾਦ ਦਰਵੇਸ਼, ਕਿ ਹੈ ਜੀ ਕਿ ਪਹਿਲੇ ਆਪਣਾ ਤੇ ਫਿਰ ਕੋਈ ਫਕੀਰ ਜਾਂ ਕੋਈ ਹੋਰ ਜਾਂ ਤੀਜਾ ਚੌਥਾ ਬੰਦਾ ਜਿਹੜਾ ਦਰਵੇਸ਼ ਦੀ ਬਾਅਦ ਪਹਿਲੇ ਆਪਣਾ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹਦੇ ਤੇ ਇੱਕ ਹੈ ਹੋਰ, ਸਾਨੂੰ ਨਾ ਉਰਦੂ ਨਾਲ ਕੋਈ ਵੈਰ ਹੈ। ਜੀ ਜੀ ਕਿ ਅਸੀਂ ਕਿੰਨਾ ਆਪਣਾ ਆਰਟ ਕ੍ਰੀਏਟ ਕਰ ਰਹੇ ਹਾਂ ਆਪਣੀ ਜ਼ੁਬਾਨ ਵਿੱਚ। ਅਗਰ ਅੱਜ ਦੇ ਲੋਕ ਨਾ, ਅਗਰ ਤੁਹਾਡੇ ਵਰਗੇ ਲੋਕ ਨੇ ਜਾਂ ਕੁਛ ਨੇ, ਇਹ ਚੰਕਸ ਆਫ ਪੀਪਲ ਨੇ, ਮੁੱਠੇ ਭਰ ਲੋਕ ਨੇ, ਅਗਰ ਜਿਹੜਾ ਕੁਝ ਲਿਖਦੇ ਨੇ ਪੰਜਾਬੀ ਵਿੱਚ, ਕਿਤਾਬਾਂ ਚ ਪਾਉਂਦੇ ਨੇ, ਸ਼ਾਇਰੀ ਕਰਦੇ ਨੇ। ਅੱਛਾ ਯਾਰ ਤੁਹਾਡੇ ਆਪਣੇ ਜੀਸੀ 'ਚ ਮੈਂ ਕਹਿੰਦਾ ਨਾ, ਤੁਹਾਡੇ ਜੀਸੀ ਯੂਨੀਵਰਸਿਟੀ 'ਚ शायरी तो हट जाओ ना, शायरी तो इस वक्त कंटेम्प्रेरी शायरी को मुतासिर भुट्टा साहब देखो, भुट्टा साहब हुण एडी वड्डी शख्सियत है, भुट्टा साहब नूं किन्ने लोग जानदे ने, बड़ी मतलब एक तल्ख हकीकत है ना कि वो प्रमोशन दित्ती नहीं जाती। ਜਿਹੜੇ ਪੰਜਾਬੀ ਦੇ ਰਿਸਰਚਰਸ ਨੇ, ਪੰਜਾਬੀ ਦੇ ਜਿਹੜੇ ਸਕਾਲਰਸ ਨੇ, ਉਹਨਾਂ ਨੂੰ ਉਂਝ ਦੀ ਪ੍ਰਮੋਸ਼ਨ ਦਿੱਤੀ ਨਹੀਂ ਜਾਂਦੀ। ਗੱਲ ਇਹ ਹੈ ਨਾ ਕਿ ਅਸੀਂ ਇਹ ਉਹੀ ਗੱਲ ਆ ਜਾਂਦੀ ਜਿਹੜੀ ਉਹਨੇ ਹਾਲ ਹੀ ਨੇ ਕਿਹਾ ਸੀਗਾ ਕਿ ਪਹਿਲਾਂ ਬੁਰੀ ਸ਼ਾਇਰੀ ਜਿਹੜੀ ਹੈ ਉਹ ਬੁਰਾ ਸਮਾਜ ਪੈਦਾ ਕਰਦੀ ਹੈ, ਫਿਰ ਬੁਰਾ ਸਮਾਜ ਜਿਹੜਾ ਬੁਰੀ ਸ਼ਾਇਰੀ ਪੈਦਾ ਕਰਦਾ। ਜੋ ਸਾਡੇ ਥੀਏਟਰ ਨਾਲ ਹੋਇਆ, ਅਸੀਂ ਪਹਿਲਾਂ ਨੰਬਰ ਆਫ ਸਟੂਡੈਂਟਸ ਤੇ ਆਪਣੀ ਸ਼ੋਬੇ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਉਹ ਸਟਾਫ ਭਰਤੀ ਕਰਨਾ ਸ਼ੁਰੂ ਕੀਤਾ ਸਟੂਡੈਂਟਸ ਦੇ ਵਿੱਚ ਕਿ ਜਿਹਨੂੰ ਹੋਰ ਕਿਤੇ ਦਾਖਲਾ ਨਹੀਂ ਸੀ ਮਿਲਦਾ ਨਾ, ਉਹ ਉਰਦੂ 'ਚ ਆ ਜਾਂਦਾ ਸੀ ਜਾਂ ਪੰਜਾਬੀ 'ਚ ਆ ਜਾਂਦਾ ਸੀ ਜਾਂ ਪਰਸ਼ੀਅਨ 'ਚ ਆ ਜਾਂਦਾ ਸੀਗਾ। ਪਰਸ਼ੀਅਨ 'ਚ ਅੱਜ ਵੀ ਇਹੀ ਹਾਲ ਹੈ, ਠੀਕ ਹੈ। ਤੇ ਅਸੀਂ ਆਪ ਆਪਣੇ ਸਟੈਂਡਰਡਸ ਜਿਹੜੇ ਨੇ ਉਹ ਲੋ ਕਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਚੁੱਕੇ ਅਸੀਂ ਹੀ ਉੱਥੋਂ ਨਿਕਲੇ ਨਾ, ਅਸੀਂ ਵੀ ਦੋਸਤ ਸਿਸਟਮ ਵਿੱਚੋਂ ਨਿਕਲੇ ਹੈ ਨਾ। ਅਸੀਂ ਨਾ ਤੇ ਕੋਸ਼ਿਸ਼ ਕੀਤੀ ਕਿ ਸਾਨੂੰ ਦੁਨੀਆ ਪੂਰੀ ਦੇ ਉੱਤੇ ਜਿਹੜਾ ਉਹ ਪਹਿਚਾਨਿਆ ਜਾਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਉਰਦੂ ਦੇ ਨਾਲੋਂ ਪੰਜਾਬੀ ਜਾਣਨ ਵਾਲੇ ਦਾ ਸਕੋਪ ਜ਼ਿਆਦਾ ਹੈ ਦੁਨੀਆ ਪੂਰੀ ਦੇ ਵਿੱਚ, ਸੋਸ਼ਲ ਸਾਇੰਸਿਸ ਦੇ ਵਿੱਚ, ਐਕੈਡਮੀਆ ਦੇ ਵਿੱਚ ਆਪਣੀ ਗੱਲ ਮਨਵਾਉਣ ਦਾ ਜਿਹੜਾ ਚਾਂਸ ਹੈ ਉਹ ਉਰਦੂ ਦੇ ਨਾਲ ਲੋਕ ਪੰਜਾਬੀ ਵਾਲੇ ਕੋਲ ਜ਼ਿਆਦਾ ਹੈ। ਤੇ ਇਸ ਤੋਂ ਬਾਵਜੂਦ ਜਿਹੜਾ ਅਸੀਂ ਉਸ ਪਾਸੇ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਗਏ, ਐਕੈਡਮੀਆ ਨਹੀਂ ਲੈ ਕੇ ਗਿਆ। ਮਤਲਬ ਮੈਨੂੰ ਦੱਸੋ ਨਾ ਕਿ ਪੋਸਟ ਕਲੋਨੀਅਲਿਜ਼ਮ ਦੇ ਉੱਤੇ ਪੰਜਾਬੀ ਦੇ ਵਿੱਚ ਅੱਜ ਕੌਣ ਰਿਸਰਚ ਕਰ ਰਿਹਾ ਹੈ, ਜਾਂ ਲਿੰਗੁਇਸਟਿਕਸ ਦੇ ਉੱਤੇ, ਜਾਂ ਨੋਮ ਚੋਮਸਕੀ ਨੂੰ ਅੱਜ ਪੰਜਾਬੀ ਦੇ ਵਿੱਚ ਕਿਹੜਾ ਬੰਦਾ, ਮੈਂ 2-4 ਜਿਹੜੇ ਵੱਡੇ ਨਾਂ ਉਹਨਾਂ ਨੂੰ ਛੱਡ ਦਿਓ, ਥੱਲੇ ਦੀ ਗੱਲ ਕਰੋ, ਕਿਹੜਾ ਡਿਪਾਰਟਮੈਂਟ ਹੈ ਜਿੱਥੇ ਇਹੋ ਜਿਹਾ ਕੋਈ ਵਰਕ ਹੋ ਰਿਹਾ ਹੈ। ਜਾਂ ਪਾਰਟੀਸ਼ਨ ਦੇ ਉੱਤੇ ਮੈਨੂੰ ਦੱਸੋ ਕਿ ਪ੍ਰੋ ਪਾਰਟੀਸ਼ਨ ਜਿਹੜਾ ਕੋਈ ਤਰਜਮਾ ਹੋਇਆ ਵੀ ਹੈ ਨਾ, ਉਹਨੂੰ ਆਮ ਨਹੀਂ ਕੀਤਾ ਗਿਆ। ਇਹ ਬੜਾ ਵੱਡਾ ਇਸ਼ੂ ਹੈ। ਨਹੀਂ ਆਇਆ ਨਾ, ਉਹ ਡਿਸਕਸ਼ਨ ਵਿੱਚ ਨਹੀਂ ਨਾ ਆਇਆ। ਸਾਡੇ ਵੀ ਨਾਸਰ ਬਾਸ ਨਈਅਰ ਸਾਹਿਬ ਹੋ ਗਏ ਜਾਂ ਹੋਰ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਨੇ ਕਲੋਨੀਅਲਿਟੀ ਵਗੈਰਾ ਦੇ ਨਾਲ, ਉਹਨਾਂ ਨੇ ਬਹਿਸਾਂ ਸ਼ੁਰੂ ਕੀਤੀਆਂ। ਬਾਕੀ ਤੇ ਸਾਡਾ ਵੀ ਸਾਰਾ ਬੰਦਾ ਜਿਹੜਾ ਹੈ ਉਹ ਸ਼ਖਸੀਅਤ ਔਰ ਫਨ ਦੇ ਉੱਤੇ ਹੀ ਲੱਗਾ ਹੈ ਨਾ, ਉਹ ਵੀ ਉਸ ਤੋਂ ਅੱਗੇ ਨਹੀਂ ਵੱਧਦਾ। ਤੇ ਗੱਲ ਇਹ ਹੈ ਕਿ ਅਸੀਂ ਆਪ ਕੀ ਕਰ ਰਹੇ ਹਾਂ, ਐਕੈਡਮੀਆ ਕੀ ਕਰ ਰਹੀ। ਇੱਕ ਗੱਲ, ਦੂਜੀ ਗੱਲ ਇਹ ਹੈ ਕਿ ਜਦੋਂ ਮੈਂ ਕਹਿਣਾ ਕਿ ਮੈਨੂੰ ਪੰਜਾਬੀ 'ਚ ਸ਼ਾਇਰੀ ਕਰਨਾ ਆਸਾਨ ਲੱਗਦਾ ਹੈ, ਪਰ ਜਦੋਂ ਮੈਂ ਸ਼ਾਇਰੀ ਵਾਲੇ ਪਾਸੇ ਟੁਰਨ ਲੱਗਦੀ ਹਾਂ ਤੇ ਲਫ਼ਜ਼ ਮੇਰੇ ਕੋਲ ਉਹੀ ਹੁੰਦੇ ਨੇ ਜਿਹੜੇ ਰੋਜ਼ਮਰਾ। ਇਹਦੇ 'ਚ ਪੰਜਾਬੀ ਦੀ ਖਾਮੀ ਨਹੀਂ ਹੈ, ਪੰਜਾਬੀ 'ਚ ਬੜੇ ਲਫ਼ਜ਼ ਨੇ, ਬੜਾ ਕੁਝ ਹੈਗਾ। ਮੈਂ ਇਹ ਨਹੀਂ ਕਹਿ ਰਹੀ ਕਿ ਪੰਜਾਬੀ 'ਚ ਹੈ ਨਹੀਂ, ਸਾਨੂੰ ਪਤਾ ਨਹੀਂ ਹੈ, ਜਾਂ ਸਾਨੂੰ ਪਤਾ ਨਹੀਂ ਹੈ ਜਾਂ ਸਾਡੇ ਵਾਸਤੇ ਨਾਮਾਨੂਸ ਹੋ ਗਏ ਨੇ। ਉਹ ਸਾਡੇ ਵਾਸਤੇ, ਸਾਡੀ ਰਤ ਵਿੱਚੋਂ ਸਾਡੇ ਵਾਸਤੇ ਉਹ ਨਿਕਲ ਗਏ ਹੋਏ ਨੇ। ਅਸੀਂ ਬੋਲਾਂਗੇ ਕਿਸੇ ਨੂੰ ਸਮਝ ਨਹੀਂ ਲੱਗੇਗੀ। ਨਾਲ ਸ਼ਿਵ ਕੁਮਾਰ ਬਟਾਲਵੀ ਵਰਗੇ ਬੰਦੇ ਨੂੰ ਵੀ ਪੜ੍ਹਨ ਵਾਸਤੇ ਨਾਲ ਤੁਹਾਨੂੰ ਫਰਹੰਗ ਦੇਣੀ ਪੈ ਜਾਂਦੀ ਹੈ, ਹਾਲਾਂਕਿ ਉਹ ਤੇ ਸਾਡਾ ਆਮ ਮਤਲਬ ਸਾਡੀ ਬੋਲੀ ਬੋਲਦਾ ਨਾ, ਲੇਕਿਨ ਫਿਰ ਵੀ ਸਾਨੂੰ ਫਰਹੰਗ ਦੇਣੀ ਪੈ ਜਾਂਦੀ ਹੈ ਨਵੇਂ ਬੱਚੇ ਨੂੰ ਪੜ੍ਹਾਉਣ ਵਾਸਤੇ। ਤੇ ਜਿਹੜੇ ਜੁਗਾਦਰੀ ਬੈਠੇ ਹੋਏ ਨੇ ਸਾਡੇ ਪਹਿਲਵਾਨ, ਪੰਜਾਬੀ ਦੇ ਅਦਬੀ ਪਹਿਲਵਾਨ, ਉਹ ਤੁਸੀਂ ਕੋਈ ਆਮ ਮੈਡਮ ਬਿਲਕੁਲ ਤੁਹਾਡੀ ਗੱਲ ਐਨਤ ਹੁੰਦੀ ਕਿ ਅੱਗੇ ਸ਼ਿਵ ਕੁਮਾਰ ਬਟਾਲਵੀ ਤੋਂ ਅੱਗੇ ਕੌਣ ਬੰਦਾ ਨਿਕਲ ਪਾਇਆ ਹੋ ਜਾ ਕੋਈ। ਹਾਂ ਨਾ, ਤੇ ਤੁਸੀਂ ਕੋਈ ਆਮ ਜਿਹੇ ਲਫ਼ਜ਼ ਇਸਤੇਮਾਲ ਕਰਕੇ ਵੇਖੋ ਜ਼ਰਾ ਪੰਜਾਬੀ ਦੇ ਵਿੱਚ, ਕਿਸੇ ਸ਼ਾਇਰੀ ਦੇ ਵਿੱਚ, ਕਿਸੇ ਅਫਸਾਨੇ ਦੇ ਵਿੱਚ। ਉਸੇ ਵੇਲੇ ਤਲਵਾਰਾਂ ਉਹ ਕਿਰਪਾਨਾਂ ਕੱਢ ਦੇਣਗੇ ਆਪਣੇ ਕੁਰਤਿਆਂ ਚੋਂ। ਜਦੋਂ ਕੰਪੈਰੀਟਿਵ ਸਟੱਡੀ ਵਾਲੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਜਿਹੜੇ ਯੂਥ ਹੈ ਸਾਡੀ, ਉਹ ਆਏਗੀ ਨਾ ਸ਼ਾਇਰੀ ਵੱਲੇ ਵੀ ਆਏਗੀ, ਤੇ ਫਿਰ ਜਿਹੜਾ ਕੰਟੈਂਟ ਹੈ ਉਹ ਜ਼ਿਆਦਾ ਮਿਆਰੀ ਕਿਸਮ ਦਾ ਸਾਹਮਣੇ ਆਏਗਾ। ਉਹ ਤੇ ਤੁਹਾਡੇ ਨਾਲ ਹੁਣ ਸਾਸ਼ਾ ਆਈ ਹੈ ਨਾ, ਤੇ ਇਨਸ਼ਾਅੱਲਾ ਇਹ ਦੇਖੋ ਇਹ ਨਾ ਬਿਹਤਰੀ ਹੋਏਗੀ ਨਾ ਸਾਡੀ,
ਇਨਫਲੂਐਂਸ हाँ, मेरे ਕਰੇਗੀ। बहुत ਤੇ ਹੁਣ ਮੈਨੂੰ बहुत ਇੱਕ अच्छा लगा है। ਬਹੁਤ ਵਧੀਆ ਹੈ। ਤੇ ਹੁਣ ਇਹ ਇਨਸ਼ਾਅੱਲਾ ਟੁਰੀ ਹੈ ਨਾ, ਇੱਕ ਤਹਿਰੀਕ ਟੁਰੀ ਹੈ, ਇੱਕ ਅਸੀਂ ਆਪਣੀ ਮਾਂ ਬੋਲੀ ਨੂੰ ਵਾਪਸ ਲਿਆਉਣਾ ਜਿੱਦ ਮੱਲੀ ਹੈ। मान ली जी, मान ली, मान ली, ਹਾਂ, मान ली। ਉਹ ਫਤਵਾ ਤਾਂ ਦਿੱਤਾ ਨਾ ਸਾਸ਼ਾ ओके ਨੇ ओके ਕਿਸੇ। ना ਮੰਨਦੇ ਹਾਂ आ ਬਿਲਕੁਲ। आ आ ਅਸੀਂ गंढ ਤੇ भी वैसे मान ली, आ गंढ भी मान ली ਅਸੀਂ। ਹਾਂ ਇਹ ਆ ਤੇ ਵੇਖੋ, ਇਹ ਆ ਵੇਖੋ, ਆ ਹਾਂ, ਗੰਢ ਬੰਨ ਤੇ ਲਈ। ਤੁਸੀਂ ਮੈਨੂੰ ਫਾਈਨਲ ਇੱਕ ਇੱਕ ਕਮੈਂਟ ਦਿਓ ਤਾਂ ਕਿ ਅਸੀਂ ਨਾ ਇਹਨੂੰ ਵਾਈਂਡ ਅਪ ਕਰੀਏ ਤੇ ਟੂ ਬੀ ਕੰਟੀਨਿਊਡ ਨਾਲ ਵਾਈਂਡ ਅਪ ਕਰੀਏ। ਹਾਂ ਇਹਨੂੰ ਅਸੀਂ ਤਰੀਕ ਦੇ ਤੌਰ ਤੇ ਇਹਨੂੰ ਹੋਪਫੁਲੀ ਹਫਤੇ 'ਚ ਇੱਕ ਵਾਰੀ ਇੰਜ ਦਾ ਸੈਸ਼ਨ ਜਿਹੜਾ ਹੈ ਐਕਸਕਲੂਸਿਵਲੀ ਫॉर ਫੀਮੇਲਸ, ਜਿਹੜਾ ਕਿ ਪੰਜਾਬ ਦੀ ਮਾਂ ਨੂੰ, ਬੇਟੀ ਨੂੰ, ਭੈਣ ਨੂੰ ਇਨਫਲੂਐਂਸ ਕਰ ਸਕੇ। ਔਰ ਉਹਦੇ ਵਾਸਤੇ ਤੁਸੀਂ ਔਰ ਸਾਸ਼ਾ ਬੈਸਟ ਹੋ, ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ। ਤੇ ਮੈਨੂੰ ਇੱਕ ਇੱਕ ਫਾਈਨਲ ਕਮੈਂਟ ਦਿਓ ਤੇ ਫਿਰ ਅਸੀਂ ਬਸ ਮੇਰੇ ਵੱਲੋਂ ਪਹਿਲਾਂ ਹੀ ਫਾਈਨਲ ਕਮੈਂਟ ਕਿ ਇਹ ਹੁਣ ਸਾਡਾ ਆਪਣਾ ਕੰਮ ਹੈ ਕਿ ਅਸੀਂ ਪੰਜਾਬੀ ਜਿਹੜੀ ਘਰੋਂ ਨਿਕਲਦੀ ਪਈ ਹੈ, ਉਹ ਧੀ ਸਾਡੀ ਪੰਜਾਬੀ ਜਿਹਨੂੰ ਅਸੀਂ ਘਰੋਂ ਕੱਢਣ ਦੇ ਆ, ਉਹਨੂੰ ਫੜ ਕੇ ਬਾਂਹ ਤੋਂ ਫੜ ਕੇ ਦੁਬਾਰਾ ਘਰ ਦੇ ਵਿੱਚ ਅਸੀਂ ਲੈ ਆਈਏ, ਉਹਦੇ ਸਿਰ ਤੇ ਅਸੀਂ ਚਾਦਰ ਦੇ ਦਈਏ। ਇਹ ਸਾਡਾ ਤੁਹਾਡਾ ਕੰਮ ਹੈਗਾ ਹੈ। ਅਸੀਂ ਕਿਸੇ ਨੂੰ ਜਾ ਕੇ ਤਕਰੀਰ ਨਹੀਂ ਕਰ ਸਕਦੇ, ਅਸੀਂ ਕਰਕੇ ਵਿਖਾ ਸਕਦੇ ਹਾਂ, ਤੇ ਇਹੀ ਅਸੀਂ ਬਿਲਕੁਲ। ਕਰਨਾ ਹੈ। ਬਹੁਤ ਬਹੁਤ ਵਧੀਆ, ਬਹੁਤ ਵਧੀਆ ਜੀ। ਸਾਸ਼ਾ ਜੀ ਮੈਂ ਕਹਾਂਗੀ ਕਿ ਸਾਡੀ ਪੰਜਾਬੀ ਐਡੀ ਵਸੀ ਹੈ, ਐਡੀ ਵੱਡੀ ਹੈ, ਇੱਕ ਐਡਾ ਵੱਡਾ ਦਰਿਆ ਹੈ ਕਿ ਜਿਹੜਾ ਹਰ ਕਿਸੇ ਨੂੰ ਤਰ ਕਰ ਸਕਦਾ। ਠੀਕ ਹੈ, ਪੰਜਾਬੀ ਸਾਡੀ ਜਿਹੜੀ ਇਹ ਹੈਗੀ ਨਾ, ਇਹ ਕਹਿ ਲਓ ਕਿ ਸਾਡੇ 5 ਦਰਿਆ ਨੇ, ਪੰਜਾਬ 5 ਦਰਿਆ ਨੇ ਸਾਡੇ ਕੋਲ ਇੰਨਾ ਪਾਣੀ, ਅਸੀਂ ਇੰਨੀ ਦਰਖੇਜ਼ ਦਿੰਦੀ ਹਾਂ ਕਿ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਵੀ ਖਤਰੇ ਦੀ ਘੰਟੀ ਤੋਂ ਡਰਨਾ ਚਾਹੀਦਾ। ਅਸੀਂ ਡਰਪੋਕ ਲੋਕ ਨਹੀਂ ਹੈਗੇ, ਅਸੀਂ ਨਾ ਡਰਨ ਵਾਲੇ ਹੈਗੇ ਹਾਂ। ਅਸੀਂ ਆਪਣੇ ਡਟ ਕੇ ਆਪਣੇ ਉਹੀ ਕਰਵਾਉਣ ਵਾਲੇ ਹੈਗੇ ਜੋ ਅਸੀਂ ਕਰਦੇ ਹਾਂ। ਨਾ ਅਸੀਂ ਕਿਸੇ ਦੀ ਸੁਣੀ ਦੀ, ਨਾ ਅਸੀਂ ਕਰੀ ਦੀ, ਅਸੀਂ ਕਰੀ ਦੀ ਉਹੀ ਜਿਹੜੀ ਅਸੀਂ ਆਪ ਕਰਨੀ ਹੁੰਦੀ ਹੈ। ਠੀਕ ਹੈ, ਨਾ ਅਸੀਂ ਕਿਸੇ ਨੇ ਮੰਨੀ ਦੀ ਹੈ। ਤੇ ਗੱਲ ਹੈ, ਮੈਂ ਇਹ ਕਹਾਂਗੀ ਕਿ ਪੰਜਾਬ ਨੂੰ ਜਾਂ ਪੰਜਾਬੀ ਨੂੰ ਕਿਸੇ ਤੋਂ, ਪੰਜਾਬ ਜਾਂ ਪੰਜਾਬੀ ਨੂੰ ਕਿਸੇ ਤੋਂ ਖਤਰਾ ਨਹੀਂ ਹੈਗਾ। ਅਸੀਂ ਤੜ ਲੋਕ ਹਾਂ, ਅਸੀਂ ਦਰਖੇਜ਼ ਲੋਕ ਹਾਂ, ਸਾਡੇ ਜਿਗੜੇ ਵੱਡੇ ਹੋਣੇ ਚਾਹੀਦੇ, ਸਾਨੂੰ ਦਿਲ ਵੱਡੇ ਹੋਣੇ ਚਾਹੀਦੇ ਨੇ। ਸਾਨੂੰ ਆਪਣੇ ਆਪ ਨੂੰ ਤੰਗ ਚਾਰ ਜ਼ਬਾਨੀਆਂ 'ਚ ਆਪਣੇ ਆਪ ਨੂੰ ਕੈਦ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਆਪਣੇ ਆਪ ਨੂੰ ਜਿੰਨਾ ਵਸੀਹ ਕਰ ਸਕਦੇ ਹਾਂ, ਜਿੰਨਾ ਸਿੱਖ ਸਕਦੇ ਹਾਂ, ਜਿੰਨਾ ਆਪਣੇ ਕੰਸੈਪਟ ਕਲੀਅਰ ਕਰ ਸਕਦੇ ਹਾਂ। ਹਰ ਇਨਸਾਨ ਤਾਲਿਬ ਇਲਮ ਹੈ, ਸਾਰੀ ਉਮਰ ਤਾਲਿਬ ਇਲਮ ਰਹੇਗਾ। ਖਾਲੀ ਅਗਰ ਮੈਂ ਕਹਾਂਗੀ ਕਿ ਜੀ ਮੈਨੂੰ ਅਗਰ ਇਨਕਲਾਬੀ ਸ਼ਾਇਰੀ ਪੜ੍ਹਨੀ ਹੈ ਤੇ ਮੈਨੂੰ ਬੁੱਲੇ ਸ਼ਾਹ ਤੋਂ ਇਲਾਵਾ ਕੋਈ ਦਿਸਦਾ ਨਹੀਂ ਹੈ ਤੇ ਮੈਂ ਕਿਹਨੂੰ ਪੜ੍ਹਾਂ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਅੱਜ ਕੌਣ ਕ੍ਰੀਏਟ ਕਰ ਰਿਹਾ? ਠੀਕ ਹੈ, ਸਾਨੂੰ ਉਹੋ ਜਿਹੀ ਚੀਜ਼ਾਂ ਕ੍ਰੀਏਟ ਕਰਨੀਆਂ ਨੇ ਕਿ ਲੋਕੀ ਦੁਬਾਰਾ ਉਸ ਪਾਸੇ ਆਵਣ। ਉਹ ਜਿਹਾ ਆਰਟ ਕ੍ਰੀਏਟ ਕਰਨਾ ਹੈ ਕਿ ਉਹ ਸਾਡੀ ਜਿਹੜੀ ਯੂਥ ਹੈ ਉਹਦੇ ਤੋਂ ਇੰਸਪਾਇਰ ਹੋ ਕੇ ਵਾਪਸ ਉਸ ਚੀਜ਼ ਤੋਂ ਆਏ। ਉਹ ਕੱਲ ਨੂੰ ਮੰਨੇ ਕਿ ਯਾਰ ਅੱਜ ਇਹ ਵੀ ਲਿਖਿਆ ਜਾਂਦਾ, ਅੱਜ ਇਹ ਵੀ ਪੜ੍ਹਿਆ ਜਾਂਦਾ, ਅੱਜ ਇਹ ਵੀ ਬੋਲਿਆ ਜਾਂਦਾ, ਅੱਜ ਇਹ ਵੀ ਗੀਤ ਗਾਏ ਜਾਂਦੇ ਨੇ, ਅੱਜ ਇਹ ਵੀ ਆਰਟ ਕ੍ਰੀਏਟ ਹੁੰਦਾ ਹੈ। ਤੇ ਸਾਨੂੰ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਸਾਡੀ ਪੰਜਾਬੀ ਨੂੰ ਕਦੀ ਕੈਦ ਕੀਤਾ ਜਾ ਹੀ ਨਹੀਂ ਸਕਦਾ। ਠੀਕ ਹੈ, ਪੰਜਾਬੀ ਜਿਹੜੀ ਇੱਕ ਆਜ਼ਾਦ ਪਰਿੰਦਾ ਹੈਗੀ ਹੈ ਤੇ ਸਾਨੂੰ ਇੱਕ ਆਜ਼ਾਦੀ ਨਾਲ ਆਪਣੇ ਪੰਖ ਜਿੱਥੇ ਜਿੱਥੇ ਬਖੇਰ ਸਕਦੇ ਸਾਨੂੰ ਬਖੇਰਨੇ ਚਾਹੀਦੇ ਨੇ। ਔਰ ਸਾਨੂੰ ਇਹਨੂੰ ਇਸ ਤਰ੍ਹਾਂ ਹੀ ਫੈਲਾਉਣਾ ਚਾਹੀਦਾ, ਹਰ ਰੰਗ ਵਿੱਚ ਢਲਣਾ ਚਾਹੀਦਾ ਔਰ ਹਰ ਰੰਗ ਵਿੱਚ ਪਾਉਣਾ ਚਾਹੀਦਾ। ਤੇ ਔਰ ਸਾਨੂੰ ਆਪਣੀ ਸ਼ਨਾਖਤ ਨਹੀਂ ਭੁੱਲਣੀ ਚਾਹੀਦੀ ਔਰ ਸਾਨੂੰ ਕਿਸੇ ਵੀ ਕੰਪਲੈਕਸ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਸਾਨੂੰ ਇਹਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖਣਾ ਚਾਹੀਦਾ। ਬਹੁਤ ਵਧੀਆ, ਵੈਰੀ ਟਰੂ। ਇੰਝ ਹੀ ਇਹ ਸਾਰੀ ਹਕੀਕਤ। ਔਰ ਪੰਜਾਬੀ ਦਾ ਜਿਗਰਾ ਵੱਡਾ ਹੀ ਹੈ ਤੇ ਜ਼ਾਹਿਰ ਹੈ ਇੱਥੇ ਹਰ ਕੌਮ ਦੇ ਲੋਕ ਆ ਕੇ ਆਬਾਦ ਹੁੰਦੇ ਨੇ ਪੰਜਾਬ 'ਚ, ਔਰ ਪੰਜਾਬੀਆਂ ਦਾ ਜਿਗਰਾ। ਲੇਕਿਨ ਬਹਰਹਾਲ ਸਾਨੂੰ ਇਹ ਵੀ ਪ੍ਰੈਕਟੀਕਲੀ ਜ਼ੇਨ 'ਚ ਰੱਖਣਾ ਚਾਹੀਦਾ ਹੈ ਕਿ ਸਾਡੇ ਵਸਾਇਲ ਜਿਹੜੇ ਨੇ ਉਹ ਆਬਾਦੀ ਦੇ ਲਿਹਾਜ਼ ਨਾਲ ਹੁੰਦੇ ਨੇ। ਔਰ ਆਬਾਦੀ ਅਗਰ ਬਹੁਤ ਵੱਧ ਜਾਂਦੀ ਜਦੋਂ, ਤੇ ਵਸਾਇਲ ਮਹਿਦੂਦ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇੱਕ ਤਵਾਜ਼ਨ ਜਿਹੜਾ ਸਾਡੇ ਹੈ ਕੋਲ ਉਹ ਰਿਆਸਤ ਸੋਰੀ ਤੁਹਾਨੂੰ ਗੱਲ ਲਿਆ। ਕਰਦੀ ਆ ਮਾਰ ਸਾਹਿਬ, ਸਾਡੇ ਕੋਲ ਆ ਜਾ ਕੇ ਵੇਖੋ ਨਾ, ਸਾਡੇ ਕੋਲ ਜਿਹੋ ਜਿਹੀਆਂ ਗਾਲਾਂ ਨੇ ਉਹ ਕਿਸੇ ਹੋਰ ਜ਼ਬਾਨ 'ਚ ਪਾਈਆਂ ਜਾਂਦੀਆਂ ਨੇ। ਤੁਸੀਂ ਅੰਗਰੇਜ਼ੀ 'ਚ ਕੋਈ ਗਾਲ ਕੱਢ ਕੇ ਵੇਖ ਲਓ, ਤੁਸੀਂ ਉਰਦੂ 'ਚ ਕੱਢ ਲਓ, ਕਦੀ ਕੋਈ ਮਜ਼ਾ ਨਹੀਂ ਆਏਗਾ, ਨਾ ਖਾਣ ਵਾਲੇ ਨੂੰ ਪੈਣਾ ਕੱਢਣ ਵਾਲੇ ਨੂੰ। ਜਦੋਂ ਤੁਸੀਂ ਪੰਜਾਬੀ ਵਿੱਚ ਇੱਕ ਗਾਲ ਨਹੀਂ ਮੂੰਹ ਫੜ ਕੇ ਸਾਨੂੰ ਬੇਬੇ ਕੋਲੋਂ ਪਏਗੀ ਤੇ ਉਹ ਸਮਝ ਨਹੀਂ ਆਏਗੀ ਕਿ ਨਾ ਗਾਲ ਦੇਣ ਵਾਲੇ ਨੂੰ ਮਜ਼ਾ ਆਉਂਦਾ, ਨਾ ਗੱਲ ਸੁਣਨ ਵਾਲੇ ਨੂੰ ਪਤਾ ਚੱਲਦਾ ਕਿ ਮੈਨੂੰ ਕੋਈ ਗੱਲ ਪਈ। ਤੇ ਇਸ ਤੋਂ ਵੱਡੀ ਸਾਡੀ ਕੀ ਗੱਲ ਹੋ ਸਕਦੀ ਹੈ? ਸਾਡੇ ਕੋਲ ਇੰਨਾ ਡਿਚ ਜ਼ਰਾਇਆ ਇੱਕ ਜ਼ਰੀਆ ਗਾਲਾਂ ਦਾ ਕੀ ਹਾਂ ਸਾਡੇ ਵਿੱਚ। ਹਾਂ, ਨਹੀਂ ਉਹ ਇਹ ਹੈ ਕਿ ਹੁਣ ਅਸੀਂ ਇਹਦੇ ਤੋਂ ਇਜਤਨਾਬ ਕਰਨਾ ਹੈ। ਅਸੀਂ ਪੰਜਾਬੀ ਲੋਕਾਂ ਨੂੰ ਬੁੱਲੇ ਦੀ ਸੁਣਾਉਣੀ ਹੈ, ਅਸੀਂ ਵਾਰਿਸ ਵਾਲੀ ਪੰਜਾਬੀ ਸੁਣਾਉਣੀ ਹੈ। ਨਾਟ ਐਗਜ਼ੈਕਟਲੀ ਕਿ ਅਸੀਂ ਬੁੱਲੇ ਦੀ ਸ਼ਾਇਰੀ ਸੁਣਾਉਣੀ ਹੈ ਜਾਂ ਬਾਦਸ਼ਾਹ ਦੀ ਸ਼ਾਇਰੀ ਸੁਣਾਉਣੀ ਹੈ। ਅਸੀਂ ਉਹਨਾਂ ਦੀ ਪੰਜਾਬੀ ਸੁਣਾਉਣੀ ਹੈ ਜਿਹੜੀ ਕਿ ਸੰਜੀਦਾ ਸੀ, ਜਿਹਦੇ ਵਿੱਚ ਫਲਸਫਾ ਸੀ, ਜਿਹਦੇ ਵਿੱਚ ਸੋਸ਼ੀਓਲੋਜੀ ਸੀ। ਫਿਕਰ ਸੀ। ਹਾਂ, ਜਿਹਦੇ ਵਿੱਚ ਨਫਸਿਆਤ ਸੀ। ਠੀਕ ਹੈ, ਇੱਕ ਪੂਰੀ ਸਟੱਡੀ ਸੀ। ਅਸੀਂ ਉਸ ਤਰ੍ਹਾਂ ਦਾ ਇੱਕ ਸੰਜੀਦਾ ਤਸੱਵਰ ਜਿਹੜਾ ਹੈ ਉਹ ਪੰਜਾਬੀ ਨਾਲ ਜੋੜਨਾ ਹੁਣ, ਕਿਉਂਕਿ ਥੀਏਟਰ 'ਚ ਬੜਾ ਫੱਕੜਬਾਜ਼ੀ ਹੋ ਗਈ, ਉਹਨੇ ਬਹੁਤ ਪੰਜਾਬੀ ਨੂੰ ਨੁਕਸਾਨ ਦਿੱਤਾ। ਸੋ ਅਸੀਂ
ਹੁਣ ਲੋਕਾਂ ਨੂੰ ਇਹ ਦੱਸਣਾ ਹੈ ਕਿ ਪੰਜਾਬੀ ਇੰਟੈਲੈਕਚੁਅਲ ਦੀ ਜ਼ੁਬਾਨ ਹੈ। ਇਹ ਲੋਕੀ ਜਿਹੜਾ ਤਸੱਵਰ ਹੈ ਨਾ ਕਿ ਇੰਟੈਲੈਕਚੁਅਲ ਮੌਲਵੀ ਗੱਲ ਕਰਦੇ ਕਰਦੇ ਜਦੋਂ ਉਹਨੇ ਕਿਤੇ ਆਪਣੇ ਆਪ ਨੂੰ ਲਿਟਰੇਟ ਸਾਬਤ ਕਰਨਾ ਹੁੰਦਾ ਉੱਥੇ ਇਕਬਾਲ ਦਾ ਸ਼ੇਰ ਸੁਣਾ ਦਿੰਦੇ ਨੇ, ਬਾਕੀ ਪੰਜਾਬੀ 'ਚ ਕੁਤਬਾ ਹੁੰਦਾ। ਠੀਕ ਹੈ, ਤੇ ਅਸੀਂ ਉਸ ਚੀਜ਼ ਤੋਂ ਬਚਣਾ ਹੈ, ਆਪਣੇ ਆਪ ਨੂੰ ਬਚਾਉਣਾ ਹੈ, ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣਾ। ਔਰ ਤੁਸੀਂ ਇੰਸਪੀਰੇਸ਼ਨ ਹੋ, ਦੋਨੋਂ ਸੋਰਸ ਆਫ ਇੰਸਪੀਰੇਸ਼ਨ ਹੋ। ਔਰ ਇਹ ਵੀ ਇੱਕ ਅਸੀਂ ਇੰਸਪੀਰੇਸ਼ਨ ਹੀ ਦੇ ਰਹੇ ਹਾਂ ਇੱਥੇ ਬੈਠੇ ਵੀ, ਕਿ ਅੱਜ ਜਿਹੜੀਆਂ ਤੁਹਾਨੂੰ ਦੇਖਣਗੀਆਂ ਨਾ ਬੱਚੀਆਂ ਦੋਨਾਂ ਨੂੰ, ਉਹਨਾਂ 'ਤੇ ਜ਼ਰੂਰ ਤੁਸੀਂ ਉਹਨਾਂ ਨੂੰ ਇਨਫਲੂਐਂਸ ਕਰੋਗੇ, ਤੁਹਾਡਾ ਇਨਫਲੂਐਂਸ ਹੋਏਗਾ ਉਹਨਾਂ 'ਤੇ। ਤੇ ਇਨਸ਼ਾਅੱਲਾ ਦੁਬਾਰਾ ਮਿਲਾਂਗੇ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ। ਬਹੁਤ ਸ਼ੁਕਰੀਆ, ਜੀਂਦੇ ਰਹੋ, ਵਸਦੇ ਰਹੋ, ਬਹੁਤ ਮਿਹਰਬਾਨੀ, ਬਹੁਤ ਸਲਾਮਤ ਹੋ ਜੀ। ਥੈਂਕ ਯੂ ਵੈਰੀ ਮਚ। ਰੱਬ ਰੱਖੇ।